ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸਰੋਤਿਓ, ਬ੍ਰੇਕ ਤੋਂ ਬਾਅਦ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਅਤੇ ਸਾਡੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੀ ਦਾਨੇਵਾਲੀਆ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਦਲਵੀਰ ਜੀ, ਤੁਹਾਡਾ ਮਿਹਰਬਾਨੀ ਤੇ ਤਮਾਮ ਸਰੋਤਿਆਂ ਦਾ ਵੀ ਧੰਨਵਾਦ ਜੀ। ਦਾਨੇਵਾਲੀਆ ਸਾਹਿਬ, ਚੋਣਾਂ ਦੇ ਨੇੜੇ ਆ ਕੇ ਬੰਬ ਧਮਾਕੇ, ਬੇਅਦਬੀਆਂ ਜਿਸ ਹਿਸਾਬ ਨਾਲ ਪੰਜਾਬ ਦੀ ਆਬੋ ਹਵਾ ਨੂੰ ਦੂਸ਼ਿਤ ਕਰ ਰਹੀਆਂ ਨੇ, ਲੁਧਿਆਣਾ ਦੇ ਅਦਾਲਤੀ ਕੰਪਲੈਕਸ 'ਚ ਜਿਹੜਾ ਧਮਾਕਾ ਹੋਇਆ, ਵੱਖ-ਵੱਖ ਪ੍ਰਤੀਕਰਮ ਜਿਹੜੇ ਆਏ ਆ, ਕਿਵੇਂ ਲੈ ਰਹੇ ਨੇ ਧਮਾਕੇ ਤੋਂ ਬਾਅਦ ਪੰਜਾਬ ਨਾਲ ਜੁੜੇ ਸ਼ੁਭ ਚਿੰਤਕ? ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਦਲਵੀਰ ਜੀ, ਜੇਕਰ ਲੁਧਿਆਣੇ ਦੇ ਅਦਾਲਤੀ ਕੰਪਲੈਕਸ ਦੇ ਧਮਾਕੇ ਦੀ ਰੂਪ ਰੇਖਾ ਤਮਾਮ ਨਜ਼ਰ ਮਾਰ ਗਈ ਜੀ, ਤਾਂ ਜੋ ਮੁੱਢਲੇ ਤੌਰ 'ਤੇ ਇਹ ਗੱਲ ਇਹ ਹੈ ਕਿ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਤੇ ਇੱਕ ਬਾਥਰੂਮ ਦੇ ਵਿੱਚ ਜਿਹੜਾ ਇਹ ਧਮਾਕਾ ਹੋਇਆ ਜੀ। ਜੋ ਇਨਪੁਟਸ ਆ ਰਹੀਆਂ ਨੇ, ਪੁਲਿਸ ਦਾ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਇਹ ਵਿਅਕਤੀ ਉੱਥੇ ਬੰਬ ਲਾਉਣ ਆਇਆ ਸੀਗਾ। ਬਾਥਰੂਮ 'ਚ ਉਹਨੇ ਫਿੱਟ ਕਰ ਰਿਹਾ, ਕਿਉਂਕਿ ਬਾਥਰੂਮ ਦੇ ਵਿੱਚ ਤੁਸੀਂ ਸਿਆਣੇ ਹੋ ਵੀ ਸਮਾਂ ਮਿਲ ਜਾਂਦਾ, ਓਲਾ ਹੁੰਦਾ, ਕੁਝ ਵੀ ਹੈ, ਕਿਉਂਕਿ ਹੋਰ ਕਿਤੇ ਇਹ ਕਿਸੇ ਤਰ੍ਹਾਂ ਦਾ ਉਹਦਾ ਟਾਈਮ ਬੰਬ ਸੀਗਾ, ਨਾ ਕਿ ਹਿਊਮਨ ਬੰਬ ਸੀ ਜੀ। ਇੱਕ ਚੀਜ਼ ਗੱਲ ਕਲੀਅਰ ਹੋ ਰਹੀ ਹੈ ਕਿ ਉਹ ਹਿਊਮਨ ਬੰਬ ਨਹੀਂ ਸੀ, ਟਾਈਮ ਬੰਬ ਸੀ ਜਿਹੜਾ ਉਹ ਫਿੱਟ ਕਰਨ ਆਇਆ ਸੀਗਾ। ਉਹ ਕਿਸ ਤਰ੍ਹਾਂ ਦਾ ਵਿੱਚ ਉਹਦੇ ਸੀ, ਕਿਉਂਕਿ ਅੱਜ ਕੱਲ੍ਹ ਚੱਕਰ ਕੀ ਹੈ ਜੀ, ਟਿਫਨ ਬੰਬ ਹੋਰ ਕੁਛ ਨਹੀਂ, ਉਹ ਕੰਟੇਨਰ ਹੈ ਇੱਕ ਟਿਫਨ, ਉਹਦੇ ਵਿੱਚ ਉਹ ਚੀਜ਼ਾਂ ਪਾਤੀਆਂ, ਟਿਫਨ ਬੰਬ ਦੇ ਨਾਲ ਮਸ਼ਹੂਰ ਹੋ ਗਈਆਂ ਜੀ। ਕਿਤੇ ਪ੍ਰੈਸ਼ਰ ਕੁੱਕਰ ਵਾਲੇ ਬੰਬ ਬਣ ਜਾਂਦੇ ਆ, ਕਿਤੇ ਕਿਹੜੇ ਬੰਬ ਬਣ ਜਾਂਦੇ ਆ, ਕਿਤੇ RDX ਵਾਲੇ ਬੰਬ ਬਣ ਜਾਂਦੇ ਆ। ਹੈ ਤਾਂ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਤਾਂ ਧਮਾਕਾ ਖੇਜ ਸਮੱਗਰੀ ਹੈ ਜਿਹੜੀ ਘਾਤਕ ਸਮੱਗਰੀ ਯੂਜ਼ ਕੀਤੀ ਗਈ ਜੀ। ਹੁਣ ਉੱਥੇ ਉਹਦਾ ਐਡੀ ਟ੍ਰੇਨਿੰਗ ਤਾਂ ਤੁਸੀਂ ਸਿਆਣੇ ਹੋ ਕਿ ਉਹ ਸਮਾਂ ਪਹਿਲਾਂ ਵਾਲਾ ਹੈ ਨਹੀਂ ਕਿ ਉਹ ਬੰਦਾ ਕ੍ਰਾਸ ਬਾਰਡਰ ਕਰਿਆ। ਹਾਂ, ਇੰਨੀ ਗੱਲ ਮੈਂ ਜ਼ਰੂਰ ਕਰ ਸਕਦਾ, ਜੇ ਕ੍ਰਾਸ ਬਾਰਡਰ ਵੀ ਬੰਦਾ ਉਹ ਹੋਇਆ ਜਿਹਦੀ ਹਜੇ ਤੱਕ ਪਹਿਚਾਣ ਸਾਹਮਣੇ ਨਹੀਂ ਆਈ ਹੈ ਵੀ ਜਾਂ ਤਾਂ ਉਹ ਕਸ਼ਮੀਰ ਵਿੱਚੋਂ ਟ੍ਰੇਨਿੰਗ ਲਈ ਹੋਊਗੀ, ਜਾਂ ਤੁਸੀਂ ਵੀ ਸਿਆਣੇ ਹੋ ਨੈਕਸਲਾਈਟ ਏਰੀਆ ਦੇ ਵਿੱਚ ਟ੍ਰੇਨਿੰਗ ਲਈ, ਕਿਉਂਕਿ ਨੈਕਸਲਾਈਟ ਏਰੀਆ ਦੇ ਵਿੱਚ ਵੀ ਬੜੀਆਂ ਧਮਾਕੇ ਹੁੰਦੇ ਨੇ, ਪਰ ਉੱਥੇ ਜ਼ਿਆਦਾ ਜਿਹੜੇ ਧਮਾਕੇ ਹੁੰਦੇ ਮਾਈਨਸ ਦੇ ਜ਼ਰੀਏ ਹੁੰਦੇ ਆ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਅਸਾਮ ਦੇ ਵਿੱਚ, ਮਣੀਪੁਰ ਦੇ ਵਿੱਚ ਜੋ ਫੌਜ ਦੀਆਂ ਗੱਡੀਆਂ ਦੇ ਉੱਤੇ ਧਮਾਕੇ ਹੋਏ, ਉਹ ਮਾਈਨਸ ਦੇ ਜ਼ਰੀਏ ਕਿਤੇ ਗੱਡੀਆਂ ਉਡਾ ਦਿੱਤੀਆਂ ਗਈਆਂ ਜੀ। ਸੋ ਉੱਤੇ ਪ੍ਰੈਸ਼ਰ ਪਿਆ, ਧਮਾਕਾ ਹੋ ਗਿਆ, ਮਾਈਨਸ ਦਾ ਇਹ ਤਰੀਕਾ ਹੈ। ਦੂਜਾ ਫਿਰ ਇੱਕ ਰਿਮੋਟ ਕੰਟਰੋਲ ਦੇ ਜ਼ਰੀਏ, ਅੱਜ ਪਹਿਲਾਂ ਵੀ ਹੁੰਦਾ ਸੀ ਵੀ ਖਿਡੌਣੇ ਵਾਲੇ ਰਿਮੋਟ ਵਰਤੇ ਜਾਂਦੇ ਸੀ, ਉਹ 20-30 ਮੀਟਰ ਦੀ ਦੂਰੀ ਤੇ ਬਹਿ ਕੇ ਬੰਦਾ ਬਲਾਸਟ ਕਰ ਦਿੰਦਾ ਸੀ ਜੀ। ਫਿਰ ਆ ਜਾਂਦੇ ਸੀ ਟਾਈਮਰ ਬੰਬ, ਵੀ ਘੜੀ ਨੁਮਾ ਚੀਜ਼ ਉਹਦੇ ਨਾਲ ਲਾ ਦਿੱਤੀ ਗਈ, ਉਹਦਾ ਟਾਈਮਰ ਜਦੋਂ ਪਹੁੰਚਦਾ ਸੀ, ਜਿਵੇਂ ਆਪਾਂ ਫਿਲਮਾਂ ਹੀ ਦੇਖਦੇ ਹਾਂ, ਤੇ ਉਹ ਜਿੰਨੇ ਮਿੰਟ ਦਾ, 2 ਮਿੰਟ ਦਾ, 3 ਮਿੰਟ ਦਾ ਲਾਇਆ ਜਾਂਦਾ ਸੀ, ਉੱਥੇ ਪਹੁੰਚ ਜਾਂਦਾ ਸੀ, ਉੱਥੇ ਧਮਾਕਾ ਕਰ ਦਿੰਦਾ ਸੀ। ਹੁਣ ਇਹ ਚੀਜ਼ ਤਾਂ ਸਾਹਮਣੇ ਨਹੀਂ ਆਈ ਵੀ ਉਹ ਜਿਹੜਾ ਸੀ ਤਾਂ ਟਾਈਮ ਬੰਬ ਹੀ ਇੱਕ ਤਰ੍ਹਾਂ ਦਾ, ਜਿਹੜਾ ਉਹਨੇ ਆਪਦੇ ਸਮੇਂ ਵਧਾ ਉਹਨੇ ਫਿੱਟ ਕਰਕੇ ਟਾਈਮ ਤੋਂ ਪਹਿਲਾਂ ਫਟ ਗਿਆ, ਉਹ ਲਾਉਂਦਿਆਂ ਹੀ ਫਟ ਗਿਆ ਜੀ। ਐਂਡ ਉਹ ਵਿਅਕਤੀ ਸ਼ੰਕਾ ਜ਼ਾਹਰ ਕੀਤੀ ਜਾਂਦੀ ਕਿ ਫਿੱਟ ਕਰਨ ਵਾਲਾ ਵਿਅਕਤੀ ਜਿਹੜਾ ਮੌਕੇ ਤੇ ਮਾਰਿਆ ਗਿਆ ਜੀ। ਸੋ ਉਹੀ ਹਲਾਕ ਹੋਇਆ, ਹੋਰ ਕੋਈ ਹਲਾਕ ਨਹੀਂ ਹੋਇਆ। 3 ਜਣੇ ਜ਼ਖਮੀ ਹੋਏ ਆ, 3 ਔਰਤਾਂ ਜ਼ਖਮੀ ਨੇ, ਟੋਟਲ 6 ਜਣੇ ਜ਼ਖਮੀ ਹੋਏ ਜੀ। ਹੁਣ ਜੇਕਰ ਇਹਦੀ ਵੈਲੋਸਿਟੀ ਦੇਖੀਏ ਨਾ, ਇੱਕ ਵੈਲੋਸਿਟੀ ਬਹੁਤ ਗੰਭੀਰ ਸੀ। ਦੇਖੋ, ਬਾਥਰੂਮ ਦੀਆਂ ਕੰਧ ਡਿੱਗ ਗਈ, ਪੜਾਕਾ ਤਾਂ ਤਕੜਾ ਸੀ, ਹੇਠਾਂ ਪਾਰਕਿੰਗ ਦੇ ਉੱਤੇ ਗੱਡੀਆਂ ਦੇ ਸ਼ੀਸ਼ੇ ਫੁੱਟ ਗਏ, ਬਿਲਡਿੰਗ ਜਿਹੜੀ ਆ ਉੱਥੇ ਮੇਰੀ ਅਫਸਰਾਂ ਨਾਲ ਗੱਲ ਹੋਈ, ਕਹਿੰਦੇ ਧਮਾਕਾ ਇੰਨਾ ਸੀਗਾ ਕਿ ਬਿਲਡਿੰਗ ਦੇ ਉੱਪਰ ਤੱਕ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਜੀ। ਹੁਣ ਚੀਜ਼ ਕੀ ਹੈ ਕਿ ਅਦਾਲਤੀ ਕੰਪਲੈਕਸ ਦੇ ਵਿੱਚ ਇਹ ਘਟਨਾ ਕੋਈ ਨਵੀਂ ਨਹੀਂ ਹੈ। ਜੇਕਰ ਆਪਾਂ ਤੁਸੀਂ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ ਸੀ, ਤਾਂ ਦਿੱਲੀ ਦੇ ਵਿੱਚ ਵਕੀਲਾਂ ਦੇ ਪੇਸ਼ ਦੇ ਵਿੱਚ ਗੈਂਗਵਾਰ ਅੰਦਰ ਬੜੇ, ਪੁਲਿਸ ਨੇ ਉੱਥੇ ਮੌਕੇ ਤੇ ਸੀ ਤਾਂ ਉਹ ਬੰਦੇ ਮਾਰ ਦਿੱਤੇ ਗਏ ਜੀ। ਹੁਣ ਕਿੰਤੂ ਪਰੰਤੂ ਕਰਨ ਵਾਲੇ ਤਾਂ ਕਹਿੰਦੇ ਜੀ ਉੱਥੇ ਸੁਰੱਖਿਆ ਪ੍ਰਬੰਧ ਨਹੀਂ ਸੀ। ਹੁਣ ਜੇਕਰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਕੋਈ ਪਿਸਤੌਲ ਲੈ ਕੇ ਅੰਦਰ ਬੰਦਾ ਵੜ ਗਿਆ, ਤਾਂ ਪਿਸਤੌਲ ਵੀ ਤਾਂ ਇੱਕ ਮੈਟਰ ਡਾਇਰੈਕਟਰ ਦੇ ਵਿੱਚ ਦੀ ਲੰਘਣਾ ਹੈ ਜੀ। ਤੇ ਹੁਣ ਤੁਸੀਂ ਵੀ ਸਿਆਣੇ ਹੋ ਕਿ ਕੋਈ 24 ਘੰਟੇ ਚੌਕਸ ਤਾਂ ਰਹਿ ਨਹੀਂ ਸਕਦਾ ਗਾ। ਜੇਕਰ ਇਹ ਇੱਕ ਸੁਰੱਖਿਆ ਨਾਲ ਜੁੜੇ ਹੋਏ ਜਿਹੜੇ ਵਿਅਕਤੀ ਨੇ, ਜਿਹੜੇ ਸੁਰੱਖਿਆ ਏਜੰਸੀਆਂ 'ਚ ਕੰਮ ਕਰਦੇ ਨੇ, ਕਹਿੰਦੇ ਵਰਲਡ ਦੇ ਵਿੱਚ ਕੋਈ ਫੂਲ ਪ੍ਰੂਫ ਜਿਹੜੀ ਹੈ ਸਿਕਿਉਰਿਟੀ ਕੋਈ ਵੀ ਨਹੀਂ ਹੈ। ਜੇਕਰ ਐਡੀ ਸਿਕਿਉਰਿਟੀ ਹੁੰਦੀ ਤਾਂ 9/11 ਨਾ ਹੁੰਦਾ, ਬਿਲਕੁਲ ਸਹੀ, ਜਾਂ ਨਿਊਯਾਰਕ ਵਾਲਾ ਜਿਹੜਾ ਹੈਗਾ ਉਹ ਨਾ ਹੁੰਦਾ, ਬੜੇ ਕਾਂਡ ਨਾ ਹੁੰਦੇ। ਤੁਸੀਂ ਦੇਖਿਆ ਕਿ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਮਾਰੇ ਗਏ।
ਕਿਉਂਕਿ ਜਿਹੜੇ ਬੰਦੇ ਨੇ, ਮੈਂ ਬੜੇ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਦੋਂ ਖੇਡ ਵੀ ਖੇਡਦੇ, ਜਿਹਦੇ ਹੱਥ 'ਚ ਬਾਲ ਆ ਜਾਂਦੀ ਹੈ ਤੇ ਉਹ ਛੇਤੀ ਕੀਤੇ ਉਹ ਕੱਲਾ ਜਾਣਾ ਹੁੰਦਾ ਤੇ ਉਹਨੂੰ ਫੜਨ ਵਾਲੇ ਘੇਰਨ ਵਾਲੇ ਕਿੰਨੇ ਹੁੰਦੇ ਤੇ ਫਿਰ ਵੀ ਉਹ ਪਾਸ ਵੀ ਕਰ ਜਾਂਦਾ ਤੇ ਗੋਲ ਵੀ ਕਰ ਜਾਂਦਾ, ਕਿਉਂਕਿ ਉਹਦੇ ਹੱਥ 'ਚ ਹੁੰਦੀ ਆ, ਉਹ ਦੂਜੇ ਡਿਫੈਂਸਿਵ ਹੁੰਦਾ, ਦੂਜੇ ਓਫੈਂਸਿਵ ਹੁੰਦੇ ਨੇ ਜੀ। ਸੋ ਇਹ ਚੀਜ਼ਾਂ ਜਿਹੜੀਆਂ ਹੋਈਆਂ। ਸੋ ਇਸ ਤੋਂ ਪਹਿਲਾਂ ਜੇਕਰ ਤਾਜ਼ਾ ਤਰੀਨ ਜਿਹੜੀ ਘਟਨਾ ਵਾਪਰੀ ਸੀਗੀ, ਜਿਹਦਾ ਹਜੇ ਤੱਕ ਥੋ ਪਤਾ, ਜਿਹੜਾ ਸਾਡੀ ਕੱਲ ਵੀ ਰੇਡੀਓ ਪੰਜਾਬ ਟੂਡੇ ਤੇ ਅਸੀਂ ਡਿਸਕਸ ਕੀਤਾ ਸੀ ਇਹਨੂੰ, ਉਹ ਸੀਗਾ ਮੌੜ ਬੰਬ ਧਮਾਕਾ ਜੀ। ਹੁਣ ਮੌੜ ਬੰਬ ਧਮਾਕਾ, ਇਸ ਧਮਾਕੇ ਨੇ ਜਿਉਂਦਾ ਕਰ ਦਿੱਤਾ ਮੁੜ ਤੋਂ, ਕਿਉਂਕਿ ਹੁਣ ਉਹ 'ਤੇ ਰਿਪੋਰਟਾਂ ਹੋਣਗੀਆਂ। ਉਹ ਇਲੈਕਸ਼ਨਾਂ ਦੇ ਦਰਮਿਆਨ ਹੋਇਆ ਸੀਗਾ, ਅੱਜ ਤੋਂ ਕੋਈ ਬਾਹਲੀ ਗੱਲ ਨਹੀਂ ਤਾਂ ਮਹੀਨਾ ਮਗਰੋਂ ਲਾ ਲਓ। ਸੋ ਇੱਥੋਂ ਸੀਗਾ। ਸੋ ਅਕਸਰ ਜਿਹੜੇ ਸਾਡੀ ਉਮਰ ਦੇ ਜਿਹੜੇ ਲੋਕ ਨੇ 50 ਸਾਲ ਪਲੱਸ ਜਾਂ 45 ਸਾਲ ਦੇ ਵੀ ਲਾ ਲਓ, ਉਦੋਂ ਛੋਟੇ ਨਹੀਂ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਸੰਪਾਦਕੀ ਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਹੈ, ਮੈਂ ਉਹਨੂੰ ਵੀ ਆਧਾਰ ਬਣਾਉਣਾ ਹੈ, ਕਿਉਂਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਜਿਹੜੇ ਨੇ ਸਾਬਕਾ ਪੁਲਿਸ ਅਧਿਕਾਰੀ ਹੈ ਜੀ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਇੰਸਰਜੈਂਸੀ ਦੇ ਵਿੱਚ ਵੀ ਬੜਾ ਕੰਮ ਕੀਤਾ ਗਿਆ। ਅਥੈਂਟਿਕ ਉਹਨਾਂ ਦੀ ਰਿਪੋਰਟਿੰਗ ਅੱਛੀ, ਇੱਕ ਪੁਲਿਸ ਅਧਿਕਾਰੀ ਵੀ ਹੈ, ਪੱਤਰਕਾਰ ਵੀ ਹੈ, ਲੇਖਕ ਵੀ ਹੈ, ਤਾਂ ਉਹ ਬੜੇ ਖੁੱਲੇ ਨਜ਼ਰੀਏ ਦੇ ਨਾਲ ਉਹਨੂੰ ਲਿਖਿਆ ਉਹਨਾਂ ਨੇ ਜੀ। ਸੋ ਉਹ ਕਹਿੰਦੇ ਆ ਕਿ ਜਿਹੜੇ ਜ਼ਿਆਦਾ 45 ਤੋਂ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀ ਹੈ ਨਾ, ਇਹਨਾਂ ਘਟਨਾਵਾਂ ਨੂੰ ਵੱਖਰੀ ਨਜ਼ਰ ਨਾਲ ਦੇਖਦੇ ਨੇ ਜੀ, ਕਿਉਂਕਿ ਉਹ 1980 ਵਿੱਚ ਪੰਜਾਬ ਦੇ ਸੰਤਾਪ ਚੋਂ ਗੁਜ਼ਰੇ। ਉਹਨਾਂ ਨੇ ਸੂਬੇ ਤੇ ਇੱਥੋਂ ਦੇ ਵਾਸੀਆਂ ਨੂੰ ਅਕਹਿ ਦੁੱਖ ਭੋਗਦੇ ਦੇਖਿਆ ਜੀ। 1980 ਦੇ ਸ਼ੁਰੂ ਵਿੱਚ ਧਾਰਮਿਕ ਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਜੀ। ਪੰਜਾਬ ਵਿੱਚ ਲੋਕ ਮਨ 'ਚ ਇਹ ਪ੍ਰਭਾਵ ਬਣ ਰਿਹਾ ਕਿ ਇਹ ਘਟਨਾਵਾਂ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹਨ ਜੀ। ਸੋ ਸੂਬੇ ਦੇ ਅਮਨ ਚੈਨ ਨੂੰ ਭੰਗ ਕਰਨ ਲਈ ਘੜੀ ਗਈ ਹੈ ਜੀ। ਸੋ ਇਹੀ ਇੱਕ ਇਹਦਾ ਨੱਟ ਸ਼ੈਲ ਇਹ ਹੈ ਕਿ 1980 ਦੇ ਵਿੱਚ ਵੀ ਚੋਣਾਂ ਸੀ, ਉਦੋਂ ਵੀ ਇਹੀ ਗੱਲ ਕੀਤੀ ਗਈ ਤੇ ਹੁਣ ਵੀ ਚੋਣਾਂ ਤੇ ਉਹ ਵੀ ਇਹੀ ਗੱਲ ਕੀਤੀ ਗਈ। ਇਸ ਤੋਂ ਇਲਾਵਾ ਤੁਸੀਂ ਨੋਟ ਕਰੋ ਕਿ NDTV ਨੇ ਹੀ ਉਹ ਚੀਜ਼ ਦਿਖਾਈ ਹੈ ਕਿ ਯੂਪੀ ਦੇ ਵਿੱਚ ਜੀ, ਮੈਂ ਹਿੰਦੂ ਨਹੀਂ ਕਹਾਂਗਾ, ਜਿਵੇਂ ਆਪਾਂ ਸਿੱਖ ਹਾਂ, ਹਿੰਦੂ ਸਾਰੇ ਕੱਟੜਪੰਥੀ ਨਹੀਂ ਹੈ, ਪਰ ਹਿੰਦੂਤਵ ਦੇ ਜਿਹੜੇ ਕਹਿੰਦੇ ਆ ਕਿ ਸਿਪਾ ਸਲਾਰ ਘੁੰਮਦੇ ਨੇ, ਕੱਟੜਪੰਥੀ ਲੋਕ ਆ, ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਕਿ ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ, ਈਸਾਈਆਂ ਨੂੰ ਕ੍ਰਿਸਮਸ ਨਹੀਂ ਮਨਾਉਣ ਦੇਵਾਂਗੇ, ਮੁਸਲਮਾਨਾਂ ਨੂੰ ਧਾਰਮਿਕ ਉਹਨਾਂ ਦੀਆਂ ਰਹੁ ਰੀਤਾਂ ਨਹੀਂ ਕਰਨ ਦੇਵਾਂਗੇ, ਕਿ ਜੀ ਕਰਦੇ ਕਰਾਉਂਦੇ ਹੌਲੀ ਹੌਲੀ ਸਿੱਖਾਂ ਤੱਕ ਵੀ ਆ ਗਏ। ਸੋ ਇਹ ਚੀਜ਼ ਇੱਕ ਜਿਹੜੀ ਨਜ਼ਰ ਆਉਂਦੀ ਹੈ ਜੀ, ਤਾਂ ਜਿੱਥੇ ਕਿਸੇ ਵੀ ਦੇਸ਼ ਦੇ ਵਿੱਚ ਧਾਰਮਿਕ ਕੱਟੜਪੰਥੀ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਉੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਬਹੁਤ ਜਲਦੀ ਲੜਾਇਆ ਜਾ ਸਕਦਾ। ਕੱਲ੍ਹ ਇਹ ਘਟਨਾ ਹੁੰਦੀ ਹੈ, ਪਰਸੋਂ ਕੀ ਹੁੰਦਾ ਜੀ, ਉਸੇ ਕੰਪਲੈਕਸ ਦੇ ਨੇੜੇ ਹਿੰਦੂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਨਜ਼ਰ ਆਉਂਦੀ ਹੈ। ਬਿਲਕੁਲ। ਹੁਣ ਚੀਜ਼ ਕੀ ਹੈ, ਆਪਣੇ ਬਠਿੰਡੇ ਦੇ ਵਿੱਚ ਇੱਕ ਪਾਵਰ ਹਾਊਸ ਰੋਡ ਹੈ, ਇੱਥੇ ਇੱਕ ਪਿੱਪਲ ਹੈ ਜੀ, ਪਿੱਪਲ ਦੇ ਥੱਲੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਐਵੇਂ ਹੀ ਸਿੱਟੀਆਂ ਪਈਆਂ, ਕਿਉਂਕਿ ਇਸ ਚੀਜ਼ ਨੂੰ ਪਤਾ ਨਹੀਂ, ਇਹ ਮੰਨਦੇ ਨਹੀਂ। ਮੈਂ ਲਾਸਟ ਈਅਰ ਵੀਡੀਓ ਵੀ ਮੈਂ ਪਾਈ, ਮੈਂ ਬੰਦੇ ਵੀ ਉੱਥੇ ਜਿਹੜੇ ਹਿੰਦੂ ਜਥੇਬੰਦੀਆਂ ਦੀ ਉਹ ਸੱਦੇ ਪਾਈ, ਇਹਨਾਂ ਨੂੰ ਚੁਕਵਾ ਦਿਓ। ਉਹਨਾਂ ਨੇ ਕੋਈ ਉਕਤਾ ਨਹੀਂ ਕੀਤਾ ਜੀ, ਡਿਨਾਈ ਜੇ ਕਰਤੀ ਗੱਲ ਵੀ ਜੇ ਉਹ ਉੱਥੇ ਮੇਰੇ ਕੋਲ ਪ੍ਰੂਫ ਹੈ, ਕੱਲ੍ਹ ਨੂੰ ਉੱਥੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਮੈਂ ਇਹ ਚੀਜ਼ ਠੋਕ ਕੇ ਕਹਿ ਸਕਦਾ ਵੀ ਇਹ ਲੋਕਾਂ ਨੂੰ ਪਹਿਲਾਂ ਕਿਹਾ ਸੀਗਾ, ਪਹਿਲਾਂ ਪਰਚਾ ਇਹਨਾਂ ਤੇ ਦਿਓ। ਬਿਲਕੁਲ, ਜਿਨ੍ਹਾਂ ਦੀ ਜਾਣਕਾਰੀ ਸੰਭਾਲਿਆ। ਬਿਲਕੁਲ, ਜਦੋਂ ਇਹਨਾਂ ਦੇ ਨੋਟਿਸ 'ਚ ਆਇਆ ਤੇ ਉੱਥੇ ਅਵਾਰਾ ਜਿਹੜੀ ਆ ਵੀ ਥਾਂ ਦੇ ਉੱਤੇ, ਬੇਬਾਦ ਥਾਂ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਸਿੱਟੀਆਂ ਹੈ। ਐਂਡ ਉਹ ਬੰਦਾ ਜਿਹੜਾ ਉੱਥੇ ਕੋਲੇ ਬੈਠਾ ਹੈ, ਉਹ ਬੰਦਾ ਵੀ ਜਿਹੜਾ ਹੈਗਾ ਉਹ ਮੈਂਟਲੀ ਰਿਟਾਰਡਡ, ਗੰਦਾ ਜੀ, ਨਹਾਤਾ ਧੋਤਾ ਨਹੀਂ, ਉਹਨੂੰ ਉੱਥੇ ਉਠਾ ਕੇ ਪਾਸੇ ਕਰਤਾ। ਜੋ ਲੀਰ ਪੁੱਲੜ ਤੱਪੜ ਸੀ ਉਹਨੂੰ ਅੱਗ ਲਾਤੀ, ਝਾੜੂ ਮਾਰਤਾ ਤੇ ਮੂਰਤੀਆਂ ਉੱਥੇ ਹੀ ਛੱਡ ਗਈ। ਜਾਂ ਤਾਂ ਉਹਨਾਂ ਦੇ ਇਹ ਹੋਊਗਾ ਵੀ ਇੱਥੇ ਹੌਲੀ ਹੌਲੀ ਮੰਦਿਰ ਬਣ ਜਾਊਗਾ, ਪਿੱਪਲ ਹੈ, ਲੋਕ ਪੂਜਣ ਲੱਗ ਪੈਣਗੇ, ਧਾਰਮਿਕ ਸਥਾਨ ਬਣ ਜਾਊਗਾ, ਇਹ ਪਾਰਕ ਆ ਜਿਹੜਾ ਚਲੋ ਧਾਰਮਿਕ ਸਥਾਨ 'ਚ ਕਨਵਰਟ ਹੋ ਜਾਊਗਾ ਜੀ। ਪਰ ਗੱਲ ਇਹ ਆਉਂਦੀ ਆ ਕਿ ਜਿਵੇਂ ਮੈਂ ਗੱਲ ਇਹ ਕੀਤੀ ਸੀ ਨਾ ਵੀ 1980 ਦੇ ਵਿੱਚ ਤਾਂ ਬਾਰਡਰ ਦੇ ਉੱਤੇ ਤਾਰ ਨਹੀਂ ਸੀ ਜੀ, ਬਾਰਡਰ ਬਹੁਤ ਲੰਮਾ ਹੈ, ਲੰਘਣਾ ਟੱਪਣਾ ਬੜਾ ਸੌਖਾ ਸੀ। ਹੁਣ ਬਾਰਡਰ ਟੱਪਣਾ ਜਿਹੜਾ ਹਿਊਮਨ ਬੰਦੇ ਲਈ, ਹਿਊਮਨ ਪਰਸਨ ਦੇ ਲਈ ਜਾਂ ਇੱਕ ਇਨਸਾਨ ਦੇ ਲਈ ਬੜਾ ਮੁਸ਼ਕਲ ਹੈ, ਨਾਮੁਮਕਿਨ ਦਾ ਨਹੀਂ। ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਫੂਲ ਪ੍ਰੂਫ ਕੋਈ ਗੱਲ ਨਹੀਂ, ਜਿਹਨੇ ਲੰਘਣਾ ਹੇਠੋਂ ਦੀ ਲੰਘ ਜਾਣਾ, ਐਡਾ ਲੰਮਾ ਹੈ। ਹੁਣ ਧੁੰਦਾਂ ਸ਼ੁਰੂ ਹੋ ਗਈਆਂ, ਬੰਦੇ ਨੂੰ ਬੰਦੇ ਦਾ ਹੱਥ ਨਹੀਂ ਦੀਂਦਾ, ਲੰਘ ਸਕਦਾ, ਪਰ ਇਹਨਾਂ ਕੋਲੇ ਬੜੇ ਕੈਮਰੇ ਨੇ, ਸਾਰਾ ਕੁਛ ਆ। ਇੱਕ ਹੁਣ ਪਿੱਛੇ ਜੇ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ, ਉਹ ਕੈਮਰੇ ਦੇ ਵਿੱਚ ਕੈਦ ਹੋ ਗਈ, ਕਲੈਰਿਟੀ ਤਾਂ ਨਹੀਂ ਸੀ। ਦਿਨ ਦਿਹਾੜੇ ਹੀ ਬੰਦਾ ਹੈਰੋਇਨ ਦੇ 6 ਪੈਕਟ ਸਿੱਟ ਗਿਆ ਆ ਕੇ ਉੱਧਰੋਂ,
ਨੋ ਮੈਨਸ ਲੈਂਡ ਕਾਫੀ ਏਰੀਆ ਜਿਹੜਾ ਨੋ ਹੈਗਾ। ਮੈਨਸ ਲੈਂਡ ਨਹੀਂ ਜੀ ਉਹ, ਨੋ ਤੁਹਾਨੂੰ ਨੋ ਮੈਨਸ ਲੈਂਡ ਦਾ ਕਨਸੈਪਟ ਵੀ ਕਲੀਅਰ ਕਰਦਾ ਜੀ। ਉਹ ਜਿਹੜੀ ਤਾਰਾਂ ਤੋਂ ਪਾਰ ਤੁਹਾਡੀ ਜ਼ਮੀਨ ਹੈ ਜੀ। ਜਿਹੜੀ, ਕਿਉਂਕਿ ਤਾਰ ਤਾਂ ਤੁਸੀਂ ਇੰਟਰਨੈਸ਼ਨਲ ਜਿਹੜੇ ਲਾਜ਼ ਨੇ ਉਹਦੇ ਮੁਤਾਬਕ ਬਾਰਡਰ ਦੇ ਉੱਤੇ ਨਹੀਂ ਲਾ ਸਕਦੇ ਜੀ, ਪਰ ਉਹ ਥੋੜੀ ਜਿਹੀ ਪਿੱਛੇ ਹਟਵੀਂ ਲਾਈ ਗਈ ਹੈ, ਕਿਤੇ ਅੱਧਾ ਕਿਲੋਮੀਟਰ ਹੈ, ਕਿਤੇ 2 ਕਿੱਲੇ ਆ, 5 ਕਿੱਲੇ ਆ, ਕਈ ਥਾਵਾਂ ਤੇ 6 ਕਿਲੋਮੀਟਰ ਵੀ ਪਿੱਛੇ ਲੱਗੀ ਜੀ, ਕਿਉਂਕਿ ਤਾਰ ਐਂ ਵਲ ਕੇ ਜਾਂਦੀ ਹੈ, ਸੱਪ ਵਾਂਗੂ ਤਾਂ ਉਹ ਅੱਗੇ ਪਿੱਛੇ ਦੀ ਥਾਂ ਦੇ ਉੱਤੇ ਉਹ ਉਹਨੂੰ ਕਰ ਦਿੰਦੇ ਆ ਜੀ। ਉਹ ਬੰਦਾ ਉੱਥੇ ਆਉਂਦਾ। ਸੋ ਪਾਕਿਸਤਾਨ ਵਾਲੇ ਪਾਸਿਓਂ ਜੇਕਰ ਸਿੱਧੀ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਡਰੋਨਸ ਰਾਹੀਂ ਜੀ ਇੱਥੇ ਅਸਲਾ ਆ ਗਿਆ, ਡਰੋਨ ਰਾਹੀਂ ਇਹ ਆ ਗਿਆ, ਮੈਂ ਇੱਕ ਚੀਜ਼ ਮੇਰੇ ਮਨ ਦੇ ਵਿੱਚ ਨਾ ਡਰੋਨ ਵਾਲੀ ਘਟਨਾ ਜੀ ਜਿਹੜੀ ਆ ਉਹ ਮੈਨੂੰ ਜੱਚਦੀ ਜੀ ਨਹੀਂ। ਬਿਲਕੁਲ। ਕਿਉਂਕਿ ਦੇਖੋ ਸਾਡੇ ਰਡਾਰ ਬੜੇ ਤਕੜੇ ਨੇ, ਜਦੋਂ ਕੋਈ ਵੀ ਡਰੋਨ ਇੱਥੇ ਆਉਂਦਾ ਜਾਂ ਹਵਾਈ ਜਹਾਜ਼ ਵੀ ਆਉਂਦਾ ਤਾਂ ਉਹ ਸਾਡੇ ਰਡਾਰ ਦੇ ਵਿੱਚ ਕੈਪਚਰ ਹੁੰਦਾ। ਬਿਲਕੁਲ ਸਹੀ ਕਿਹਾ। ਠੀਕ ਹੈ। ਫਿਰ ਜੇਕਰ ਇੱਕ ਬੰਦਾ ਉੱਥੋਂ ਰਾਤ ਨੂੰ ਉੱਥੇ CCTV ਕੈਮਰੇ ਲੱਗੇ ਨੇ, ਰਿਕਾਰਡਿੰਗ ਹੁੰਦੀ ਹੈ, ਹਾਈ ਐਫੀਸ਼ੈਂਸੀ ਕੈਮਰਾਜ਼ ਨੇ, ਇੱਕ ਚੂਹਾ ਵੀ ਰਾਤ ਨੂੰ ਫੜ ਲੈਂਦੇ ਹੋ, ਐਡੀ ਮਤਲਬ ਕਿ ਇਹਨਾਂ ਦੀ ਸੂਖਮ ਜੀ ਨਿਗਾਹ ਹੈਗੀ ਆ। ਸੋ ਉਸ ਚੀਜ਼ ਨੂੰ ਜੇਕਰ ਆਪਾਂ ਮੱਦੇ ਨਜ਼ਰ ਦੇਖੀਏ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਕੋਈ ਇਹੋ ਜਿਹੀ ਚਾਲ ਹੈ ਕਿ ਜਿਹੜੇ ਬੰਦਾ ਇੱਥੇ ਉਨਾ ਕੁ ਟ੍ਰੇਨ ਕਰਤਾ ਕਿ ਭਾਈ ਤੂੰ ਇੱਥੇ ਇੰਨੀ ਕੁ ਅੱਗ ਲਾਇਆ, ਬਾਕੀ ਅਸੀਂ ਸੰਭਾਲ ਲਾਂਗੇ। ਪਹਿਲਾ ਸਟੈਪ ਹੈ ਪੰਜਾਬ ਨੂੰ ਅੱਗ ਲਾਉਣ ਦਾ। ਜੀ। ਹੁਣ ਪੰਜਾਬ ਨੂੰ ਅੱਗ ਤਾਂ ਕਿਸੇ ਪਾਸੋਂ ਹੀ ਲਾਈ ਜਾ ਸਕਦੀ ਹੈ, ਕਿਉਂਕਿ ਮੈਂ ਇਸ ਚੀਜ਼ ਨੂੰ ਅੱਜ ਵੀ ਦੁਹਰਾਉਣਾ ਹੈ, ਅੱਗੇ ਵੀ ਦੁਹਰਾਉਂਦਾ ਰਹੂੰਗਾ, ਪਹਿਲਾਂ ਵੀ ਦੁਹਰਾਉਂਦਾ ਰਿਹਾ ਕਿ ਜਦੋਂ ਦਾ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਿਆ ਸੀ ਤੇ ਪੰਜਾਬ ਨੇ ਖਾਸ ਕਰਕੇ ਸਿੱਖਾਂ ਨੇ ਆਪਣੀ ਦਸਤਾਰ ਦੀ ਜਿਹੜੀ ਹੈ ਸ਼ਾਨ ਬਹਾਲੀ ਕਰ ਲਈ ਸੀਗੀ ਜੀ, ਤੇ ਇਹਦੀ ਸ਼ਾਨ ਬਹਾਲੀ ਦੇ ਨਾਲ ਨਾਲ ਸਾਰੇ ਭਾਰਤ ਦਾ ਕਿਸਾਨ ਜਾਗ ਪਿਆ ਸੀ ਤੇ ਲੋਕ ਆਪ ਮੁਹਾਰੇ, ਸਿੰਘੂ, ਟੀਕਰੀ, ਗਾਜੀਪੁਰ, ਪਲਵਲ ਸਾਰੇ ਥਾਵਾਂ ਦੇ ਉੱਤੇ ਸੇਵਾ ਲਈ ਪਹੁੰਚ ਰਹੇ ਸੀ। ਬਰਾੜ ਸਾਹਿਬ ਉਸ ਦਿਨ ਮੇਰਾ ਮੱਥਾ ਠਣਕ ਗਿਆ ਸੀ ਜੀ, ਵੀ ਕੋਈ ਨਾ ਕੋਈ ਇਹੀ ਜੀ ਤਾਕਤ ਜ਼ਰੂਰ ਦੇਖੋ ਹਜਮ ਨਹੀਂ ਆਉਂਦੀ ਇਹ। ਬਿਲਕੁਲ। ਕਿਉਂਕਿ ਜੇ ਆਪਾਂ ਸਰਕਾਰ ਦੀ ਗੱਲ ਨਾ ਕਰੀਏ ਤਾਂ ਸਰਕਾਰ ਦੇ ਕਈ ਚਾਹੁਣ ਵਾਲੇ ਵਿਅਕਤੀ ਵੀ ਹੈਗੇ ਉਹਨਾਂ ਪਾਰਟੀਆਂ ਦੇ ਜਿਹੜੇ ਨਹੀਂ ਚਾਹੁੰਦੇ ਕਿ ਜੇ ਸ਼ਾਂਤੀ ਰਹੇ। ਭਗਤ ਪੈਦਾ ਕੀਤੇ ਸੀ ਜੀ। ਭਗਤ ਜਦੋਂ ਪੋਲੀਟੀਕਲ ਪਾਰਟੀਆਂ ਦੇ ਪੈਦਾ ਹੋ ਜਾਣ ਉਦੋਂ ਦੇਸ਼ ਲਈ ਖਤਰਨਾਕ ਹੁੰਦੇ ਨੇ। ਬਿਲਕੁਲ ਜੀ। ਉਹ ਜਿਹੜੇ ਭਗਤ ਸੀ ਨਾ ਫਿਰ ਉਹਨਾਂ ਨੂੰ ਚੁਭਣ ਲੱਗ ਪਏ ਸੀ ਇਹ ਜਿਹੜੇ ਅੰਦੋਲਨ। ਉਹ ਅੰਧ ਭਗਤ ਉਹਨਾਂ ਦਾ ਨਾ ਅੰਧ ਭਗਤ ਵੀ ਉਹਨਾਂ ਦੇ ਅੱਜ ਵੀ ਨਾ ਜੀ ਸ਼ਬਦਾਂ ਦੇ ਵਿੱਚ ਜ਼ਹਿਰ ਦਾ ਪਤਾ ਲੱਗਦਾ ਹੈ। ਇੱਕ ਬੜੀ ਇੰਟਰਸਟਿੰਗ ਦੀ ਮੈਂ ਗੱਲ ਦੱਸਦਾ ਕਿ ਅੱਜ ਰਿਲਾਇੰਸ ਮਾਰਟ ਹੈਗਾ ਬਠਿੰਡੇ, ਸਵੇਰੇ ਬੜੀ ਭੀੜ ਜਿਹੜੀ ਆ ਉਹ 10 ਰੁਪਏ ਮੂੰਗੀ ਦੀ ਦਾਲ ਉਹਨਾਂ ਨੇ ਸਸਤੀ ਕਾਹਦੀ ਕਰਤੀ ਕਿ ਭੀੜ ਜੁੜ ਗਈ ਜੀ। ਇਹ ਇਕੱਲਾ ਰਿਲਾਇੰਸ ਮਾਰਟ ਨਹੀਂ, ਇੱਥੇ ਹੋਰ ਵੀ ਬੜੇ ਨੇ। 2 ਰੁਪਏ ਕਿਲੋ ਆਲੂ ਕਰ ਦਿੰਦੇ ਆ, ਰੁਪਏ ਕਿਲੋ ਆਲੂ ਜਿਹੜੇ ਕਰ ਭੀੜ ਦਿੰਦੇ ਆ, ਜਟਾਉਣ ਦੇ ਮਾਹਰ ਹੋਰ ਵਿੱਚ ਉਹਨਾਂ ਤੇ ਲੋਕ ਆਏ ਪੈ ਜਾਂਦੇ ਆ ਕਿ 15 ਮਿੰਟਾਂ 'ਚ ਲੀੜੇ ਪਾੜਨ ਵਾਲਾ ਕੰਮ ਕਿਤੇ ਖਾਲੀ ਕਰ ਦਿੰਦੇ। ਜੀ। ਹੁਣ ਇੱਕ ਵਿਅਕਤੀ, ਮੈਂ ਉਹ ਤੇ ਕੀ ਲਿਖਿਆ ਕਿ ਅਸੀਂ ਨਿਜ਼ਾਮ ਬਦਲਣ ਦੀ ਗੱਲ ਕਰਦੇ ਹਾਂ ਤੇ ਇਹ ਹਾਲਾਤਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਨਿਜ਼ਾਮ ਬਦਲ ਸਕਦੇ ਹਾਂ ਕਿ 10 ਰੁਪਏ ਕਿਲੋ ਦਾਲ ਹੋਈ ਸਸਤੀ ਤਾਂ ਅਸੀਂ ਉੱਥੇ ਪਹੁੰਚ ਗਏ ਜੀ, ਵੀ ਸਾਡੇ ਸੰਜਮ ਨਹੀਂ ਹੈ। ਹੁਣ ਇੱਕ ਵਿਅਕਤੀ ਜਿਹੜਾ ਭਗਤ ਹੈ ਉਹ ਉੱਥੇ ਕੀ ਲਿਖਦਾ ਜੀ, ਕਹਿੰਦਾ ਇਹ ਉਹ ਬੰਦੇ ਨੇ ਜਿਹੜੇ ਅੱਜ ਤੋਂ 1 ਮਹੀਨਾ ਪਹਿਲਾਂ ਇਹ ਕਹਿੰਦੇ ਸੀ ਜਿਨ੍ਹਾਂ ਨੂੰ ਅੰਬਾਨੀ ਅਦਾਨੀ ਹੋਰਾਂ ਨਾਲ ਨਫ਼ਰਤ ਸੀ, ਅੱਜ ਉਹਦੇ ਵੱਲੋਂ 10 ਰੁਪਏ ਕੀਤੀ ਦਾਲ ਸਸਤੀ ਨੂੰ ਜਿਹੜਾ ਇਹ ਕਿਵੇਂ ਜਿਹੜੇ ਆ ਕਿ ਆਪਣੀ ਜ਼ਮੀਰ ਵੇਚ ਕੇ ਉੱਥੇ ਖੜੇ ਨੇ। ਕਹਿਣ ਤੋਂ ਭਾਵ ਜ਼ਹਿਰ ਬੋਲ ਰਿਹਾ, ਜ਼ਹਿਰ ਉਗਲ ਰਿਹਾ ਸੀ। ਹੁਣ ਤੁਸੀਂ ਦੋਹਾਂ ਗੱਲਾਂ ਸਮਝ ਗਏ, ਤਸਵੀਰ ਇੱਕੋ ਆ ਜੀ, ਮਸਲਾ ਵੀ ਇੱਕੋ ਆ, ਪਰ ਗੱਲ ਕਹਿਣ ਦਾ ਕਿਤੇ ਨਾ ਕਿਤੇ ਉਹ ਚੁੱਭ ਰਹੀ ਹੈ ਕਿ ਅਦਾਨੀਆਂ ਅੰਬਾਨੀਆਂ ਦੀ ਜਿਹੜੀ ਹੈ ਨਾ, ਉਹਨਾਂ ਨੂੰ ਅੱਜ ਅਦਾਨੀ ਅੰਬਾਨੀ ਵੀ ਆਪਦੇ ਲੱਗਣ ਲੱਗ ਪਏ ਜੀ, ਵੀ ਉਹਨਾਂ ਦੇ ਵੀ ਜਿਹੜਾ ਤੁਸੀਂ ਗੱਲ ਕੀਤੀ ਉਹਨਾਂ ਦੀਆਂ ਮਾਲਾਂ ਵੀ ਜਿਹੜੀਆਂ ਬੰਦ ਕਰਾਂਗੇ ਉਹ ਸਾਨੂੰ ਚੁੱਭਦੀਆਂ ਵੀ ਸਾਡੀ ਪੋਲੀਟੀਕਲ ਪਾਰਟੀ ਦਾ ਤਾਂ ਫੈਸਲਾ ਜਿਹੜਾ ਤੁਸੀਂ ਵਾਪਸ ਕਰਾਓ ਤਾਂ ਸਾਨੂੰ ਜ਼ਿੰਦਗੀ ਭਰ ਚੁਭੂਗਾ ਹੀ ਚੁਭੂਗਾ, ਕਿਉਂਕਿ 7 ਵਚਨ ਕਰਕੇ ਸਾਰੇ ਫੈਸਲੇ ਜਿਹੜੇ ਮੰਨੇ ਆ। ਸੋ ਕਹਿਣ ਤੋਂ ਬਾਅਦ ਜਿਹੜੇ ਅੰਧ ਭਗਤ ਹੁੰਦੇ ਆ, ਅੰਨੇ ਭਗਤ ਹੁੰਦੇ ਆ, ਇਹ ਜਿਹੜੇ ਆ ਨਾ ਇਹ ਬੜੇ ਖਤਰਨਾਕ ਹੁੰਦੇ। ਸੋ ਇਹਨਾਂ ਨੂੰ, ਇਹੋ ਜਿਹੇ ਵਿਅਕਤੀਆਂ ਨੂੰ ਭਾਵੇਂ ਕਿਸੇ ਪੋਲੀਟੀਕਲ ਪਾਰਟੀ ਦੇ ਤੇ ਕਿਸੇ ਕੰਮ ਲਈ ਵੀ ਵਰਤਿਆ ਜਾ ਸਕਦਾ ਕਿ ਉਹ ਬਰੂਦ ਦਾ ਕੰਮ ਕਰਦੇ ਆ। ਹੁਣ ਕਿਸੇ ਨੇ ਵੀ ਕਹਿਤਾ, ਹੁਣ ਤੁਸੀਂ ਵੀ ਸਿਆਣੇ ਹੋ, ਹਰ ਕੋਈ ਨਾ ਕੋਈ ਬੰਦਾ ਤਾਂ ਸੈਂਸਿਟਿਵ ਹੁੰਦਾ, ਚੱਲ ਯਾਰ ਆਹ ਚੀਜ਼ ਐਂ ਕਰਿਆ। ਬਿਲਕੁਲ। ਜੇਕਰ ਆਪਣੇ ਉਹਨੂੰ ਕਹਿ ਸਕਦੇ ਆ ਆਪਾਂ ਮੁਜਾਹਿਦੀਨ ਜਾਂ ਹੋਰ ਇਹ ਗੱਲ ਕਹਿ ਸਕਦੇ ਆ ਕਿ ਹਿਊਮਨ ਬੰਬ ਬਣਾਉਣ ਦੇ ਲਈ ਵੀ ਤੂੰ ਆ ਮਰ ਜਾ, ਤੈਨੂੰ ਜੰਨਤ ਦੇ ਵਿੱਚ ਹੂਰਾਂ ਮਿਲਣਗੀਆਂ। ਬਿਲਕੁਲ। ਤੁਸੀਂ ਇੱਕ ਚੀਜ਼ ਹੋਰ ਦੇਖੋ, ਜਿਹੜੀ
ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਆ, ਉਹਦੀ ਵੀਡੀਓ ਵਾਇਰਲ ਹੁੰਦੀ ਆ, ਉਸ ਬੰਦੇ ਨੂੰ ਕਿਸੇ ਨਾ ਕਿਸੇ ਨੇ ਤਾਂ ਦੱਸਿਆ ਹੀ ਸੀ ਨਾ ਵੀ ਇੱਥੇ ਕਿਰਪਾਨ ਵੀ ਸਾਹਮਣੇ ਜਿਹੜੀ ਹੈਗੀ ਆ ਸੁਸ਼ੋਭਤ ਹੁੰਦੀ ਆ। ਉਹਨੇ ਜਾ ਕੇ ਉਸੇ ਨੂੰ ਹੱਥ ਪਾਇਆ, ਜਿਹੜਾ ਆਪਣੇ ਆਪ ਦੇ ਵਿੱਚ ਉਹਦੇ ਅੰਦਰ ਭਰੇ ਹੋਏ ਜ਼ਹਿਰ ਨੂੰ ਅੱਗੇ ਲਿਆਉਂਦਾ। ਤੇ ਜਿਹੜਾ ਉਹੀ ਗੱਲ ਜੋ ਪੱਟੀ ਸਾਹਿਬ ਕਹਿੰਦੇ ਸੀ ਕਿ ਸਾਡੇ ਧੂਤਿਆਂ ਨੇ ਉਹਨੂੰ ਮਾਰ ਮੁਕਾਇਆ। ਆ ਦੇਖੋ, ਕਿਤੋਂ ਨਾ ਕਿਤੋਂ ਮੈਂ ਤੁਹਾਨੂੰ ਕਹਿੰਦਾ, ਮੈਂ ਉਹ ਗੱਲ ਕਰਦਾ, ਜਿਸ ਅੰਬਾਨੀ ਦੇ ਮਾਲ ਦਾ ਵਿਰੋਧ ਕਰਦੇ ਰਹੇ, ਅੱਜ ਉਸਨੇ 10 ਰੁਪਏ ਸਸਤੀ ਦਾਲ ਕੀ ਕਰਤੀ, ਆ ਖੜੇ ਲਾਈਨਾਂ 'ਚ। ਇਸ ਵਿੱਚ ਉਹ ਵੀ ਨੇ ਜੋ ਅੰਬਾਨੀ ਤੇ ਅੰਡਾਨੀ ਨੂੰ ਪੰਜਾਬ 'ਚੋਂ ਬਾਹਰ ਕਰਨ ਦੀ ਗੱਲ ਕਰਦੇ ਸੀ ਜੀ। ਸੋ ਇਹ ਐਜ਼ ਅ ਸਪੋਕਸਮੈਨ ਆਫ ਅੰਬਾਨੀ ਅਦਾਨੀ ਆ ਰਹੀ ਹੈ। ਹੁਣ ਜਿਹੜੀ ਤੁਸੀਂ ਦਰਬਾਰ ਸਾਹਿਬ ਵਾਲੀ ਵੀ ਗੱਲ ਕੀਤੀ ਨਾ, ਦੇਖੋ ਗੱਲ ਇਹ ਹੈ, ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਆਉਂਦੀ ਹੈ। ਪੱਟੀ ਸਾਹਿਬ ਨੇ ਵੀ ਗੱਲ ਕਹੀ ਸੀਗੀ ਕਿ ਟਾਸਕ ਫੋਰਸ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਜੀ ਵੀ ਬੰਦਾ ਉੱਥੇ ਫਿਰਦਾ। ਜੇ ਟਾਸਕ ਫੋਰਸ ਵਾਲਿਆਂ ਨੂੰ ਪਤਾ ਲੱਗ ਗਿਆ, ਤੁਸੀਂ ਫੜ ਕੇ ਤੈਨੂੰ ਮਾਰਿਆ ਕਿਉਂ ਵੀ? ਬਿਲਕੁਲ ਜੀ। ਸੁਖਬੀਰ ਸਿੰਘ ਬਾਦਲ ਬਿਆਨਗੀ ਦਿੰਦੇ ਨੇ, ਅਸੀਂ ਜੀ ਕੇਸਗੜ੍ਹ ਸਾਹਿਬ ਫੜ ਕੇ ਬੰਦਾ ਪੁਲਿਸ ਦੇ ਹਵਾਲੇ ਕਰਤਾ ਜੀ। ਹੁਣ ਸੁਖਬੀਰ ਸਿੰਘ ਬਾਦਲ ਜੀ, ਜਦੋਂ ਤੁਸੀਂ ਗ੍ਰਹਿ ਮੰਤਰੀ ਸੀ, ਤੁਸੀਂ ਵੀ ਕੀ ਬਿਆਨ ਦਿੱਤਾ ਸੀ? ਮੈਂ ਫੜ ਕੇ ਫਾਹਾ ਨਹੀਂ ਲੈ ਸਕਦੇ, ਤਾਂ ਕਾਨੂੰਨੀ ਕਾਰਵਾਈ ਕਰਨੀ ਹੈ ਜੀ। ਹੁਣ ਕਾਰਵਾਈ ਤਾਂ ਕਾਨੂੰਨ ਨੇ ਕਰਨੀ। ਉਹਨਾਂ ਨੇ ਫੜ ਕੇ ਜੇਲ੍ਹ ਭੇਜਤਾ, ਸਬੂਤ ਤੁਸੀਂ ਦੇਣੇ, ਅਦਾਲਤ 'ਚ ਫੈਸਲਾ ਚੱਲੂ। ਕੀ ਪੁਲਿਸ ਉਹਦੇ ਗੋਲੀ ਮਾਰ ਸਕਦੀ ਹੈ? ਬਿਲਕੁਲ। ਕੋਈ ਵੀ ਇਨਸਾਨ ਆ ਜਦੋਂ ਕਾਨੂੰਨ ਨੂੰ ਹੱਥ 'ਚ ਲੈਂਦਾ। ਹੁਣ ਤੁਸੀਂ ਉਹ ਕਾਨੂੰਨ ਹੱਥ 'ਚ ਲਿਆ ਜੀ, ਤਾਂ ਉਹਦੇ ਨਾਲ ਕੀ ਹੋ ਗਿਆ? ਉਹਦੇ ਨਾਲ ਤੁਹਾਨੂੰ ਕਿਸ ਮੌਕਾ ਮਿਲ ਗਿਆ? ਤੁਹਾਨੂੰ ਪੱਗ ਨੂੰ ਉਹਨਾਂ ਲੋਕਾਂ ਦੇ ਬਰਾਬਰ ਖੜਾ ਕਰਤਾ ਜਿਹੜੇ ਮੁਸਲਮਾਨਾਂ ਦੀ ਮੌਬ ਲਿੰਚਿੰਗ ਕਰਦੇ ਸੀ। ਬਿਲਕੁਲ ਜੀ। ਤੇ ਜਿੱਥੇ ਅਸੀਂ ਉਹਨਾਂ ਨੂੰ ਇੱਥੇ ਭੰਡਦੇ ਸੀ, ਸਾਨੂੰ ਉਹ ਯੂਪੀ 'ਚ ਭੰਡਣ ਲੱਗ ਪਏ, ਬਿਹਾਰ 'ਚ ਭੰਡਣ ਲੱਗ ਪਏ। ਬਿਲਕੁਲ ਜੀ। ਵੀ ਆਹ ਦੇਖੋ, ਇਹ ਗਰੀਬ ਸੀ, ਜਿੱਥੇ ਮਰਿਆ ਤਾਂ ਬੰਦਾ ਗਰੀਬ ਹੀ ਸੀ ਨਾ, ਗਰੀਬ ਹੀ ਸੀ। ਔਰ ਕਿਸੇ ਨਾ ਕਿਸੇ ਨੇ ਤਾਂ ਵਰਗਲਾਇਆ ਸੀ, ਉਹਦਾ ਪਤਾ ਲੱਗਣਾ ਬਹੁਤ ਜ਼ਰੂਰੀ ਸੀ। ਹੌਲੀ ਹੌਲੀ ਪਤਾ ਲੱਗ ਜਾਂਦਾ। ਜੇਕਰ ਉਹਨੂੰ ਫੜੀ ਵੀ ਰੱਖਦੇ ਦਾਨੇਵਾਲੀਆ ਸਾਹਿਬ, ਉਹਦੇ ਜਿਹੜੇ ਫਿੰਗਰਪ੍ਰਿੰਟ ਸੀ, ਉਸ ਤੋਂ ਉਹਦਾ ਸਾਰਾ ਅੱਜ ਕੱਲ੍ਹ ਆਧਾਰ ਬੜਾ ਸੌਖੇ ਤਰੀਕੇ ਨਾਲ ਦੱਸਦਾ। ਹਰੇਕ ਬੰਦੇ ਦਾ ਆਧਾਰ ਨਹੀਂ ਵੀ ਹੈਗਾ, ਐਡੀ ਗੱਲ ਕੋਈ ਨਹੀਂ। ਜਿਹੜਾ ਘਰੋਂ ਭੱਜ ਗਿਆ, ਐਡਾ ਸਾਰਾ ਭਾਰਤ ਦਾ ਆਧਾਰ ਹਜੇ ਨਹੀਂ ਬਣਿਆ। ਪਰ ਆਪਣੀਆਂ ਜਾਂਚ ਏਜੰਸੀਆਂ ਜਿਹੜੀਆਂ ਜਾਂਚ ਦਾ ਵਿਸ਼ਾ ਬਿਲਕੁਲ ਕਿਤੇ ਨਾ ਕਿਤੇ ਤਾਂ। ਸੁਣ, ਨਿਜ਼ਾਮਪੁਰ ਵਾਲੇ ਮਾਮਲੇ ਤੇ ਆ ਜਾਓ ਜੀ। ਨਿਜ਼ਾਮਪੁਰ ਵਾਲਾ ਮਾਮਲਾ ਜਿਹੜਾ ਉੱਥੇ ਕੁਲਦੀਪ ਸਿੰਘ ਕੀ ਸੀ ਉਹਦਾ ਨਾਂ, ਜਿਹੜਾ ਉਹਦਾ ਗੁਰੂ ਘਰ ਦਾ ਜਿਹੜਾ ਕਥਿਤ ਬੇਅਦਬੀ ਦੀ ਕੋਸ਼ਿਸ਼, ਬੇਅਦਬੀ ਨਹੀਂ ਹੋਈ ਉੱਥੇ, ਕਿਉਂਕਿ ਉਸ ਵਿਅਕਤੀ ਵੱਲੋਂ ਜਿਹੜਾ ਉੱਥੇ ਉਹ ਨਿਜ਼ਾਮਪੁਰ ਵਾਲਾ ਸੀਗਾ ਗ੍ਰੰਥੀ ਅਮਰਜੀਤ ਸਿੰਘ ਜੀ। ਅਮਰਜੀਤ ਸਿੰਘ ਦੇ ਬਾਰੇ ਜਿਹੜੀ ਗੱਲ ਹੈਗੀ, ਉਹਦਾ ਮੁੰਡਾ ਸਬ ਇੰਸਪੈਕਟਰ ਇੰਟੈਲੀਜੈਂਸ ਦੇ ਵਿੱਚ ਜੀ। ਆਪ ਉਹ ਗੱਲਾਂ ਆ ਰਹੀਆਂ ਨੇ ਕਿ ਪੁਲਿਸ ਦਾ ਕੈਟ ਰਿਹਾ, ਬਲੈਕ ਕੈਟ ਰਿਹਾ ਜੀ। ਹੁਣ ਬਲੈਕ ਕੈਟ ਕੌਣ ਹੁੰਦੇ ਸੀਗੇ? ਜਿਹੜੇ ਖਾੜਕੂ ਨੂੰ ਫੜਾਉਂਦੇ ਹੁੰਦੇ ਸੀ। ਬਿਲਕੁਲ ਜੀ। ਠੀਕ ਹੈ ਜੀ। ਹੁਣ ਉਹ ਵਿਅਕਤੀ ਭਲਾ ਮਾਨਸ ਤਾਂ ਹੈ ਨਹੀਂ। ਫਿਰ ਉਹਨੇ ਪੁਲਿਸ ਨੂੰ ਸੱਦਣ ਦੀ ਬਜਾਏ ਕਿੰਨਾ ਵਿਅਕਤੀਆਂ ਨੂੰ ਸੱਦਿਆ ਜਿਨ੍ਹਾਂ ਨੇ ਉਹਨੂੰ ਐਲੀਮੀਨੇਟ ਕਰਤਾ। ਪੁਲਿਸ ਨੂੰ ਤੁਸੀਂ ਦਿੰਦੇ ਨਹੀਂ ਜੀ। ਇਸੇ ਘਟਨਾ ਨੂੰ ਤੁਸੀਂ ਪਿੱਛੇ ਆ ਜਾਓ। ਸਿੰਘੂ ਬਾਰਡਰ ਕੀ ਹੁੰਦਾ? ਸਿੰਘੂ ਬਾਰਡਰ ਸਰਬ ਲੋਹ ਗ੍ਰੰਥ, ਗੁਰੂ ਗ੍ਰੰਥ ਸਾਹਿਬ ਤਾਂ ਹੈ ਨਹੀਂ, ਉਹਦੇ ਵਿੱਚ ਜਿਹੜਾ ਵੀ ਬੰਦੇ ਨੂੰ ਤੁਸੀਂ ਮਾਰਤਾ, ਵੱਢਤਾ, ਟੁੱਕਤਾ, ਤੁਸੀਂ ਕਰਤਾ। ਹੁਣ ਇਹ ਤਿੰਨੇ ਘਟਨਾਵਾਂ ਕਿੱਧਰ ਨੂੰ ਜਾ ਰਹੀਆਂ ਨੇ? ਬਿਲਕੁਲ ਜੀ। ਇਹ ਮੈਂ ਸਪਸ਼ਟ ਤੌਰ ਤੇ ਕਹਿੰਦਾ ਕਿ ਸਿੱਖਾਂ ਦੀ ਜਿਹੜੀ ਪੱਗ ਦੀ ਸ਼ਾਨ ਬਣੀ ਹੈ, ਇਹ ਪੱਗ ਦੀ ਸ਼ਾਨ ਨੂੰ ਹਜਮ ਨਹੀਂ ਹੋ ਰਹੀ, ਉਹਨੂੰ ਖਤਮ ਕਰਨ ਦੀ ਕਿਤੇ ਨਾ ਕਿਤੇ ਦਾਗਦਾਰ ਕਰਨ ਲਈ ਕੋਈ ਨਾ ਕੋਈ ਘਟਨਾ ਜਿਹੜੀ ਕਿਉਂਕਿ ਕਾਲੀਆਂ ਬੇਟਾਂ ਦਾ ਹਰੇਕ ਦਾ, ਬਕਾਊ ਸੌਦੇ ਦਾ ਹਰੇਕ ਦਾ। ਬਿਲਕੁਲ ਜੀ। ਜੇਕਰ ਆਪਾਂ ਵੇਖੀਏ ਤਾਂ ਕਾਲੇ ਦੌਰ ਵੇਲੇ ਜੋ ਕੁਝ ਹੋਇਆ, ਜੇ ਖਾੜਕੂਵਾਦ ਦੇ ਵਿੱਚ ਅੱਤਵਾਦੀ ਜਿਹੜੇ ਵਾੜੇ ਗਏ, ਦੇਖੋ ਮੈਂ ਦੋ ਸ਼ਬਦ ਵਰਤਾਂ, ਖਾੜਕੂ ਤੇ ਅੱਤਵਾਦੀ ਜੀ। ਉਹ ਲੁੱਟਾਂ ਖਸੁੱਟਾਂ ਵੀ ਕਰਦੇ ਸੀ, ਧੀਆਂ ਦੀਆਂ ਇੱਜ਼ਤਾਂ ਵੀ ਲੁੱਟਦੇ ਸੀ, ਸਾਰਾ ਕੁਝ ਕਰਦੇ ਸੀ। ਉਹ ਦਹਿਸ਼ਤ ਪਾਈ ਉਹਨਾਂ ਨੇ, ਆਪਣੇ ਬੰਦੇ ਭੇਜ ਦੇਣੇ, ਆਪ ਹੀ ਰੋਟੀ ਖਾ ਕੇ ਆ ਜਾਂਦੇ ਤੇ ਲਹਿਰ ਨੂੰ ਬਦਨਾਮ ਕਰਨ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਸੋ ਹੁਣ ਜਿਹੜੀ ਪੰਜਾਬ ਦੇ ਵਿੱਚ ਨਵੀਂ ਲਹਿਰ ਉੱਠੀ ਹੈ, ਇਹਨੇ ਭਾਰਤ ਨੂੰ ਇੱਕ ਨਵੀਂ ਲਹਿਰ ਜਿਹੜੀ ਦਿੱਤੀ ਹੈ ਜੀ। ਇਹ ਦਲਵੀਰ ਜੀ ਇਹਨੂੰ ਵੀ ਠੇਡਾ ਮਾਰਨਾ। ਐਂਡ ਦੂਜੀ ਗੱਲ ਤੁਹਾਨੂੰ ਇੱਕ ਮੈਂ ਦੱਸਾਂ, ਅੱਜ ਦੀ ਗੱਲ ਨਹੀਂ, ਜਿਹੜੇ ਬੰਦੇ ਕਿਤੇ ਵੀ ਦੇਖ ਲਓ, ਬੜੀ ਫਰਟਾਈਲ ਲੈਂਡ ਹੁੰਦੀ ਹੈ ਜਿੱਥੇ ਹਰ ਫਸਲ ਉੱਪਜੇ ਜੀ। ਜਿਹੜਾ ਪੰਜਾਬ ਹੈ ਨਾ, ਇੱਥੇ ਜੁਰਤ, ਸੇਵਾ ਭਾਵਨਾ, ਜਿਵੇਂ ਇੱਕ ਬੰਦੇ ਨੇ ਕਿਹਾ ਕਿ ਕੜਛੀਆਂ ਵਾਲੇ ਤਾਂ ਹਰ ਨੂੰ ਕਬੂਲ ਹੈ, ਕਿਰਪਾਨਾਂ ਵਾਲੇ ਨਹੀਂ ਕਬੂਲ। ਬਿਲਕੁਲ ਸਹੀ। ਕੜਛੀਆਂ ਤੋਂ ਭਾਵ ਵੀ ਜਿਹੜੇ ਲੰਗਰ ਵਰਤਾਉਂਦੇ ਆ ਤਾਂ ਉੱਥੇ ਤੱਕ ਠੀਕ ਹੈ, ਠੀਕ ਹੈ। ਜਿੱਦੇ ਹੱਕ ਮੰਗਣ ਲਈ ਉਹ ਨਹੀਂ, ਉਦੋਂ ਇਹ ਅੱਤਵਾਦੀ ਹੋ ਜਾਂਦੇ ਆ। ਪਰ ਹੱਕ ਮੰਗਣ ਦਾ ਤਰੀਕਾ ਤਾਂ ਸਾਨੂੰ ਕਿਸਾਨ ਅੰਦੋਲਨ ਨੇ ਸਿਖਾ ਦਿੱਤਾ ਨਾ। ਬਿਲਕੁਲ। ਡਟੇ ਰਹੋ। ਇਹ ਨਹੀਂ ਵੀ ਵਿਕ ਜਾਓ, ਇਹ ਨਹੀਂ ਵੀ ਜਾ ਕੇ ਉੱਥੇ ਭੰਡਣ ਲੱਗ ਪਓ, ਇਹ ਨਹੀਂ ਵੀ ਚਿੱਟੀਆਂ ਦਾੜੇ ਵਾਲੀਆਂ ਨੂੰ ਤੁਸੀਂ ਕਾਮਰੇਡ ਦੱਸਣ ਲੱਗ ਪਓ, ਇਹ ਨਹੀਂ ਕਿ ਤੁਸੀਂ ਮਸਲਾ ਇੱਕ ਹੋਰ ਲੈ ਕੇ ਗਏ, ਹੁਣ ਚਲੇ ਜਾਓ, ਖਾਲੀ ਪਿਆ ਭਾਈ।
ਲਾ ਲਓ, ਤੁਹਾਨੂੰ ਕਿਸੇ ਨੇ ਰੋਕਿਆ? ਜਿਹੜੇ ਸਿਆਸੀ ਮੁੱਦੇ ਸੀ ਹਾਂ ਉਹ ਵੀ ਕਿਤੇ ਨਾ ਕਿਤੇ ਦਰਕਿਨਾਰ ਹੋਏ ਨੇ, ਸਿਆਸਤਦਾਨ ਵੀ ਦਰਕਿਨਾਰ ਹੋਏ ਨੇ। ਸਿਆਸਤਦਾਨ ਤਾਂ ਦੇਖੋ ਜੀ, ਹੁਣ ਉਹਨਾਂ ਮੇਰੀ ਗੱਲ ਦੀ ਸੁਣੋ, ਚੋਰ ਚੋਰ ਮਸੇਰੇ ਭਾਈ। ਬਿਲਕੁਲ ਜੀ। ਹੁਣ ਜਿਹੜਾ ਸਿਆਸਤਦਾਨਾਂ ਨੂੰ ਢਿੱਡ 'ਚ ਪੀੜ ਹੋ ਰਹੀ ਹੈ ਨਾ, ਉਹ ਇਹੀ ਪੀੜ ਹੋ ਰਹੀ ਹੈ ਕਿ ਜਨਤਾ ਜਾਗ ਕਿਉਂ ਪਈ, ਜਨਤਾ ਨੇ ਰਿਪੀਲ ਕਿਉਂ ਕਰਾਤੇ ਕਾਨੂੰਨ, ਸਰਕਾਰ ਨੂੰ ਪੁੱਠਾ ਮੁੜਨ ਲਈ ਮਜਬੂਰ ਕਿਉਂ ਕਰਤਾ। ਉਹ ਕਹਿੰਦੇ ਬੀਜੇਪੀ ਨਹੀਂ ਹੈਗੀ, ਇੱਥੇ ਇੱਕ ਸਿਆਸਤਦਾਨ ਨੂੰ ਹਰਾਇਆ ਗਿਆ ਜੀ, ਐਂਡ ਉਸ ਸਿਆਸਤਦਾਨ ਨੂੰ ਜਿਹੜਾ ਸੋਚਦਾ ਹੀ ਨਹੀਂ ਸੀ ਕਿ ਮੈਂ ਪੁੱਠਾ ਮੁੜ ਪੂਆ, ਪੁੱਠਾ ਪੈਰ ਪੱਟ ਲੂੰਗਾ, ਜਿੱਧਰ ਨੂੰ ਇਹਨਾਂ ਨੇ ਸਾਨੂੰ ਤਾਂ ਉਹਦੀ ਦੱਬ ਲੈਣਗੇ ਕੱਲ ਨੂੰ। ਬਿਲਕੁਲ ਜੀ। ਸੋ ਇਹ ਚੀਜ਼ਾਂ ਵੀ ਉਹਨਾਂ ਨੂੰ ਇਸ ਥਾਂ ਦੇ ਉੱਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਸਾਨ ਅੰਦੋਲਨ ਦੇ ਖਿਲਾਫ ਇਕੱਠੀਆਂ ਬੋਲਣ ਨੂੰ ਜੋ ਮਰਜ਼ੀ ਕਰੀ ਜਾਓ ਜੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਜੀ। ਸੋ ਇਹ ਜਿਹੜਾ ਬੰਬ ਧਮਾਕਾ ਹੋਇਆ, ਇਹ ਇੱਕ ਜਿਹਨੂੰ ਆਪਾਂ ਕਹਾਂਗੇ ਕਿ ਜਿਹੜਾ ਇਹ ਤੋਂ ਸਿਆਸੀ ਲਾਹਾ ਲਿਆ ਗਿਆ ਨਾ ਜੀ, ਇਹ ਵੀ ਇੱਕ ਉਹਦੇ ਪਿੱਛੇ ਰਾਜ ਹੈ। ਬਿਲਕੁਲ, ਬੜੇ ਸਪਸ਼ਟ ਦੇ ਉੱਤੇ ਗੱਲ ਕਰਨਾ। ਸੋ ਫਿਰ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਚੱਲ ਪਈ ਹੈ ਇਹਦੇ ਵਿੱਚ ਕਿ ਪੀਪੀਐਸ ਤੋਂ ਆਈਪੀਐਸ ਬਣੇ ਤੇ ਪੀਪੀਐਸ ਲੌਬੀ ਦੇ ਖਿਲਾਫ ਆਈਪੀਐਸ ਲੌਬੀ ਉਹ ਵੀ ਕ੍ਰੀਏਟ ਹੋ ਗਈ, ਕਿਉਂਕਿ ਜਿਹੜੇ ਆਪਣੇ ਕਮਿਸ਼ਨਰ ਨੇ ਉੱਥੋਂ ਦੇ ਪੀਪੀਐਸ ਤੋਂ ਆਈਪੀਐਸ ਹੋ ਕੇ ਬਣੇ ਗੁਰਪ੍ਰੀਤ ਸਿੰਘ ਭੁੱਲਰ ਜੀ, ਉੱਥੇ ਉਹ ਕਹਿੰਦੇ ਵੀ ਆਈਪੀਐਸ ਦਾ ਅਧਿਕਾਰ ਹੈ ਤਾਂ ਇੱਥੇ ਜਿਹੜੇ ਅਸੀਂ ਪੱਕੇ ਪੁਰਾਣੇ ਆਈਪੀਐਸ ਆਏ ਹੋਏ ਸ਼ੁਰੂ ਤੋਂ ਡਾਇਰੈਕਟ ਭਰਤੀ ਹੈ ਜਿਹੜੀ ਡਾਇਰੈਕਟ, ਉਹ ਚੀਜ਼ ਤਾਂ ਚੁੱਭਦੀ ਹੈ ਨਾ। ਬਿਲਕੁਲ ਚੁੱਭਦੀ। ਜਿਵੇਂ ਆਈਐਸ ਲੌਬੀ ਆ, ਹੁਣ ਪ੍ਰੋਫੈਸਰਾਂ ਦਾ ਕੀ ਰੌਲਾ ਚੱਲ ਰਿਹਾ, ਯੂਜੀਸੀ ਕਹਿੰਦੀ ਹੈ ਕਿ ਪ੍ਰੋਫੈਸਰਾਂ ਦਾ ਗ੍ਰੇਡ ਆਈਐਸ ਤੋਂ ਵੱਧ ਹੋਣਾ ਚਾਹੀਦਾ ਜੀ। ਹੁਣ ਉਹ ਪੰਜਾਬ ਦੇ ਵਿੱਚ ਕੀ ਚੱਕਰ ਚੱਲ ਰਿਹਾ, ਡੀ ਲਿੰਕ ਕਰਦੇ ਉਹਨੂੰ ਯੂਜੀਸੀ ਨਾਲੋਂ। ਹੁਣ ਡੀ ਲਿੰਕ ਕਰਕੇ ਯੂਜੀਸੀ ਨਾਲੋਂ ਕੀ ਨੁਕਸਾਨ ਹੋਣਾ? ਤੁਸੀਂ ਸਿੱਧਾ ਹੀ ਇੱਕੋ ਹੀ ਵੱਡਾ ਨੁਕਸਾਨ ਹੈ ਕਿ ਇੱਕ ਤੁਹਾਨੂੰ ਸੀਬੀਐਸਈ ਦੀ 10ਵੀਂ ਦੀ ਡਿਗਰੀ ਮਿਲਦੀ ਹੈ ਤੇ ਇੱਕ ਪੰਜਾਬ ਸਕੂਲ ਐਜੂਕੇਸ਼ਨ ਦੀ ਬੋਰਡ ਦੀ ਮਿਲਦੀ ਹੈ ਜੀ। ਹੁਣ ਪੰਜਾਬ ਸਰਕਾਰ ਖਾਸ ਕਰਕੇ ਵਿੱਤ ਮੰਤਰੀ ਇਸ ਗੱਲ ਤੇ ਅੜੇ ਹੋਏ ਨੇ ਕਿ ਤੁਸੀਂ ਡੀ ਲਿੰਕ 12ਵਾਂ ਜਿਹੜਾ ਪੇ ਸਕੇਲ ਤਾਂ ਲੈ ਲਓ ਨਵਾਂ, ਪਰ ਡੀ ਲਿੰਕ ਕਰ ਲਓ। ਹੁਣ ਡੀ ਲਿੰਕ ਨਾਲ ਕੀ ਹੋ ਜਾਊਗਾ ਕਿ ਜੇ ਕਾਲਜ ਦੇ ਪ੍ਰੋਫੈਸਰਾਂ ਨੂੰ ਯੂਨੀਵਰਸਿਟੀ ਦੇ ਥਰੂ ਜਿਹੜੀ 50% ਗ੍ਰਾਂਟ ਆਉਂਦੀ ਹੈ, ਇੱਕ ਤਾਂ ਉਹ ਆਉਣੀ ਬੰਦ ਹੋ ਜੂ। ਤੁਸੀਂ ਰੁਪਈਏ ਤਾਂ 20 ਪੈਸਿਆਂ ਦਾ ਫਾਇਦਾ ਸੋਚਦੇ ਹੋ ਤੇ ਨੁਕਸਾਨ 80 ਪੈਸੇ ਦਾ ਇੱਕ ਉਹ ਕਰ ਰਹੇ ਹੋ, ਕਿਉਂਕਿ ਇੱਕ ਤਾਂ ਤੁਹਾਨੂੰ 50% ਗ੍ਰਾਂਟ ਮਿਲਣੀ ਬੰਦ ਹੋ ਜੂ ਜੀ ਜੀ। ਫਿਰ ਟੈਕਸ ਜਿਹੜਾ ਉਹਦੇ ਉੱਤੇ ਆਉਂਦਾ ਹੈ ਉਹ ਤਾਂ ਕੀ ਕਹਿੰਦੇ ਤੁਸੀਂ ਪੰਜਾਬ ਸਰਕਾਰ ਨੂੰ ਹੀ ਆਉਂਦਾ। ਪਰ ਗੱਲ ਕੀ ਹੈ ਕਿ ਪੰਜਾਬ ਦੇ ਸਿੱਖਿਆ ਖੇਤਰ ਦਾ ਨਾਸ ਵੀ ਮਾਰਨਾ। ਬਿਲਕੁਲ ਜੀ, ਉਹ ਤਾਂ ਤੁਸੀਂ ਹੁਣੇ ਦੇਖੋ ਸਿੱਖਿਆ ਖੇਤਰ ਦੀ ਬੜੀ ਇੱਕ ਅਹਿਮ ਭੂਮਿਕਾ ਜਿਹੜੀ ਹੈਗੀ ਹੈ। ਕੇਂਦਰ ਸਰਕਾਰ ਨੇ ਜਿਸ ਤਰੀਕੇ ਨਾਲ ਨਵੀਂ ਪਾਲਿਸੀ ਲਿਆਂਦੀ ਹੈ ਐਜੂਕੇਸ਼ਨ ਪਾਲਿਸੀ, ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ 10ਵੀਂ ਦਾ ਵਿਦਿਆਰਥੀ ਇਸ ਵਕਤ ਐਗਜ਼ਾਮ ਦੇ ਵਿੱਚ ਬੈਠ ਰਿਹਾ, ਉਹਦਾ ਜਿਹੜਾ ਪੈਟਰਨ ਹੈਗਾ ਉਹ UGC ਵਾਲਾ ਜੀ। 10ਵੀਂ ਦੇ ਵਿਦਿਆਰਥੀ ਨੂੰ ਇੰਨੀ ਛੇਤੀ ਜਿਹੜਾ ਆਬਜੈਕਟਿਵ ਟਾਈਪ ਪੇਪਰ ਦੇ ਵਿੱਚ ਲੈ ਕੇ ਆ ਕੇ ਤੁਸੀਂ ਜਿਹੜਾ ਕਿ ਉਹਦੇ ਕੋਲੇ ਤਜਰਬਾ ਨਹੀਂ ਹੈਗਾ, ਈਵਨ ਉਹਦੇ ਅਧਿਆਪਕ ਕੋਲੇ ਵੀ ਤਜਰਬਾ ਨਹੀਂ ਹੈਗਾ, ਉਹ ਚੀਜ਼ ਇੰਪਲੀਮੈਂਟ ਕਰਾ ਰਹੇ ਹੋ ਔਰ ਉੱਥੇ ਟਾਈਮ ਮੈਨੇਜਮੈਂਟ ਜਿਹੜੀ ਹੈਗੀ ਆ 10ਵੀਂ ਦੇ ਵਿਦਿਆਰਥੀ ਦੀ ਉਹ ਕ੍ਰੈਸ਼ ਕਰੂਗੀ ਉਹਨੂੰ ਅਟੈਂਪਟਿੰਗ ਨਹੀਂ ਹੁੰਦੀ ਪੇਪਰਾਂ ਦੀ, ਉਹਨੇ ਜਲਦਬਾਜ਼ੀ ਕਰਨੀ ਹੈ, ਜਲਦਬਾਜ਼ੀ ਕਰਨੀ ਫਿਰ ਨੈਗੇਟਿਵ ਮਾਰਕਿੰਗ ਹੋਊਗੀ ਜੀ, ਨੈਗੇਟਿਵ ਮਾਰਕਿੰਗ ਵੀ ਹੋਊਗੀ ਨਾ ਉਹਦੇ ਤੇ। ਇਸ ਲਈ ਜਿਹੜੀ ਐਜੂਕੇਸ਼ਨ ਪਾਲਿਸੀ ਆ, ਸਿੱਖਿਆ ਮਾਹਰ ਨੇ ਉਹ ਇਸ ਗੱਲ ਨੂੰ ਹੁਣੇ ਤੋਂ ਵਿਚਾਰਨਾ ਸ਼ੁਰੂ ਕਰਨ। ਬੜਾ ਸੋਹਣਾ ਪੁਆਇੰਟ ਜਿਹੜਾ ਹੈਗਾ ਤੁਸੀਂ ਛੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨਾਲ ਜਿਹੜੀ ਵਿਦਿਆਰਥੀਆਂ ਦਾ ਪੱਧਰ ਆ ਉਹ ਡਿੱਗੇਗਾ। ਦੇਖੋ ਜੀ ਚੱਕਰ ਕੀ ਹੈ, ਮੇਰੇ ਵੀਰ ਬਾਹਰ ਬਹੁਤ ਸੁਣਦੇ ਆ ਮੈਨੂੰ, ਮੈਂ ਉਹਨਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਇਸ ਗੱਲ ਦੀ। ਤੁਸੀਂ ਇੱਕ ਚੀਜ਼ ਨੋਟ ਕਰੋ, ਬਾਹਰਲਾ ਐਜੂਕੇਸ਼ਨ 10ਵੀਂ 12ਵੀਂ ਤੱਕ ਸਿੱਖਿਆ ਫਰੀ ਜੀ, ਕੀ ਉੱਥੇ ਜਿਹੜਾ ਕੁਝ 12ਵੀਂ ਤੱਕ ਪੜ੍ਹਾ ਦਿੰਦੇ ਆ, ਜਦੋਂ ਇੱਥੋਂ ਬੱਚੇ ਇੱਧਰ ਪੜ੍ਹੇ ਜਿਹੜੇ ਇੰਡੀਆ ਤੋਂ ਪੜ੍ਹ ਕੇ ਜਾਂਦੇ, ਉੱਧਰਲੇ ਬੱਚੇ ਕਹਿ ਦਿੰਦੇ ਸਾਨੂੰ ਤਾਂ ਹਜੇ ਤੱਕ ਨਹੀਂ ਆਉਂਦਾ ਜਿਹੜਾ 5ਵੀਂ 'ਚ ਤੁਹਾਨੂੰ ਆਉਂਦਾ। ਬਿਲਕੁਲ, ਉਹ 12ਵੀਂ ਦੇ ਵਿੱਚ ਉਹ ਲੈਵਲ ਹੀ ਹੈ ਨਹੀਂਗਾ ਜਿਹੜਾ ਇੰਡੀਆ 'ਚ ਹੈਗਾ। ਪਰ 12ਵੀਂ ਤੋਂ ਬਾਅਦ ਐਜੂਕੇਸ਼ਨ ਇੰਨੀ ਕੀ ਮਹਿੰਗੀ ਕਰਤੀ ਕਿ ਮਾੜਾ ਬੰਦਾ ਅਫੋਰਡ ਨਹੀਂ ਕਰ ਸਕਦਾ, ਕਿਉਂਕਿ ਕਹਿੰਦੇ 12 ਪੜ੍ਹ ਗਿਆ ਤੂੰ ਆਪਦਾ ਕੰਮ ਕਰ ਲੈ, ਇੰਨੇ ਕੁ ਜੋਗਾ ਤੈਨੂੰ ਬਣਾ ਤਾਂ ਅੱਗੇ ਪੜ੍ਹਨਾ। ਪਰ ਸਾਡੇ ਜਿਹੜੇ ਭਾਰਤੀ ਲੋਕ ਨੇ, ਖਾਸ ਕਰਕੇ ਆਪਣੇ ਪੰਜਾਬ ਦੇ ਭਾਰਤੀ ਲਗਭਗ ਸਾਰੇ ਜੀ, ਕਿਉਂਕਿ ਮੇਰੀ ਉੱਥੇ ਇੱਕ ਇੰਗਲਿਸ਼ ਪ੍ਰੋਫੈਸਰ ਜੇ ਉੱਥੋਂ ਦੇ ਕੈਨੇਡੀਅਨ ਪ੍ਰੋਫੈਸਰ ਨਾਲ ਗੱਲ ਹੋਈ ਸੀ ਗੋਰੇ ਨਾਲ ਜੀ, ਉਹ ਕਹਿੰਦਾ ਵੀ ਜਿੰਨਾ ਤੁਹਾਡੇ ਇੱਥੇ ਕਮਿਊਨਿਟੀ ਬੱਚਿਆਂ ਦੇ ਉੱਤੇ ਪੜ੍ਹਾਈ ਤੇ ਪੈਸਾ ਖਰਚ ਕਰਦੀ, ਅਸੀਂ ਹੈਰਾਨ ਆ ਇਸ ਗੱਲ ਨੂੰ ਲੈ ਕੇ। ਕੈਸਟ ਦੇ ਤੌਰ ਦੇ ਉੱਤੇ ਕੰਮ ਕਰਦੇ ਆ ਵੀ ਇੰਨੀ ਜ਼ਿਆਦਾ, ਤੇ ਉਹਦਾ ਇੱਕ ਰਿਜ਼ਲਟ ਨਤੀਜਾ ਇਹ ਹੈ ਕਿ ਅੱਜ ਜੇਕਰ ਕੈਨੇਡਾ ਦੇ ਵਿੱਚ ਦੇਖ ਲਓ, ਅਮਰੀਕਾ ਦੇ ਵਿੱਚ ਦੇਖ ਲਓ, ਉੱਥੋਂ ਦੇ ਵਿੱਚ ਕੰਟਰੀਬਿਊਸ਼ਨ ਭਾਵੇਂ ਡਾਕਟਰਸ ਦੀ ਲੈ ਲਓ, ਇੰਜੀਨੀਅਰਸ ਦੀ ਲੈ ਲਓ, ਸੌਫਟਵੇਅਰ ਇੰਜੀਨੀਅਰਸ ਦੀ ਲੈ ਲਓ, ਡਿਵੈਲਪਰਸ ਦੀ ਲੈ ਲਓ, ਇਹ ਪੰਜਾਬੀ ਆਪਣੇ ਭਾਰਤੀਆਂ ਦੀ ਹੈ ਜਾਂ ਪਾਕਿਸਤਾਨੀਆਂ ਦੀ ਹੈ, ਉਹ ਵੀ ਤਾਂ ਪੰਜਾਬ 'ਚ ਇੱਥੋਂ ਹੀ ਗਏ ਆ ਨਾ।
ਬਿਲਕੁਲ ਜੀ। ਉੱਥੋਂ ਦੇ ਲੋਕਾਂ ਦੀ ਕੰਟਰੀਬਿਊਸ਼ਨ ਘਟ ਗਈ, ਉਹ ਲੇਬਰ ਕਲਾਸ 'ਚ ਰਹਿ ਗਏ, ਜਾਂ ਉਹਨਾਂ ਦੀ ਫਿਰ ਜਮਾ ਹੀ ਸੁਪਰ ਅਪਰ ਕਲਾਸ ਹੈ, ਜਿਹੜੇ ਅਮੀਰ ਲੋਕ ਨੇ ਜਿਹੜੇ ਸਾਨੂੰ ਦਿਸਦੇ ਨਹੀਂ। ਬਿਲਕੁਲ ਜੀ। ਠੀਕ ਹੈ, ਉਹ ਚੀਜ਼ ਜਿਹੜੀ ਹੈਗੀ ਆ ਉਹ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਕੀ ਚੀਜ਼ ਹੈ ਕਿ ਜੇ ਇੱਥੋਂ ਦੇ ਲੋਕਾਂ ਨੂੰ ਉਨੀ ਕੁ ਅਵੇਅਰਨੈਸ ਹੀ ਦੇ ਦਿਓ ਵੀ ਘੋੜੇ ਦੇ ਆਪਣੇ ਘੋੜਾ ਜਿਹੜਾ ਟਾਂਗੇ ਵਾਲਾ ਘੋੜਾ ਬਣਾ ਦਿਓ, ਪਾਸੇ ਉਹਦੇ ਪਰਦਾ ਲਾ ਦਿਓ, ਉਨੀ ਕੀ ਉਹਨੂੰ ਚੀਜ਼ ਦੱਸੇ, ਵੱਧ ਉਹ ਸੋਚੇ ਨਾ। ਕਿਉਂਕਿ ਜੇਕਰ ਤੁਸੀਂ ਨੌਕਰੀ ਦੀ ਅਰਜ਼ੀ ਤੁਹਾਡੇ ਸਿਲੇਬਸ 'ਚੋਂ ਕੱਢ ਦਿੱਤੀ ਗਈ ਤਾਂ ਤੁਸੀਂ ਨੌਕਰੀ ਮੰਗਣੀ ਨਹੀਂ। ਜੀ ਜੀ। ਜਦੋਂ ਤੁਹਾਨੂੰ ਵਾਰ-ਵਾਰ ਯਾਦ ਕਰਾਉਂਦੀ ਹੈ ਕਿ ਨੌਕਰੀ ਦੀ ਅਰਜ਼ੀ ਲਿਖੋ ਤਾਂ ਤੁਸੀਂ ਨੌਕਰੀ ਲੈਣ ਦੇ ਲਈ ਉਤਸ਼ਾਹਿਤ ਹੁੰਦੇ ਹੋ। ਬਿਲਕੁਲ ਜੀ। ਦੇਖੋ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ 'ਚ, ਮਨੋਵਿਗਿਆਨਿਕ ਸੋਚ ਹੈ, ਸੋਚ ਹੈ। ਨੌਕਰੀ ਦੀ ਅਰਜ਼ੀ, ਫੀਸ ਮਾਫੀ ਦੀ ਅਰਜ਼ੀ ਵੀ ਕੱਢਤੀ ਜੀ। ਦੋ ਚੀਜ਼ਾਂ ਕੱਢਤੀਆਂ ਵੀ ਇਹ ਅਰਜ਼ੀਆਂ ਹੀ ਨਹੀਂ ਲਿਖਣੀਆਂ, ਜੇ ਅਰਜ਼ੀਆਂ ਲਿਖੋਗੇ ਨਹੀਂ ਤਾਂ 2-4 ਸਾਲਾਂ ਨੂੰ ਤੁਹਾਨੂੰ ਪਤਾ ਹੀ ਲੱਗਣਾ ਫੀਸ ਮਾਫੀ ਵੀ ਕੋਈ ਚੀਜ਼ ਹੁੰਦੀ ਹੈ ਜਾਂ ਨੌਕਰੀ ਵੀ ਕੋਈ ਚੀਜ਼ ਹੁੰਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਇਹ ਇੱਕ ਸਾਈਕੋਲੋਜੀਕਲੀ ਜਿਹੜਾ ਹੈਗਾ, ਸੋ ਇਹ ਚੀਜ਼ਾਂ ਨੇ ਆਪਾਂ ਗੱਲ ਜਿਹੜੀ ਕਰਦੇ ਆ, ਤੇ ਇਹ ਇੱਕ ਬੜੀਆਂ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦਾ ਹਿੱਸਾ ਹੈ। ਬਟ ਹੈਰਾਨੀ ਦੀ ਗੱਲ ਇਹਦੇ ਉੱਤੇ ਮੈਂ ਦੁੱਖ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਵੀ ਸਿਆਸਤਦਾਨ ਨੇ ਇਸ ਦੇ ਉੱਤੇ ਸੰਜੀਦਾ ਬਿਆਨ ਨਹੀਂ ਦਿੱਤਾ। ਬਿਲਕੁਲ ਜੀ। ਚਿੰਤਾ ਜ਼ਾਹਰ ਨਹੀਂ ਕੀਤੀ। ਜੇਕਰ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਜੀ ਉਹ ਵੀ ਕਾਂਗਰਸ ਦੇ ਦੋਸ਼, ਚੰਨੀ ਨੇ ਅਕਾਲੀ ਦਲ ਤੇ ਦੋਸ਼, ਬੀਜੇਪੀ ਨੇ ਕਾਂਗਰਸ ਤੇ ਅਕਾਲੀ ਦਲ ਤੇ ਦੋਸ਼, ਠੀਕ ਹੈ, ਆਮ ਆਦਮੀ ਪਾਰਟੀ ਉਹ ਆਪਦਾ ਬਿਆਨ ਕਹਿਣ ਤੋਂ ਭਾਵ ਯਾਰ ਕੋਈ ਇਹ ਤਾਂ ਕਹਿ ਦਿਓ ਵੀ ਮਾੜਾ ਕੰਮ ਹੋਇਆ, ਇਹਦੇ ਬਾਰੇ ਸੋਚ ਲਓ, ਕੋਈ ਜਾਂਚ ਕਰੋ, ਜਾਂ ਕੋਈ ਸਿਰ ਜੋੜ ਕੇ ਆਲ ਪਾਰਟੀ ਮੀਟਿੰਗ ਦਾ ਹੀ ਸੱਦਾ ਦੇ ਦਿਓ, ਸਿਆਸੀ ਮੰਗ ਕਰ ਲਓ ਵੀ ਇਸ ਮਾਮਲੇ ਦੇ ਉੱਤੇ ਆਲ ਪਾਰਟੀ ਮੀਟਿੰਗ ਹੋਵੇ, ਪੰਜਾਬ ਦੇ ਵਿੱਚ ਸ਼ਾਂਤੀ ਕਿਵੇਂ ਬਹਾਲ ਕਰਨੀ ਹੈ। ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਨੀਅਤ ਹੈ। 5 ਸਾਲ ਹੋ ਚੱਲੇ ਆ ਮੌੜ ਬੰਬ ਕਾਂਡ ਨੂੰ, ਬੰਬ ਧਮਾਕੇ ਨੂੰ, ਹਜੇ ਜ਼ਖਮੀ ਪਏ ਨੇ, ਮਰੇ ਕੌਣ ਉੱਥੇ? ਗਰੀਬ। ਪਰ ਅਗਲਾ ਲੁਧਿਆਣਾ ਬੰਬ ਕਾਂਡ ਹੋਰ ਹੋ ਗਿਆ ਤੇ ਅੱਗੇ ਪਤਾ ਨਹੀਂ ਕੀ ਹੋਣਾ ਹੈ। ਉਹਦੀ ਹਜੇ ਤੱਕ ਜਿੱਥੇ ਪੈੜਾਂ ਪਹੁੰਚ ਗਈਆਂ ਸੀ, ਜਦੋਂ ਪੈੜਾਂ ਪੁੱਠੀਆਂ ਪਹੁੰਚ ਗਈਆਂ ਤੇ ਕਹਿੰਦੇ ਇਹਨੂੰ ਬੰਦ ਕਰੋ, ਇਹ ਤਾਂ ਕੰਮ ਹੀ ਤੁਸੀਂ ਤਾਂ ਉੱਧਰ ਪਹੁੰਚ ਗਏ। ਦਾਨੇਵਾਲੀ ਸਾਹਿਬ ਬੜੀ ਜਿਹੜਾ ਗੰਭੀਰ ਵਿਸ਼ਾ ਲੈ ਕੇ ਆਪਾਂ ਅੱਗੇ ਵਧਾ ਰਹੇ ਹਾਂ। ਸਿਆਸੀ ਸਮੀਕਰਨ ਜਿਹੜੇ ਸਿਆਸੀ ਮਾਹੌਲ ਨੂੰ, ਪੰਜਾਬ ਨੂੰ ਸਿਆਸੀ ਅਖਾੜੇ ਦੇ ਵਿੱਚ ਮਧੋਲਿਆ ਜਾ ਰਿਹਾ। ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹ ਪਰੋਸੇ ਹੀ ਨਹੀਂ ਜਾ ਰਹੇ ਕਿਸੇ ਵੀ ਸਿਆਸਤਦਾਨ ਤੋਂ, ਸਿਆਸੀ ਪਾਰਟੀ ਤੋਂ, ਸੋਸ਼ਲ ਮੀਡੀਆ। ਸੁਣੋ, ਮੈਂ ਤੁਹਾਨੂੰ ਪਹਿਲਾਂ ਕੀ ਕਹਿ ਕੇ ਹਟਿਆ ਦਲਵੀਰ ਜੀ, ਕਿ ਕਿਸਾਨ ਅੰਦੋਲਨ ਨੇ ਪੰਜਾਬੀਆਂ ਨੂੰ ਜਗਾਤਾ। ਬਿਲਕੁਲ ਜੀ। ਹੁਣ ਉਹ ਕਹਿਣ ਲੱਗ ਪਏ, ਜਗਾ ਵੀ ਦਿੱਤਾ, ਪਹਿਰੇਦਾਰ ਵੀ ਬਣਾਤਾ। ਇੱਥੇ ਸਾਡੇ ਮੇਰੇ ਕੋਲੇ ਕਿਰਨਜੀਤ ਸਿੰਘ ਗਹਿਰੀ ਆਏ ਜੀ, ਉਹ ਗਰੀਬਾਂ ਦੀ ਪਾਰਟੀ ਦੀ ਕਰਦੇ ਨੇ, ਰਹਿਨੁਮਾਈ ਵੀ ਕਰਦੇ ਆ, ਰਿਪਰੈਜ਼ੈਂਟ ਵੀ ਕਰਦੇ। ਉਹਨਾਂ ਨੇ ਬੜੀ ਤਗੜੀ ਗੱਲ ਕੀ, ਕਹਿੰਦਾ ਸਾਨੂੰ ਭਿਖਾਰੀ ਬਣਾ ਰਹੇ ਹੋ ਆਟਾ ਦਾਲ ਦੇ ਕੇ। ਜੀ ਬਿਲਕੁਲ। ਵੀ ਕੰਮ ਨਾ ਕਰੋ, ਸਪੂਨ ਫੀਡਿੰਗ ਸ਼ੁਰੂ ਕਰ ਦਿਓ। ਕਹਿੰਦਾ ਸਾਨੂੰ ਪੜ੍ਹਾਈ ਦਿਓ, ਸਾਨੂੰ ਸਿੱਖਿਆ ਦਿਓ, ਸਾਨੂੰ ਹੈਲਥ ਦਿਓ, ਸਾਨੂੰ ਪੈਰਾਂ ਤੇ ਖੜੇ ਹੋਣ ਜੋਗੇ ਕਰੋ। ਪਰ ਗੱਲ ਕੀ ਹੈ ਕਿ ਹਰੇਕ ਬੰਦਾ ਕਹਿੰਦਾ ਮੁਫਤ ਮੁਫਤ ਮੁਫਤ। ਦਿਮਾਗ ਦੇ ਵਿੱਚ ਜਦੋਂ ਮੁਫਤ ਦੀ ਗੱਲ ਆ ਜਾਂਦੀ ਹੈ, ਆਹ ਦੇਖ ਲਓ 10 ਰੁਪਏ ਦਾਲ ਹੀ ਸਸਤੀ ਕੀਤੀ ਸੀ, ਕਿਵੇਂ ਲੈਣਾ ਲੱਗੀ। ਤੁਸੀਂ ਵਿਸ਼ਵਾਸ ਕਰਿਓ, ਮੈਂ ਕਿਸੇ ਕੰਮ ਦੇ ਸਿਲਸਿਲੇ 'ਚ ਹੀ ਉਸ ਨੂੰ ਕ੍ਰਾਸ ਕਰ ਰਿਹਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਇਹ ਨਹੀਂ ਪਤਾ ਸੀ ਕਿ 10 ਰੁਪਏ ਦਾਲ ਸਸਤੀ ਹੋਈ ਹੈ। ਪਰ ਉਹ ਬਾਹਰ ਵੇਖ ਕੇ ਮੈਨੂੰ ਐਂ ਲੱਗਿਆ ਕਿ ਸਾਡੇ ਜਿਹੜੇ ਹਜੇ ਵੀ ਲੋਕ ਨੇ ਉਹ ਧਰਨਾ ਦੇ ਰਹੇ ਨੇ। ਕਿਉਂਕਿ ਧਰਨਾ ਮੁਜ਼ਾਹਰਾ ਜਿਹੜਾ ਹੈਗਾ ਉਹ ਪਹਿਰੇਦਾਰ ਵੀ ਬਣਾ ਰਿਹਾ। ਅੱਜ ਕਿੱਥੇ 10 ਲੋਕ ਇਕੱਠੇ ਹੁੰਦੇ ਆ, ਉੱਥੇ ਧਰਨੇ ਦੀ ਨਜ਼ਰ ਆਉਂਦੀ ਆ। ਪਰ ਇੱਕ ਅੰਧ ਭਗਤ ਜਦੋਂ ਇਸ ਨੂੰ ਆਪਣੀ ਭਾਸ਼ਾ 'ਚ ਪਰਿਭਾਸ਼ਿਤ ਕਰਦਾ, ਉਹਨੇ 10 ਰੁਪਏ ਜਿੰਨੀ ਉਹਦੀ ਫੁੱਟਫਾਲ ਟੁੱਟੀ ਸੀ ਪਿਛਲੇ 1 ਸਾਲ ਦੇ ਵਿੱਚ, ਲੋਕਾਂ ਨੂੰ ਨਹੀਂ ਪਤਾ ਸੀ। ਇੱਕ ਦਿਨ ਦੇ ਵਿੱਚ ਉਹਨੇ 10 ਰੁਪਏ ਦਾਲ ਸਸਤੀ ਕਰਕੇ ਤੇ ਬਾਕੀ ਮਾਲ ਕਿੰਨੇ ਦਾ ਵੇਚਿਆ ਹੋਊਗਾ, ਇਹ ਵੀ ਤਾਂ ਦੱਸ ਦੇ। ਬਿਲਕੁਲ ਜੀ। ਉੱਥੇ ਅਸੀਂ ਪੁੱਛਦੇ ਹੀ ਨਹੀਂ। ਮੈਂ ਇੱਕ ਸੱਜਣ ਮਿੱਤਰ ਮੇਰੇ ਨਾਲ ਆਏ, ਮੈਨੂੰ ਕਹਿੰਦੇ ਸੇਲ ਹਮੇਸ਼ਾ ਫਜ਼ੂਲ ਖਰਚੀ ਦਾ ਦੂਜਾ ਨਾਮ। ਮੈਂ ਦੱਸਦਾ ਤੁਹਾਨੂੰ ਬੜੀ ਤਕੜੀ ਗੱਲ ਕਹੀ। ਅੱਜ ਜਦੋਂ ਦਾ ਟਰਾਲੀ ਸਿਸਟਮ ਜਿਹਾ ਚੱਲਿਆ, ਮੇਰੇ ਨਾਲ ਵੀ ਭਾਣਾ ਵਾਪਰਿਆ 2-3 ਵਾਰੀ। ਮੇਰੇ ਘਰੋਂ ਬੜੇ, ਜਿਹਨੂੰ ਆਪਾਂ ਕਹਿੰਦੇ ਪੰਜਾਬੀ, ਛਿੱਤਰ ਪਏ ਜੀ। ਉਹ ਛਿੱਤਰ ਕਿਵੇਂ ਪਏ ਕਿ ਮੈਂ ਜਾਵੜਿਆ ਜੀ ਇੱਥੇ ਥੋਕ ਦੀ ਦੁਕਾਨ ਜਿਹੜੀ ਵੱਡਾ ਸਾਰਾ ਖੁੱਲ੍ਹਾ, ਜਿਹੜਾ ਬੰਦ ਕਰਤਾ ਸੀ ਰਿਲਾਇੰਸ ਵਾਲਿਆਂ ਨੇ ਜੀ। ਕਾਰਡ ਕੂੜ ਜਾ ਮੇਰਾ ਸੱਜਣ ਮਿੱਤਰ ਸੀ, ਉਹਦਾ ਬਣਿਆ ਰੇਹੜੀ ਜੀ ਹੱਥ 'ਚ ਫੜਦੀ, ਆਹ ਵੀ ਚੱਕ ਲਾ, ਉਹ ਵੀ ਚੱਕ ਲਾ। ਗਿਆ ਤਾਂ ਭਾਈ ਸਾਹਿਬ ਮੈਂ ਸਮਾਨ ਲੈਣ ਗਏ, ਵੱਧ ਤੋਂ ਵੱਧ 400-500 ਦਾ, ਤੇ ਲੈ ਮੈਂ 3000 ਦਾ ਜੀ। ਉਹ ਸਾਰਾ ਸਮਾਨ ਘਰੇ ਪਿਆ ਤੇ ਆਉਂਦਿਆਂ ਸਾਰੀ ਮੈਨੂੰ ਕਹਿੰਦੇ ਤੂੰ ਫਾਇਦਾ ਕੀ ਕਰਕੇ ਆਇਆ, ਪਹਿਲਾਂ ਤਾਂ ਮੈਨੂੰ ਇਹ ਦੱਸ ਦੇ, ਤੇ ਆਹ ਕੀ ਕਰਾਉਣਾ, ਆਹ ਸਿਰ 'ਚ ਮਾਰਨਾ, ਜਿਵੇਂ ਗੱਲ ਸਿੱਧੀ। ਮੈਂ ਤਾਂ ਉਹੀ ਗੱਲ ਕਹਿਣਾ। ਹੁਣ ਜਦੋਂ ਇਹ ਗੱਲਾਂ ਆ ਗਈਆਂ, ਹੁਣ ਉਹ ਇੱਕ ਹੀ ਪ੍ਰੋਫੈਸਰ ਮੈਨੂੰ ਕਹਿੰਦਾ ਭਰਾਵਾ ਮੈਂ ਤਾਂ
ਦੁਕਾਨਾਂ ਛੋਟੀਆਂ ਤੋਂ ਸਮਾਨ ਲੈਣਾ ਸ਼ੁਰੂ ਕਰਤਾ ਵੀ ਜਿਹੜਾ ਮੈਨੂੰ ਬਾਹਰ ਖੜੇ ਨੂੰ ਸਮਾਨ ਫੜਾ ਦੇ, ਪਰਚੀ ਜਿਹੜੀ ਸਿੰਘਣੀ ਨੇ ਲਿਖਤੀ, ਮੈਂ ਜਾ ਕੇ ਬੋਲਤਾ, ਮੈਂ ਤਾਂ ਤੀਜੀ ਚੀਜ਼ ਵੀ ਨਹੀਂ ਦੇਖਦਾ। ਬਿਲਕੁਲ ਸਹੀ ਗੱਲ। ਹੁਣ ਜਦੋਂ ਦੀਆਂ ਕੀ ਹੋ ਗਿਆ ਇਹਦੇ ਨਾਲ, ਬਾਹਰਲੇ ਪਤਾ ਆਪਾਂ ਨੂੰ ਕਿੰਨਾ ਫਜ਼ੂਲ ਸਮਾਨ ਆਪਾਂ ਘਰੇ ਲੈ ਆਉਣੇ, ਤੇ ਹੁਣ ਜਿਹੜਾ ਅੰਦਰ ਉਹਨੇ ਵਾੜ ਲਿਆ ਉਹ ਰੇਹੜੀ ਜੀ ਤਾਂ ਭਰ ਕੇ ਹੀ ਆਊਗਾ, ਕਿਤੇ ਆਹ ਸਕੀਮ ਦੇਖ ਲਈ, ਉਹ ਸਕੀਮ ਦੇਖ ਲਈ। ਪੁਰਾਣੀ ਕਹਾਵਤ ਫਿਰ ਆਲੇ ਦੁਆਲੇ ਨੂੰ ਵੀ ਵੇਖ ਲੈਂਦਾ ਵੀ ਉਹ ਕਹਿਣਗੇ ਦਾਨੇਵਾਲੀਆ ਸਾਹਿਬ ਦਾ ਯਾਰ ਨਹੀਂ ਨੋ ਲੰਚ, ਟਰਾਲੀ ਖਾਲੀ ਹੈ, ਟਰਾਲੀ ਖਾਲੀ ਹੈ, ਮੈਂ ਵੀ ਭਰ ਲਾਂ। ਬਿਲਕੁਲ ਜੀ, ਉਹ ਦੇਖਾ ਦਿਖਾਈ ਜਿਹੜੀ ਹੈਗੀ ਹੈ ਇੱਥੇ ਤੱਕ ਪਹੁੰਚਾਉਂਦੀ ਹੈ ਤੇ ਫਜ਼ੂਲ ਖਰਚੀ ਸ਼ੁਰੂ ਕਰਾਉਂਦੀ ਹੈ, ਤੇ ਤੁਹਾਡਾ ਜੇਬਾਂ ਜਿਹੜੀਆਂ ਹਲਕੀਆਂ ਸ਼ੁਰੂ ਹੋ ਜਾਂਦੀਆਂ ਨੇ। ਮਨੋਵਿਗਿਆਨਕ ਤੌਰ ਤੇ ਇਹ ਜਿਹੜੇ ਵੱਡੇ ਵੱਡੇ ਮਾਲ ਨੇ ਇਹ ਇੱਕ ਬੜੇ ਗੁੱਝੇ ਭੇਤ ਦੇ ਵਿੱਚ ਛੁਪੇ ਹੋਏ ਨੇ। ਮਾਰਕੀਟਿੰਗ ਦੀ ਤਰੀਕੇ ਹੈ ਜੀ। ਅਗਲੇ ਅੱਜ ਤੁਸੀਂ ਤਾਂ ਇੱਕ ਜਾਣਾ, ਇਹਨਾਂ ਤਾਂ ਟੋਕਰਾਂ ਜਿੱਡੇ ਜਿੱਡੇ ਸਿਰ ਹੈ। ਬਿਲਕੁਲ ਜੀ, ਠੀਕ ਹੈ, ਉਹਨਾਂ ਕੋਲ ਟੀਮਾਂ ਨੇ, ਉਹਨਾਂ ਕੋਲ ਟੀਮਾਂ ਨੇ, ਉਹੀ ਕੰਮ ਜਿਹੜੀਆਂ ਕਰਦੇ ਪਲੈਨਿੰਗ ਮੇਰੇ ਕਰਦੀਆਂ ਵਰਗੇ ਦੇ ਵਿੱਚੋਂ ਪੈਸਾ ਜੇਬ ਚੋਂ ਕਿਵੇਂ ਕਢਾਉਣਾ, ਕਿਵੇਂ ਕੱਢਣਾ ਜੀ। ਇਹ ਥੋੜਾ ਕਹਿੰਦੇ ਵੀ ਪੈਸਾ ਜੇਬ ਚ ਕਿਵੇਂ ਪਾਉਣਾ ਹੈ, ਉਹ ਕਹਿੰਦੇ ਵੀ ਤੂੰ ਇੱਥੇ ਵੜ ਕੇ ਨੇ ਤੁਹਾਨੂੰ ਜੀ ਲੋਨ ਚਾਹੀਦਾ, ਮੈਂ ਲੀਡਰਾਂ ਤੇ ਵੀ ਲੈ ਲਾ, ਬਿਆਨ ਦੇਣਗੇ ਤੁਹਾਨੂੰ ਇੰਨੇ ਲੱਖ ਦਾ ਕਰਜ਼ਾ ਦਵਾਵਾਂਗੇ। ਹੁਣ ਭਾਈ ਜਿਹੜਾ ਕਰਜ਼ਾ ਦਾ ਕਰਜ਼ਾ ਹੀ ਹੈ, ਕਿਵੇਂ ਹੀ ਦਵਾ ਲਓ। ਇੱਕ ਮਿੰਟ, ਉਹ ਤੂੰ ਆਪਦੀ ਜੇਬ ਚੋਂ ਦਿੰਦਾ? ਪਹਿਲੀ ਗੱਲ ਤਾਂ ਮੈਨੂੰ ਇਹ ਦੱਸ ਦੇ, ਬੈਂਕ ਨੇ ਅੰਗੂਠਾ ਲਵਾਉਣਾ, ਤੂੰ ਉਹਨੂੰ ਵਿਆਜ ਦੇਣਾ, ਵਿਆਜ ਨਾ ਦਿੱਤਾ ਤੇਰੇ ਘਰਦਿਆਂ ਨੂੰ ਲੈ ਜਾਣਗੇ ਜਾਂ ਤੇਰਾ ਟਿੰਡ ਫੋੜੀ ਜੀ। ਅੱਜ ਕੱਲ੍ਹ ਤਾਂ ਸੌਖਾ ਹੀ ਕੰਮ ਹੈ। ਜਿਹੜੀ ਤੇ ਜੇ ਮੇਰੇ ਕੋਲ ਜ਼ਮੀਨ ਹੈ ਨਹੀਂ, ਮੈਂ ਤੁਹਾਡੇ ਗਰੰਟਰ ਬਣ ਗਿਆ ਤਾਂ ਚਲੋ ਜੀ ਦਲਵੀਰ ਜੀ ਦੇ ਘਰ ਨੂੰ ਤਾਲਾ ਲਾ ਦਿਓ। ਹੁਣ ਤਾਂ ਕਹਿੰਦੇ ਨਾ ਦਲੀਲ ਨਾ ਫਲੀਲ, ਆਹੀ ਤਾਂ ਚੱਕਰ ਕਿਸਾਨਾਂ ਦਾ ਚੱਲ ਰਿਹਾ ਸੀ। ਕਿਉਂਕਿ ਬੈਂਕਾਂ ਦੀ ਪ੍ਰੋਟੈਕਸ਼ਨ ਦੇ ਲਈ ਪਿਛਲੀ ਮਨਮੋਹਨ ਸਿੰਘ ਸਰਕਾਰ ਨੇ ਕੰਮ ਕਰਤਾ ਸੀ ਵੀ ਤੁਸੀਂ ਸਿਰਫ ਟ੍ਰਿਬਿਊਨਲ 'ਚ ਜਾ ਸਕਦੇ ਹੋ, ਬੈਂਕ ਤੁਹਾਡੇ ਘਰੇ ਤਾਲਾ ਲਾ ਸਕਦਾ, ਤੁਸੀਂ ਡਿਫਾਲਟਰ ਹੋ ਗਏ ਤਾਂ। ਬਿਲਕੁਲ, ਪਹਿਲਾਂ ਕੀ ਜਾਂਦਾ ਸੀ ਅਦਾਲਤਾਂ 'ਚ। ਮੈਨੂੰ ਯਾਦ ਹੈ ਜਦੋਂ 1980 ਦੇ ਦਹਾਕੇ 'ਚ ਦਲਵੀਰ ਜੀ, ਉਦੋਂ ਹੁਣ ਤੱਕ ਬਹੁਤ ਲੋਨ ਸਸਤੇ ਹੋ ਗਏ ਜੀ। ਜੇ ਤੁਸੀਂ ਟਰੈਕਟਰ ਦਾ ਲੋਨ ਲੈਣਾ ਹੁੰਦਾ ਸੀ ਤਾਂ 18-19% ਪੈਂਦਾ ਸੀ, ਤੇ ਉਹਦਾ ਇੰਸ਼ੋਰੈਂਸ ਵਗੈਰਾ ਪਾ ਕੇ ਤੇ 24-25% ਪੈ ਜਾਂਦਾ ਸੀ। ਆੜ੍ਹਤੀਏ ਦਾ ਵਿਆਜ ਵੀ 2 ਰੁਪਏ ਸੈਂਕੜਾ ਘੱਟੋ ਘੱਟ ਮੰਨਿਆ ਜਾਂਦਾ ਸੀ। ਜਿਹੜਾ ਚੰਗਾ ਕਿਸਾਨ ਸੀ, ਜਿਹੜਾ ਗਰੀਬ ਸੀ, ਉਹਨੂੰ 36 ਰੁਪਏ 3 ਰੁਪਏ ਸੈਂਕੜਾ ਹੀ ਪੈਂਦਾ ਸੀ ਜੀ। ਤੁਸੀਂ ਕ੍ਰੌਪ ਲੋਨ ਸ਼ਬਦ ਹੀ ਨਹੀਂ ਹੁੰਦਾ ਸੀ ਕੋਈ। ਤੁਸੀਂ ਫਿਰ ਕੀ ਕਰਦੇ, ਟਿਊਬਵੈੱਲ ਦਾ ਲੋਨ ਲੈ ਲਿਆ, ਹੋਰ ਲੋਨ ਲੈ ਲਿਆ, ਵੀ ਕਹਿਣ ਤੋਂ ਬਾਅਦ ਵੀ 16% ਤੋਂ ਤਾਂ ਘੱਟ ਕਿਸੇ ਲਾਲਚ ਨਹੀਂ, ਕਿਸੇ ਲਾਲਚ। ਆਹੀਂ ਕਰਦੇ ਕਰਦੇ ਉਹਨਾਂ ਨੇ ਜੀ ਪੀਨਲ ਵਿਆਜ ਪਾਉਂਦੇ ਪਾਉਂਦੇ ਇੱਕ ਬੰਦੇ ਦਾ ਉਹਨਾਂ ਨੇ 80,000 ਦੇ ਵਿੱਚ ਉਹਨੇ 40,000 ਭਰਤਾ ਸੀ ਜੀ। 40,000 ਦਾ ਡਿਫਾਲਟਰ ਹੋ ਗਿਆ, ਫਿਰ ਵੀ ਵਿਆਜ ਭਰੀ ਗਿਆ। ਉਹ 40 ਦਾ ਖੜਾ ਖੜਾ ਉਹ ਅਦਾਲਤ 'ਚ ਚਲੇ ਗਏ, ਸ਼੍ਰੀਮਾਨ ਜੀ 5 ਲੱਖ ਰੁਪਈਆ ਬਣਾਤਾ ਜੀ। ਉਹਨਾਂ ਦਾ। ਹੁਣ ਦੱਸੋ, ਜ਼ਮੀਨ ਦਾ ਮੁੱਲ 70-80,000 ਹੁੰਦਾ ਸੀ, 5 ਲੱਖ ਕਿੰਨੇ ਕਿੱਲੇ ਉੱਡ ਗਏ ਇੱਕ ਟਰੈਕਟਰ 'ਚ। ਉਹ ਅਦਾਲਤ 'ਚ ਚਲਾ ਗਿਆ ਤੇ ਅਦਾਲਤ ਨੇ ਜੀ ਕੀ ਫੈਸਲਾ ਦਿੱਤਾ ਕਿ ਉਹਦੇ ਵਿੱਚ ਉਹਨਾਂ ਨੇ ਰੂਲਿੰਗ ਦਿੱਤੀ ਕਿ ਮੈਨੂੰ ਯਾਦ ਹੈ 2% ਤੋਂ ਉੱਤੇ, ਮਤਲਬ ਕਿ ਸਾਲਾਨਾ 2% ਤੋਂ ਬਿਯੋਂਡ ਅਸੀਂ ਡਿਗਰੀ ਨਹੀਂ ਦੇ ਸਕਦੇ ਤੁਹਾਨੂੰ ਜੀ। ਜੇਕਰ ਤੁਸੀਂ ਵਿਆਜ ਦਾ ਰਕਮ ਵਸੂਲੀ ਕਰਨੀ ਹੈ ਤਾਂ ਜਿਹੜਾ ਤੁਹਾਡਾ 40,000 ਬਕਾਇਆ ਰਹਿੰਦਾ, ਇਹ ਤੇ 2% ਦੇ ਹਿਸਾਬ ਦੇ ਨਾਲ ਇਸ ਤਰੀਕ ਤੋਂ ਤੁਸੀਂ ਲੈ ਲਓ ਜੀ। ਹੁਣ ਉਲਟਾ ਕਿਸਾਨ ਦੇ 60,000 ਰੁਪਈਆ ਬੈਂਕ ਤੋਂ ਲੈਣੇ ਪੈਣਗੇ ਜੀ। ਠੀਕ ਹੈ, ਹਾਈ ਕੋਰਟ ਗਏ ਕਿਉਂਕਿ ਰੂਲਿੰਗ ਹਾਈ ਕੋਰਟ ਦੀ ਸੀ, ਉਹ ਬੰਦਾ ਜਿੱਤ ਗਿਆ। ਪਰ ਇਹ ਕਿੰਨੇ ਕੁ ਬੰਦਿਆਂ ਨੂੰ ਪਤਾ ਸੀ, ਅਵੇਅਰਨੈਸ ਆ, ਜਾਗਰੂਕਤਾ ਜਿਹੜੇ ਆਪਦੇ ਹੱਕਾਂ ਪ੍ਰਤੀ। ਪਰ ਹੁਣ ਤਾਂ ਬਾਈ ਜੀ ਤੁਹਾਨੂੰ ਜੇਕਰ ਸਹੀ ਤੁਹਾਡਾ ਕ੍ਰੈਡਿਟ ਲਿਮਿਟ ਚੱਲਦੀ ਹੈ ਤਾਂ ਤੁਸੀਂ 4 ਰੁਪਏ ਸੈਂਕੜੇ ਤੇ ਤੁਹਾਨੂੰ ਵਿਆਜ ਮਿਲ ਜਾਂਦਾ ਹੈ। ਬਿਲਕੁਲ। ਤੇ ਹੱਦ 7.5, ਜੇ ਤੁਸੀਂ ਕਾਰ ਲੋਨ ਲੈਣਾ 7.5, ਘਰ ਦਾ ਲੋਨ ਲੈਣਾ 8, ਪੌਣੇ 7। ਬਿਲਕੁਲ ਠੀਕ ਹੈ। ਜੇ ਆਹ ਕ੍ਰੈਡਿਟ ਕਾਰਡ ਦਾ ਤੁਹਾਡੇ ਇਹਨੂੰ ਤਾਂ ਛੱਡ ਹੀ ਦਿਓ ਨਾ ਇਹਨਾਂ ਗੱਲਾਂ ਨੂੰ। ਸੋ ਕਹਿਣ ਤੋਂ ਭਾਵ ਵੀ ਜੇ ਇਹਨਾਂ ਨੇ ਤੁਹਾਨੂੰ ਕ੍ਰੈਡਿਟ ਘੱਟ ਕੀਤਾ, ਸਰਕੂਲੇਸ਼ਨ ਵਧੀ ਹੈ, ਬੈਂਕਾਂ ਨੂੰ ਪਤਾ ਵੀ ਜੇ ਦੇਵਾਂਗੇ ਤਾਂ ਕਮਾਵਾਂਗੇ, ਸਰਕੂਲੇਸ਼ਨ ਵੱਧ ਗਈ। ਬਿਲਕੁਲ। ਪਰ ਗੱਲ ਇਹ ਕਿ ਇਹ ਕਰਜ਼ਾ ਤਾਂ ਕਰਜ਼ਾ ਹੀ ਹੈ ਨਾ। ਇਹ ਥੋੜਾ ਕਹਿੰਦੇ ਵੀ ਹਾਂ ਵੀ ਤੁਸੀਂ ਤੁਹਾਨੂੰ ਜੀ ਅਸੀਂ ਨੌਕਰੀ ਤੁਹਾਡਾ ਆਹ ਕੰਮ ਕਰਾਂਗੇ ਨਾ, ਕਰਜ਼ਾ ਤੁਹਾਨੂੰ ਜਿੰਨਾ ਕਹੋਗੇ ਉਹਨਾਂ ਲੈ ਦੇਵਾਂਗੇ। ਕਿਉਂ ਬੈਂਕ ਜਿਹੜੇ ਆ ਨੈਸ਼ਨਲਾਈਜ਼ ਹੋ ਰਹੇ ਆ, ਲੀਡਰਾਂ ਦੇ ਹੀ ਬੈਂਕ ਆ। ਉਹ ਜਿਵੇਂ ਪੁਰਾਣੀ ਕਹਾਵਤ ਸੀ ਸਾਡੇ ਪੰਜਾਬ ਦੇ ਇੱਕ ਲੀਡਰ ਦੀ, ਜਦੋਂ ਸਪੀਚ 'ਚੋਂ ਕੋਈ ਕਹਿਣ ਲੱਗ ਪੈਂਦਾ ਵੀ ਆ ਜੋ, ਉਦੋਂ ਸਮਝ ਜਾਂਦੇ ਸੀ ਵੀ ਨੇ ਆਹ ਜਿਹੜਾ ਰੈਸਟੋਰੈਂਟ ਦੀ ਚੇਨ ਖਰੀਦ ਲਈ ਤੇ ਇਹ ਆਪਦੀ ਮਸ਼ਹੂਰੀ ਕਰਨ ਲੱਗ ਪਿਆ। ਬਿਲਕੁਲ ਸਹੀ ਕਿਹਾ ਜੀ। ਸੋ ਆਹ ਚੀਜ਼ਾਂ ਬਿਲਕੁਲ। ਪਰਲ ਗਰੁੱਪ ਦੇ ਮੁਲਾਜ਼ਮ CBI ਗ੍ਰਿਫਤਾਰ ਕਰਦੀ ਹੈ। ਇਹ ਆਮ ਲੋਕਾਂ ਨੂੰ ਇਸ ਗਰੁੱਪ ਤੋਂ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੀ। ਬੜੀ ਇੱਕ ਭਖਦਾ ਮਸਲਾ ਵੀ ਹੈ, ਕਾਫੀ ਸਮੇਂ ਤੋਂ ਸੁਲਝਦਾ ਆ ਰਿਹਾ। ਕੀ ਤਾਜ਼ਾ ਤਰੀਨ ਹਾਲਾਤ ਨੇ? ਇਹ ਤਾਜ਼ਾ ਤਾਂ ਜੀ ਤੁਹਾਨੂੰ ਮੈਂ ਦੱਸ ਦਿੰਦਾ, ਪਰਲ ਵੱਲੋਂ ਨਾ ਜੀ ਸੀ ਜਿਹੜੀ 60,000 ਕਰੋੜ ਜੀ ਰੁਪਏ ਦੇ ਪਰਲਸ ਪੋਜੀ ਸਕੀਮ ਕੇਸ ਨਾਲ ਜੁੜੇ ਜਿਹੜੇ ਹੈ ਕਾਰੋਬਾਰੀਆਂ ਤੇ ਪਰਲਸ ਗਰੁੱਪ ਦੇ ਮੁਲਾਜ਼ਮਾਂ ਸਹਿਤ 11 ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੀ। ਸੋ ਇਹਦੇ ਵਿੱਚ ਤੁਹਾਨੂੰ ਦੱਸਦੇ ਤੇ ਪ੍ਰਮੋਟਰ ਸੀਗੇ ਸਭ ਤੋਂ ਪਹਿਲਾਂ ਜਿਹੜੇ ਆ ਨਿਰਮਲ ਸਿੰਘ ਭੰਗੂ ਜੀ, ਤੇ ਇਹਨਾਂ ਦੇ ਨਾਲ ਸੁਖਦੇਵ ਸਿੰਘ,
ਸੁਬਰਤਾ ਭੱਟਾਚਾਰਿਆ ਸਾਊਥ ਦਾ ਸੀ, ਇਹ ਵੀ ਬੜਾ ਛਾਤਰ ਬੰਦਾ ਸੀਗਾ ਤੇ ਗੁਰਮੀਤ ਸਿੰਘ 2016 'ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ। ਹੁਣ ਚੀਜ਼ ਕੀ ਹੈ ਕਿ 60,000 ਕਰੋੜ ਦਾ ਤਾਂ ਇਹ ਠੱਗੀ ਹੈ ਜੀ। ਪਰਲ ਇਨਵੈਸਟਮੈਂਟ ਦੀ ਕਿੰਨੀ ਆ, ਪਰਲ ਦੇ ਗਰੁੱਪ ਕਿੰਨੇ ਸੀ, ਪਤਾ ਹੀ ਨਹੀਂ ਜੀ ਕਿੰਨਾ ਕੁਛ ਕਰੋੜ ਹੈ। ਹੁਣ ਗੱਲ ਇਹ ਹੈ ਕਿ ਅੱਖਾਂ ਬੰਦ ਸੀ ਸਰਕਾਰ ਦੀਆਂ ਵੀ ਇੰਨੇ 1000 ਕਰੋੜ ਰੁਪਏ ਦੀ ਠੱਗੀ ਹੋ ਰਹੀ ਹੈ ਕਿ ਇਹਦੇ ਵਿੱਚੋਂ ਵੀ ਕਮਾਈ ਨਜ਼ਰ ਆਉਣ ਲੱਗੀ ਸੀ। ਦੇਖੋ ਜੀ, ਜੇ ਕਬੱਡੀ ਕੱਪ ਪ੍ਰਮੋਟ ਕਰਨਗੇ ਜੀ ਬਿਲਕੁਲ, ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਸਾਫ ਪ੍ਰਮੋਟਰ ਕਿੱਥੋਂ ਮਿਲੂਗਾ ਜੀ, ਲੱਭਣਾ ਹੀ ਪਊਗਾ। ਜਿਹਨੂੰ ਹੁਣ ਮੈਂ ਤੁਹਾਡਾ ਪ੍ਰੋਗਰਾਮ ਸਪਾਂਸਰ ਕਰੂੰਗਾ, ਜੇ ਅਸੀਂ ਪੋਲੀਟੀਕਲ ਪਾਰਟੀਆਂ ਤੋਂ ਐਡ ਕਿਉਂ ਨਹੀਂ ਲੈਂਦੇ, ਸਿਆਸੀ ਬੰਦੇ ਤੋਂ ਐਡ ਕਿਉਂ ਨਹੀਂ ਲੈਂਦੇ? ਜੋ ਸਿਆਸੀ ਬੰਦੇ ਦੀ ਐਡ ਆ ਜੂਗੀ ਤੇ ਅਸੀਂ ਉਹਦੇ ਖਿਲਾਫ ਬੋਲ ਲਾਂਗੇ ਖੁੱਲ੍ਹ ਕੇ। ਬਿਲਕੁਲ। ਹੁਣ ਜਦੋਂ ਪਰਲ ਗਰੁੱਪ ਨੇ ਇੱਥੇ ਕਬੱਡੀ ਕੱਪ ਸਪਾਂਸਰ ਕਰਾਏ, ਪਰਲ ਗਰੁੱਪ ਨੇ ਵੱਡੇ ਵੱਡੇ ਫੰਕਸ਼ਨ ਕਰਾਏ, ਹੋਰ ਕਰਾਏ, ਤੁਹਾਨੂੰ ਚੰਦੇ ਦਿੱਤੇ, ਤੁਸੀਂ ਉਹਨਾਂ ਦੇ ਗਲ 'ਚ ਹੱਥ ਪਾ ਲਓਗੇ? ਬਠਿੰਡੇ ਦੇ ਵਿੱਚ ਉਹ ਦੇਖ ਲਓ 300 ਏਕੜ ਜਗ੍ਹਾ ਪਈ ਆ, ਉਹਦੇ ਵਿੱਚ ਕਣਕ ਵੀ ਬੀਜ ਕੇ ਤੇ ਅਗਲੇ ਕੀ ਕਹਿੰਦੇ, ਜਿਹੜਾ ਲੀਡਰ ਆਉਂਦਾ ਆਪਦੀ 200-250 ਕਿੱਲਾ ਕਣਕ ਬੀਜ ਕੇ ਮੁਫਤ ਦੀ ਜ਼ਮੀਨ 'ਤੇ ਆਈ ਵੀ ਆ, ਪਾਣੀ ਵੱਝਿਆ ਹੋਇਆ। ਹੁਣ 200 ਕਿੱਲਾ ਕਣਕ ਕਿੰਨੇ ਦੀ ਹੋ ਗਈ ਔਸਤਨ ਕੱਢ ਲਓ, ਜੇ 40,000 ਰੁਪਏ ਕਿੱਲੇ ਦੀ ਵੀ ਹੋਈ ਤਾਂ ਕਿੰਨੇ ਲੱਖਾਂ ਦੀ ਹੋ ਗਈ ਜੀ? ਜੀ ਹੈ ਜੀ। 80 ਕਰੋੜ ਰੁਪਏ ਦੀ ਕਣਕ ਦਾ ਤੁਸੀਂ ਕਰਕੇ, ਹੁਣ ਜਿਹੜੇ ਤੁਹਾਡੇ ਮੇਰੇ ਵਰਗੇ ਬੰਦਿਆਂ ਦੇ ਪੈਸੇ ਲੱਗੇ ਆ ਉਹ ਤਾਂ ਮਗਰ ਤੋਏ ਕਰਦੇ ਫਿਰਦੇ ਆ। ਇਹਦੇ 'ਚ ਇੱਕ ਹੋਰ ਬੜੀ ਵੱਡੀ ਠੱਗੀ ਹੈ ਦਲਵੀਰ ਜੀ। ਜੀ। ਹੁਣ ਕੀ ਚੀਜ਼ ਹੈ ਕਿ ਸਪੋਜ਼ ਕਰੋ ਅਦਾਲਤ ਕਹਿੰਦੀ ਹੈ ਕਿ ਭੰਗੂ ਦੀ ਜਿਹੜੀ ਹੈ ਜੀ 101.85 ਲੱਖ ਕਰੋੜ ਰੁਪਏ ਦੀ ਸੰਪਤੀ, ਜਿਹੜੀ 1.85 ਲੱਖ ਕਰੋੜ ਦੀ ਸੰਪਤੀ ਭੰਗੂ ਦੀ ਜ਼ਬਤ ਕੀਤੀ ਹੋਈ ਹੈ ਜੀ। ਹੁਣ 1.85 ਕਰੋੜ ਦੀ ਜਿਹੜੀ ਸੰਪਤੀ ਜ਼ਬਤ ਕੀਤੀ ਹੈ ਉਹ ਕਿਹੜੀ ਹੈ ਜੀ? ਉਹਦੀ ਵੈਲਿਊਏਸ਼ਨ ਕਿਹਨੇ ਕੀਤੀ? ਉਹਦੀ ਵੈਲਿਊਏਸ਼ਨ ਕੀਤੀ ਹੈ ਕਲੈਕਟਰੇਟ ਰੇਟ ਦੇ ਉੱਤੇ। ਜੀ। ਹੁਣ ਕਲੈਕਟਰੇਟ ਰੇਟ ਕੀ ਹੈ? ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜ਼ਮੀਨ ਕੀਮਤ ਕੀ ਹੈ ਜੀ 20 ਲੱਖ ਤੇ ਰਜਿਸਟਰੀ ਕਿੰਨੇ ਦੀ ਹੁੰਦੀ ਹੈ 6 ਲੱਖ। 6 ਲੱਖ ਰੁਪਈਆ ਕਲੈਕਟਰ ਰੇਟ ਹੈ ਜੀ। ਰਸਲ ਤਾਂ ਬਹੁਤ ਦੂਰ ਵੀ ਹੈ। ਹੁਣ ਕੀ ਇਹਦੇ ਚ ਤੁਹਾਨੂੰ ਬੜਾ ਵਧੀਆ ਸਕੈਂਡਲ ਦੱਸਦਾ ਇਹਦੇ ਚ ਹੁੰਦਾ ਕੀ ਹੈ ਜੀ। ਹੁਣ ਤੁਹਾਡੀ ਨਿਲਾਮੀ ਹੋ ਗਈ ਤੇ ਮੈਂ ਖਰੀਦਣੀ ਹੈ, ਦੋ ਬੰਦੇ ਆਪਾਂ ਇਕੱਠੇ ਹੋ ਗਏ ਵੀ ਆਪਾਂ ਰਲ ਕੇ ਲੈਣੀ ਹੈ, ਇਹਨਾਂ ਨੂੰ ਪਤਾ, ਉਹ ਕਹਿੰਦਾ ਜੀ ਇਹ ਕੀਮਤ ਹੈ ਜੀ ਇਹਦੀ ਕੋਠੀ ਦੀ 1 ਲੱਖ ਰੁਪਈਆ ਦੀ ਨਿਲਾਮੀ ਕਰਾਓ ਜੀ। ਅਦਾਲਤ ਰੌਲਾ ਜੀ ਰੱਪਾ ਜੀ ਕਰਾ ਕੇ ਉਹ 80,000 ਦੇ ਵਿੱਚ 80 ਲੱਖ ਤੋਂ ਸ਼ੁਰੂ ਹੋਈ, ਕਰੋੜ ਤੱਕ ਪਹੁੰਚ ਗਏ ਜੀ। ਮਸਾਂ ਖਿੱਚ ਧੂ ਕੇ ਉਹ 1 ਕਰੋੜ ਰੁਪਈਆ, ਜਿਵੇਂ ਰਾਮ ਸਿੰਘ ਨੇ ਉਹ ਜਗ੍ਹਾ ਲੈ ਲਈ, ਉਹ 1 ਕਰੋੜ ਰੁਪਈਆ ਜਿਹੜਾ ਜੀ ਅਦਾਲਤ ਜਮ੍ਹਾਂ ਕਰਾਤਾ ਜੀ। ਪਰ ਵਿਕੀ ਕਿੰਨੇ ਜਾ? ਉਹ 5 ਜਾਂ 6 ਕਰੋੜ ਰੁਪਏ ਦੀ ਜੀ। ਹੁਣ ਉਹ ਉਤਲੇ ਪੈਸੇ ਆ ਜਿਹੜੇ ਉਹ ਨਿਵੇਸ਼ਕਾਂ ਨੂੰ ਨਹੀਂ ਮਿਲਣਗੇ, ਉਹ ਤਾਂ ਫੇਰ ਪ੍ਰਮੋਟਰ ਖਾ ਗਏ। ਉਹ ਤਾਂ ਕਹਿੰਦੇ ਸਾਨੂੰ ਤਾਂ ਜੇਲ੍ਹ 'ਚ ਬੈਠ ਕੇ ਅਸੀਂ ਮੋੜਦੇ ਤਾਂ ਵਿਆਜ ਸਮੇਤ ਮੋੜਦੇ। ਹੋਰ ਹੁਣ ਅਦਾਲਤ ਤਾਂ ਕਹੂਗੀ ਵੀ ਫੈਸਲਾ ਕਰ ਲਿਆ ਤੋੜ ਭੰਨ ਕਰਕੇ ਵੀ ਇੰਨੇ ਕੁ ਮੋੜ ਦਿਓ, ਉਹ ਤਾਂ ਕਹਿੰਦੇ ਇਹਨਾਂ ਦਾ ਫੇਰ 4 5 5 6 ਗੁਣਾ ਪੈਸਾ ਬਚ ਗਿਆ। ਉਧਰ ਤਾਂ ਅਦਾਲਤ ਦੀ ਨਿਗਾਹ ਹੀ ਨਹੀਂ। ਬਿਲਕੁਲ। ਹੁਣ ਇਹ ਚੀਜ਼ ਮੈਨੂੰ ਕਿੱਥੋਂ ਪਤਾ ਲੱਗੀ? ਇਹੋ ਜਿਹੀ ਇੱਕ ਕੰਪਨੀ ਦੀ ਜਾਇਦਾਦ ਸੀਗੀ ਦਿੱਲੀ ਜੀ, ਅਦਾਲਤ ਨੇ ਕਰਤਾ। ਮੇਰੇ ਕੋਲੇ ਬੰਦੇ ਪਹੁੰਚ ਗਏ ਜੀ, ਕਹਿੰਦੇ ਯਾਰ ਬਾਈ ਜੀ ਤੁਹਾਡੀ ਜੇ ਜਾਣ ਪਛਾਣ ਹੈ ਤਾਂ ਸਾਡਾ ਸੌਦਾ ਕਰਾ ਦਿਓ, ਤੁਹਾਨੂੰ ਪੈਸੇ ਦੇ ਦਿਆਂਗੇ ਜੀ। ਹੁਣ ਭਰਾਵਾ ਸਿੱਧੀ ਗੱਲ ਹੈ, ਕੁਛ ਤਾਂ ਪੱਤਰਕਾਰਤਾ ਜਾ ਕੇ ਵਿੱਚ ਵੜ ਗਏ ਜੀ, ਕੁਛ ਮੈਂ ਆਖਿਆ ਵੀ ਚੱਲ ਕਮਿਸ਼ਨ ਵੀ ਮਿਲੂਗਾ ਵਿੱਚੋਂ ਜੀ। ਜੇ 100 ਕਰੋੜ ਦੀ ਜਾਇਦਾਦ ਤਾਂ ਰੁਪਈਆ ਸੈਂਕੜਾ ਵੀ ਲਾਈਏ, ਪੁੰਨ ਤੇ ਫਲੀਆਂ ਦੋਨੇ ਕੰਮ ਆ ਗਏ ਜੀ। ਉਹ ਕਰਦੇ ਮੈਂ ਇਸ ਗੱਲ ਦੇ ਵਿੱਚ ਪਹੁੰਚ ਗਿਆ ਵੀ ਕਮਿਸ਼ਨ ਤਾਂ ਮੈਂ ਭੁੱਲ ਗਿਆ, ਮੇਰੀ ਪੱਤਰਕਾਰਤਾ ਵੱਲ ਉਤਸੁਕਤਾ ਨਾਲ ਮੈਂ ਨਿਕਲ ਗਿਆ ਵੀ ਇਹ ਧੰਦਾ ਕੀ ਹੈ ਜੀ। ਹੁਣ ਚੱਕਰ ਕੀ ਹੋ ਗਿਆ ਕਿ ਜਿਹੜੇ ਬੰਦੇ ਨਾਲ ਮੈਂ ਮੀਟਿੰਗ ਕਰਾਉਣੀ ਸੀ ਉਹ ਕਹਿੰਦਾ ਤੁਸੀਂ ਤਾਂ ਬੰਦਾ ਹੀ ਗਲਤ ਲਿਆਏ ਜੀ। ਕਹਿੰਦੇ ਭਾਵੇਂ ਸਾਡਾ ਜਾਣ ਪਛਾਣ ਵਾਲਾ ਪਰ ਇਹ ਤਾਂ ਪਾਜ ਪੱਟ ਦੂ ਗੱਲ ਨੂੰ ਜੀ। ਉਹ ਕਹਿੰਦੇ ਵੀ 40 ਕਰੋੜ ਤਾਂ ਸਾਡੇ ਤੋਂ ਪਾਸੇ ਦੀ ਲੈ ਲਓ ਨਗਦ ਜੀ, ਜਿਹੜਾ ਕਿਸੇ ਕਾਗਜ਼ਾਂ 'ਚ ਹੀ ਨਹੀਂ ਆਉਣਾ, ਬਾਕੀ ਜਿਹੜਾ ਅਦਾਲਤ ਦਾ ਉਹ ਅੱਡ ਲੈ ਲਓ, ਸਾਡੇ ਨਾਲ ਸੌਦਾ ਕਰੋ ਜੀ। ਠੀਕ ਆ। ਉਹ ਕਹਿੰਦੇ ਵੀ ਸਾਨੂੰ 10 12 15 ਕਰੋੜ ਰੁਪਈਆ ਜਾਇਦਾਦ ਸਸਤੀ ਮਿਲ ਜੂਗੀ, ਜਿਹੜਾ ਅਦਾਲਤ ਨੂੰ ਦੇਣਾ ਉਹ ਲਓ, ਉਤਲੇ ਇੰਨੇ ਲਓ। ਹੁਣ 40 ਕਰੋੜ ਕਿਹੜੇ ਖਾਤੇ 'ਚ ਗਿਆ ਜੀ, ਇਹ ਵੀ ਦੱਸ ਦਿਓ। ਬਿਲਕੁਲ, ਕਾਲੇ ਖਾਤੇ ਕਮਾ ਗਏ ਨਾ, ਤੇ ਕਾਲੇ ਖਾਤੇ 'ਚ ਚਲਾ ਗਿਆ, ਕਾਲੇ ਖਾਤੇ 'ਚ ਚਲਾ ਗਿਆ ਤੇ ਉਹ ਫਿਰ ਐਂਡ 'ਚ ਖੂਹ ਖਾਤੇ ਹੀ ਪਏ। ਬਿਲਕੁਲ। ਹੁਣ ਇਹੋ ਜਿਹੇ ਇੱਕ ਸੱਜਣ ਨਾਲ, ਕਿਉਂਕਿ ਤੁਸੀਂ ਆਪਣੇ ਸਰੋਤੇ ਰਾਮ ਸਿੰਘ ਗਿੱਲ ਨੂੰ ਤਾਂ ਘੱਟ ਜਾਣਦੇ ਆ ਜੀ, ਇਹ ਮੇਰੇ ਨਾਲ ਕੈਮਰਾਮੈਨ ਬੜਾ ਲੰਮੇ ਸਮੇਂ ਤੋਂ ਕੰਮ ਕਰਦੇ ਸੀ। ਮੈਂ ਇਨਵੈਸਟੀਗੇਸ਼ਨ ਸਟੋਰੀਜ਼ ਬਹੁਤ ਇਕੱਠੀਆਂ ਕੀਤੀਆਂ, ਕਿਉਂਕਿ ਕੈਮਰਾਮੈਨ ਜਿਹੜਾ ਨਾ, ਮੈਂ ਤਾਂ ਰਾਹ ਦੱਸਣ ਜਾਣਾ ਡਰਾਈਵਰ ਤੇ ਅਸਲ ਤਾਂ ਡਾਂਗ ਸੋਟਾ ਇਸੇ ਤੇ ਹੀ ਪੈਣਾ ਜਿਹਨੇ ਹੱਥ 'ਚ ਕੈਮਰਾ। ਬਿਲਕੁਲ। ਅਸੀਂ ਇਸੇ ਤਰ੍ਹਾਂ ਹੀ ਬੜੀਆਂ ਇਨਵੈਸਟੀਗੇਸ਼ਨ ਸਟੋਰੀਜ਼ ਗਏ ਆ, ਇਕੱਠੇ ਥਾਵਾਂ ਤੇ ਗਏ ਆ ਜੀ। ਇੱਕ
ਬਹੁਤ ਹੀ ਹਰਿਆਣੇ ਦੇ ਵੱਡੇ ਲੀਡਰ ਦਾ ਸਾਨੂੰ ਇਨਪੁਟ ਆ ਗਈ ਕਿ ਦਿੱਲੀ ਦੇ ਵਿੱਚ ਉਹਦੇ ਕਸੀਨੋ ਚੱਲਦੇ ਆ। ਭਾਰਤ ਦੇ ਵਿੱਚ ਕਸੀਨੋ ਬੰਦ ਨੇ ਜੀ। ਹੁਣ ਕਸੀਨੋ ਦਿੱਲੀ ਚੱਲਦੇ ਆ, 5 ਲੱਖ ਰੁਪਏ ਦੀ ਐਂਟਰੀ ਹੈ ਜੀ। ਹੁਣ ਸੋਰਸ ਜਿਹੜਾ ਮੇਰਾ ਸੀ, ਹੁਣ ਉਹਦੇ ਨਾਲ ਕੋਈ ਲਾਗਡਾਟ ਹੋਊਗੀ। ਮੇਰੇ ਲਈ ਖਬਰ ਸੀ ਉਹਦੇ ਨਾਲ ਲਾਗਡਾਟ ਸੀ, ਉਹਦਾ ਟੈਂਡ ਫੋੜੀ ਚੁਕਾਉਣਾ ਚਾਹੁੰਦਾ ਸੀ ਜੀ। ਉਹਨੇ ਜੀ 5 ਲੱਖ ਰੁਪਏ ਦਾ ਹਵਾਲਾ ਕਰਕੇ ਮੇਰੀ ਐਂਟਰੀ ਦਵਾਤੀ ਜੀ। ਅਸੀਂ ਜੀ ਆਪਦੇ ਇਹਦਾ ਕੈਮਰਾ ਲੱਗਿਆ, ਮੇਰਾ ਲੱਗਿਆ, ਅੰਦਰ ਖੇਡਿਆ। ਮੈਨੂੰ ਪਹਿਲਾਂ ਪਤਾ ਲੱਗਿਆ ਬੱਕਰਾ ਸ਼ੱਕਰਾ ਕੀ ਹੁੰਦਾ ਸਾਰਾ ਕੁਝ। ਜੀ। ਅਸੀਂ ਉੱਥੋਂ ਨਿਕਲੇ, ਮੀਂਹ ਪਵੇ, ਬੁਰਾ ਹਾਲ। ਤੇ ਜਿਹੜੀਆਂ ਉਹ ਗਲੀਆਂ ਨਾ ਜਿੱਥੇ ਉਹ ਸੀਗਾ, ਜੀ, ਇੱਕ ਕਾਰ ਹੀ ਜਾ ਸਕਦੀ ਸੀ। ਜੇਕਰ ਦੂਜੀ ਕਾਰ ਅੱਗੋਂ ਆ ਜਾਂਦੀ ਸੀ ਤਾਂ ਤੁਹਾਨੂੰ ਕਿਸੇ ਫਾਰਮ ਹਾਊਸ ਦੇ ਜਿਹੜਾ ਗੇਟ ਸੀ ਉਹਦੇ ਵੱਲ ਗੱਡੀ ਖਿੱਚਣੀ ਪੈਂਦੀ ਤੇ ਦੂਜੀ ਆਉਂਦੀ। ਜੀ। ਕਹਿਣ ਤੋਂ ਭਾਵ ਵੀ ਜੇ ਤੁਹਾਡੇ ਡਾਂਗ ਸੋਟੇ ਵਾਲਾ ਮਗਰ ਪੈ ਜੇ ਤਾਂ ਤੁਹਾਨੂੰ ਨਿਕਲਣ ਨੂੰ ਥਾਂ ਇਹ ਨਹੀਂ ਪਤਾ ਸੀਗਾ ਵੀ ਅੱਗੇ ਰਾਹ ਬੰਦ ਆ ਕਿ ਖਾਦੇ ਬਿਨਾ ਨਹੀਂ ਆਉਂਦੇ, ਵੀ ਇਹ ਮੁੜਦੇ ਨੇ। ਜੀ। ਚਲੋ ਜੀ, ਹਿੰਮਤ ਤਕੜੀ ਸੀ। ਮੈਂ ਖੇਡਿਆ, ਇੱਕ 'ਚ ਖੇਡਿਆ, ਦੂਜੇ 'ਚ ਖੇਡਿਆ। ਉੱਥੋਂ ਜੀ ਸਾਨੂੰ ਪਤਾ ਲੱਗ ਗਿਆ ਵੀ ਇਹਦਾ ਗੜਗਾਉਂ ਵੀ ਹੈਗਾ। ਜੀ। ਅਗਲੇ ਦਿਨ ਅਸੀਂ ਆਰਾਮ ਨਾਲ ਗਏ ਤੇ ਮੈਂ ਉਹ ਜਾਂਦਾ ਇਹ ਕਹਿ ਲਓ ਕਾਹਲੀ ਲਾਲਚ ਬੁਰਾ ਚੀਜ਼ ਹੁੰਦੀ ਹੈ ਵੀ ਖਬਰ ਇੱਕ ਹੋਰ ਮਿਲਦੀ ਹੈ, ਕਰ ਲਓ। ਜੀ। ਜਦੋਂ ਅਸੀਂ ਗੜਗਾਉਂ ਮਿਲੇ, ਅਸੀਂ ਸਾਨੂੰ ਜੋ ਨਕਸ਼ਾ ਬੰਦੇ ਨੇ ਦੱਸਿਆ ਸਾਰਾ ਕੁਝ ਉਵੇਂ, ਕੋਠੀ ਦੇ ਅੱਗੇ ਉਵੇਂ ਚਾਦਰਾਂ ਚੜੀਆਂ, ਚਾਦਰਾਂ ਸਾਰਾ ਕੁਝ, ਤੇ ਉੱਤੇ ਏਠਾਂ ਖਾਣ ਪੀਣ ਦਾ ਕੰਮ, ਉੱਤੇ ਮਸ਼ੀਨਾਂ ਲੱਗੀਆਂ ਕੋਠੀ ਦੇ ਵਿੱਚ। ਸਿਸਟਮ ਉਹਨਾਂ ਦਾ ਗੱਡੀਆਂ ਦੀ ਪਾਰਕਿੰਗ ਉਹ ਪਾਸੇ ਕਰਾਉਂਦੇ ਸੀ ਕਿਉਂਕਿ ਜਿਹਨੇ 5 ਲੱਖ ਦੇਣਾ ਛੋਟੀ ਗੱਡੀ ਤੇ ਤਾਂ ਆਉਂਦਾ ਨਹੀਂ। ਜੀ। ਹੁਣ ਸ਼੍ਰੀਮਾਨ ਜੀ ਇੱਕ ਗੱਲ ਦੱਸੋ, ਜਦੋਂ ਮੈਂ ਉੱਥੇ ਗਿਆ ਲਾਲਾ ਹੋ ਗਈ, ਉਹਨਾਂ ਨੇ ਮੈਨੂੰ ਪਛਾਣ ਲਿਆ, ਮੇਰੀ ਗੱਡੀ ਬੰਦਾ ਵੀ ਇਹ ਤਾਂ ਉਹ ਉੱਥੇ ਆਇਆ ਸੀ। ਮੇਰੀ ਪੜਤਾਲ ਕੀਤੀ ਹੈ, ਇਹੋ ਜਿਹਾ ਬੰਦਾ ਤੁਹਾਨੂੰ ਪਤਾ ਹੁੰਦੇ ਆ। ਕ੍ਰਾਈਮ ਬ੍ਰਾਂਚ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ ਪਤਾ ਸੀ। ਉੱਤੋਂ ਤੱਕ ਤਾਰਾਂ ਖੜਕ ਗਈਆਂ ਤੇ ਸਾਰਾ ਕੁਝ ਚੱਕਤਾ। ਜੀ। ਹੁਣ ਜਿਹੜਾ ਇੱਕ ਗੱਲ ਦੱਸੋ, ਦਿੱਲੀ ਦੇ ਵਿੱਚ ਚੱਲ ਰਿਹਾ ਸੀ ਤੇ ਕੀ ਉਹ ਪੁਲਿਸ ਤੋਂ ਬਿਨਾਂ ਚੱਲ ਰਿਹਾ ਸੀ? तो मैंने 2-3 पुलिस वालों के फ़ोन भी आ गए, और स्वर्ण जी आप यहाँ पता चला आप दिल्ली में आए हुए हैं, कोई बड़ा धमाका कर दिया आपने? मैं कहा नहीं जी मैं तो कुछ ही नहीं किया। नहीं आप तो बड़ा धमाका कर देते हो यार, क्या कर दिया? क्योंकि उन्हें पता सीगा कि दिल्ली में क्राइम रिपोर्टिंग की है ते सारा स्टिंग ऑपरेशन जिहड़ा हाँ भी यही आया, ये बारे पता लग गया, तो जे आया तो धमच्चड़ पाऊगा जी। आ जो यार मिलते हैं, हम बात करते हैं, मिलते हैं, ये करते हैं भी कहानी की है, इनू गल नूं टका लईए। पर गल की होगी इन द मेन टाइम मैं उन्होंने न्याय नहीं सी दे रहा, पर उन्होंने वाइंड अप कराता कि इस तो पहला कि मैं वो खबर टेप लैके चंडीगढ़ पहुँचता डे एंड नाइट, उस तो पहला मामला खाली हो गया। जो खाली हो गया खबर का महत्व ही खत्म हो गया जी, क्योंकि टिंड फोड़ी चकती अगले ने। कित्थे प्रूव करोगे? कल नूं अगला जी उत्थे रेड पैंदी, कुछ भी करदा, मीडिया पहुँचदा। सो मेरा कहण तो मतलब ये है कि इहो जिहा ही एक मेरा सज्जन मैनूं होर मिलिया जी, वो कहंदा भी असीं चिट फंड कंपनी का काम किवें चलाउणे। उहने मैनूं एक बड़ा वधिया तरीका दस्सिया। कहंदा जी सपोज करो मैं चिट फंड कंपनी चलाउणी है, मैं 100 रुपया तुहानूं कहता मैनूं 100 रुपया जमा कराओ, मैं तुहानूं महीना दा 10 रुपये उत्ते मुनाफा देऊँगा जी। ਹੁਣ ਕੀ ਚੀਜ਼ ਆ? ਮੈਂ ਤੁਸੀਂ ਮੈਨੂੰ 100 ਦੇ ਗਏ, ਮੇਰੇ ਕੋਲੇ 10 ਮਹੀਨੇ ਹੈਗੇ ਤੁਹਾਡਾ 100 ਰੁਪਇਆ ਮੋੜਨ ਨੂੰ, ਤੁਹਾਡਾ ਹੀ 100 ਰੁਪਇਆ ਮੋੜਨ ਨੂੰ ਜੀ। ਬਾਅਦ ਦਾ 100 ਜਿਹੜਾ ਰਹਿ ਜਾਊਗਾ ਉਹ ਬਾਅਦ ਦੀਆਂ ਗੱਲਾਂ। ਜਦੋਂ ਮੈਂ ਤੁਹਾਨੂੰ 10 ਦੇ ਰਹੇ ਸ਼ੁਰੂ ਕਰਤੇ, ਤੁਸੀਂ 2 ਮਹੀਨੇ ਦੇਖੇ ਯਾਰ ਮੈਨੂੰ ਤਾਂ 20 ਰੁਪਏ ਆ ਗਏ। 10 ਰੁਪਏ ਸੈਂਕੜਾ ਵਿਆਜ ਕੀ ਦਾ? ਮੇਰੇ ਤਾਂ ਸਾਲ 'ਚ ਦੁੱਗਣੇ ਹੁੰਦੇ ਆ। ਤੁਸੀਂ 2 ਮਹੀਨਿਆਂ ਬਾਅਦ ਮੈਨੂੰ 500 ਦੇ ਗਏ, ਨਾਲ ਇੱਕ ਬੰਦੇ ਨੂੰ ਹੋਰ ਲਾਇਆ 500 ਦਾ ਲਵਾਤਾ, ਤੇ ਮੇਰੇ ਕੋਲੇ 500 ਦੇ 2 ਇਕੱਠੇ ਹੋ ਗਏ। ਮੇਰੇ ਕੋਲੇ 50 ਮਹੀਨੇ 10-10 ਰੁਪਏ ਦੇਣ ਨੂੰ ਫੇਰ ਹੋ ਗਏ ਜੀ, ਜਾਂ 50-50 ਰੁਪਏ ਦੇਣ ਨੂੰ 10 ਮਹੀਨੇ ਫੇਰ ਹੋ ਗਏ। ਕਹਿੰਦਾ ਕਰਦੇ ਕਰਾਉਂਦੇ, ਕਹਿੰਦਾ ਫੇਰ ਅਸੀਂ ਕਰਦੇ ਹਾਂ, ਸਾਡੇ ਕੋਲੇ 2 ਮਹੀਨਿਆਂ 'ਚ ਪੈਰ ਧਰਾ ਹੋ ਜਾਂਦਾ, ਬੰਦੇ ਖਿੱਲਰ ਗਏ, ਪੈਸਾ ਤਾਂ ਭਈ ਮੋੜ ਹੀ ਜਾਂਦਾ। ਕਹਿੰਦਾ ਪੂਰੀ ਇਮਾਨਦਾਰੀ ਨਾਲ ਅਸੀਂ ਜੀ ਪੈਸਾ, ਫਿਰ ਏਜੰਟ ਆ ਗਏ। ਕਹਿੰਦਾ ਯਾਰ ਇੱਕ ਗੱਲ ਦੱਸੋ ਬਾਈ ਜੀ, ਤੁਸੀਂ ਬੰਦੇ ਤੋਂ 1000 ਰੁਪਏ ਦੀ ਇਨਵੈਸਟਮੈਂਟ ਲੈ ਕੇ ਆਉਣੇ ਹੋ, 800 ਰੁਪਏ ਅਸੀਂ ਤੁਹਾਨੂੰ ਖਵਾ ਪਿਆ ਕੇ ਪੁੱਠਾ ਮੋੜ ਦਿੰਦੇ, 200 ਰੁਪਏ ਦਾ ਫੇਰ ਤੁਹਾਨੂੰ ਦੁੱਗਣਾ, 800 ਦਾ 200 ਰੁਪਏ ਨਾਲ ਤੁਹਾਨੂੰ 1600 ਰੁਪਇਆ ਕਿੱਥੋਂ ਦੇ ਦਿਆਂਗੇ? ਬਿਲਕੁਲ। ਇਹ ਸੋਚਦੇ ਕਿਉਂ ਨਹੀਂ? ਪਰ ਅਸਲ ਦੇ ਵਿੱਚ ਕੀ ਚੀਜ਼ ਹੁੰਦੀ ਹੈ? ਕਹਿੰਦਾ 2 ਸਾਲਾਂ ਅਸੀਂ ਫਿਰ ਟੂਰ ਲਵਾਉਣੇ ਆ, ਏਜੰਟਾਂ ਦੇ ਟੂਰ ਲਵਾਉਣੇ ਆ, ਵੱਡੇ ਵੱਡੇ ਹੋਟਲ ਦਿਖਾਉਣੇ ਆ। ਸਾਡੇ ਕੋਲੇ ਬੰਦੇ ਇੱਕ ਉਹ ਤੁਹਾਨੂੰ ਪਤਾ ਕਿਸਾਨ 13 ਵਾਲੇ ਵੀ ਜਿਹੜਾ ਉਹ ਵੀ ਕਿੱਡਾ ਓਰੀਐਂਟਰ ਆ। ਬਿਲਕੁਲ, ਕਿਉਂਕਿ ਉਹਨੇ ਵੀ ਇਹੋ ਜਿਹੇ ਕੰਮ ਕੀਤੇ ਆ। ਹੁਣ ਉਹਨੇ ਵੀ 2 ਸਾਲ ਪੂਰੇ ਲਾਉਣੇ ਆ ਜੀ, ਪਹਿਲਾਂ ਵੀ ਉਹਦਾ ਇਤਿਹਾਸ ਇਹੀ ਹੈ। ਉਹ ਕੀ ਹੋਇਆ? ਕਹਿੰਦਾ ਵੀ ਫਿਰ ਅਸੀਂ ਕੀ ਕਰਦੇ ਆ, ਸਾਡਾ ਫਿਰ ਬੂਟਾ ਬਣ ਜਾਂਦਾ ਹੈ ਜੀ। ਫਿਰ ਕੀ ਹੁੰਦਾ? ਹੇਠੋਂ ਵਧੀ ਜਾਂਦੇ। ਸਾਡੇ ਕੋਲੇ ਜਿੱਦਣ 2000 ਕਰੋੜ ਰੁਪਈਆ ਆ ਜਾਂਦਾ, ਅਸੀਂ ਉਹਦੇ ਵਿੱਚੋਂ 1800 ਕਰੋੜ ਮੋੜ ਚੁੱਕੇ ਹੁੰਦੇ ਆ ਜੀ। ਪਰ ਕੀ ਹੁੰਦਾ? ਹੁਣ ਕਹਿੰਦਾ ਗੇਮ ਇੱਥੇ ਸ਼ੁਰੂ ਹੁੰਦੀ ਹੈ ਜੀ। 2000 ਕਰੋੜ ਰੁਪਈਆ ਸਾਡਾ ਖਿੱਚ ਤੂ ਕਰਕੇ, ਜਿਹਦੇ 'ਚ ਅਸੀਂ 1800 ਕਰੋੜ ਰੁਪਈਆ ਮੋੜ ਚੁੱਕੇ ਹੁੰਦੇ ਆ ਜਾਂ ਅਸੀਂ ਲਾ ਚੁੱਕੇ ਹੁੰਦੇ ਆ, ਤੇ 200 ਕਰੋੜ ਸਾਡੇ ਕੋਲੇ ਬਚਦਾ ਹੁੰਦਾ। ਉਹ ਅਸੀਂ ਕਹਿੰਦਾ ਆਪਦੇ ਖਰਚੇ ਹੋਰ ਕਰਦੇ ਆ, ਅਸੀਂ ਐਟ ਪਾਰ ਹੁੰਦੇ ਆ। ਪਰ ਜਿਹੜਾ ਤੀਜਾ ਸਾਲ ਆਉਂਦਾ ਨਾ ਜੀ, ਪੈਸੇ ਤਾਂ ਕਹਿੰਦਾ ਉਹਦੇ 'ਚ ਆਉਂਦੇ ਆ ਜੀ। ਉਦੋਂ ਆਉਂਦਾ 4000 ਕਰੋੜ ਜੀ, 10,000 ਕਰੋੜ 20,000 ਕਰੋੜ, ਉਹ ਪਤਾ ਨਹੀਂ ਕਿੰਨਾ ਆ ਜੇ ਰੈਪੂਟੇਸ਼ਨ ਦੇ। ਫਿਰ ਕਹਿੰਦਾ 4 ਸਾਲਾਂ ਬਾਅਦ ਅੱਧਾ ਪੈਸਾ ਅਸੀਂ ਬਾਹਰ ਕੱਢ ਦਿੰਦੇ ਹਾਂ ਜੀ,
ਅੱਧੇ ਦੀ ਜਾਇਦਾਦ ਦਿਖਾਉਣ ਨੂੰ ਲੈ ਲੈਂਦੇ ਆ ਵੀ ਆਹ ਜਾਇਦਾਦਾਂ ਲਈਆਂ ਵੀ ਆ, ਇਹਦੇ ਚੋਂ ਅਸੀਂ ਮੋੜਨਾ, ਆਹ ਡਬਲ ਕਰਾਂਗੇ, ਬਾਕੀ ਕਹਿੰਦਾ ਰਿਸ਼ਵਤ ਲਈ ਰੱਖ ਲੈਂਦੇ ਆ। ਕਹਿੰਦਾ ਜਿਹੜਾ ਕੋਈ ਬਾਹਲਾ ਬੋਲਦਾ ਉਹਦੇ ਪੈਸੇ ਮੋੜ ਕੇ ਉਹਨੂੰ ਠੰਡਾ ਕਰ ਦਿੰਦੇ ਆ, ਬਾਕੀ ਅਸੀਂ ਵੇਖ ਲੈਂਦੇ, ਸਾਡੇ ਬੰਦੇ ਹੁੰਦੇ ਜੀ, ਇਹਦੇ ਪੱਲੇ ਕੁਛ ਨਹੀਂ। ਜਿਵੇਂ ਤੁਸੀਂ ਇੱਕ ਚੀਜ਼ ਨੋਟ ਕਰੋ, ਅੱਜ ਕੱਲ੍ਹ ਆਹ ਚੱਲਦੀ ਹੈ ਤੁਹਾਡੀ ਪਿਸਿੰਗ ਰਾਈਟ ਫੋਨ ਦੇ ਉੱਤੇ ਕਾਲਾਂ ਕਰਕੇ। ਹੁਣ ਤੁਹਾਡੇ ਤੋਂ 500 ਰੁਪਈਆ ਫੜਾ ਲਿਆ, ਇਹ ਤਾਂ ਸ਼ੁਕਰ ਕਰੋ ਵੀ ਰਾਣੀ ਪ੍ਰਨੀਤ ਕੌਰ ਦਾ ਸੀਗਾ ਕੇਸ ਤੇ ਅਗਲੇ ਜਾ ਕੇ ਆ ਗਿਆ। ਤੁਹਾਡਾ 500 ਅਗਲੇ ਨੇ ਠੱਗੀ ਮਾਰਨ ਬੈਠਾ, ਤੁਹਾਡਾ 500 1000 ਰੁਪਈਏ ਪਿੱਛੇ ਕਿਹਦੇ ਕੋਲੇ ਜਾਓਗੇ ਤੁਸੀਂ? ਕਹੋਗੇ ਦਫਾ ਕਰ, ਘਰੇ ਲੜਾਈ ਅੱਡ ਪਊਗੀ। ਪਰ ਉਹ ਬੰਦਾ ਹੱਥ ਨੂੰ ਜੇਕਰ ਉਹਨੇ 50 ਬੰਦੇ ਵੀ 1000 ਵਾਲੇ ਕੱਢ ਲਏ, ਬੜੀ ਮੋਟੀ ਰਕਮ ਇਹਦੇ ਉੱਤੇ ਫਿਲਮ ਬਣੀ ਹੈ। ਉਹ ਕਹਿੰਦੇ ਵੀ ਅਸੀਂ ਦੇਖੋ ਇੱਕ ਗੈਂਗ ਆ, ਪੂਰਾ ਇੱਕ ਪਿੰਡ ਹੈ, ਉਹਦੇ 'ਚ ਕਿਵੇਂ ਕਰਦੇ ਆ, ਕਿਵੇਂ ਨਕਲੀ ਕਾਲ ਸੈਂਟਰ ਚੱਲਦੇ ਆ, ਕੀ ਕੁਛ ਆਉਂਦਾ, ਉਹ ਵੀ ਆਹੀ ਧੰਦਾ ਹੀ ਆ ਜੀ। ਪਰ ਇਹ ਧੰਦੇ ਬਿਨਾਂ ਪੁਲਿਸ ਤੋਂ, ਬਿਨਾਂ ਰਾਜਨੀਤਿਕ ਪੁਸ਼ਤ ਪਣਾਈ ਤੋਂ ਤਾਂ ਇੱਕ ਮਿੰਟ ਨਹੀਂ ਚੱਲ ਸਕਦੇ। ਬਿਲਕੁਲ। ਸੋ ਕਹਿਣ ਤੋਂ ਭਾਵ ਵੀ ਠੀਕ ਹੈ, ਅਦਾਲਤਾਂ ਵਿਚਾਰੀਆਂ ਲੱਗੀਆਂ ਹੋਈਆਂ, ਅਦਾਲਤਾਂ ਕੋਲੇ ਉਹ ਤਾਂ ਦੇਖੋ ਉਹਨਾਂ ਨੇ ਤਾਂ ਕਾਗਜ਼ਾਂ ਦੇ ਮੁਤਾਬਕ ਚੱਲਣਾ। ਫਲਾਨੀ ਕਿੰਨੇ ਦੀ ਹੈਗੀ ਆ ਜੀ, ਇਹਦੀ ਵੈਲਿਊਏਸ਼ਨ ਕਰਾ ਲਓ। PW ਦੀ ਵੈਲਿਊਏਸ਼ਨ ਆਪਾਂ ਨੂੰ ਵੀ ਪਤਾ ਜੀ, ਸਰਕਾਰੀ ਰੇਟ ਆਪਾਂ ਨੂੰ ਵੀ ਪਤਾ। ਸੋ ਉਸ ਚੀਜ਼ ਦੇ ਉੱਤੇ ਜੇਕਰ ਦਲਵੀਰ ਜੀ ਗੱਲ ਕਰੀਏ, ਵਿਚਾਰੇ ਜਿਨ੍ਹਾਂ ਦੇ ਪੈਸੇ ਗਏ ਉਹਨਾਂ ਦੇ ਤਾਂ ਬੁੱਲ ਸੁੱਕੇ ਪਏ ਆ। ਮੈਂ ਤਾਂ ਚੈੱਕ ਵੇਖ ਕੇ ਆਇਆ ਉਦੋਂ ਜਦੋਂ ਆ ਕੀਤੀ, ਲੋਕਾਂ ਦੇ ਕੋਲੇ ਥੱਬੇ ਪਏ ਆ। ਮੇਰੇ ਕੋਲ ਇੱਥੇ ਇੱਕ ਸੱਜਣ ਆ ਗਿਆ, ਮੇਰੇ ਵਾਂਗੂ ਭਾਰੇ ਸਰੀਰ ਦਾ, ਟਾਈਮ ਲਿਆ, ਨਾਲ ਉਹਦੀ ਘਰ ਵਾਲੀ, ਦੋਨੇ ਜਾਣੇ ਬੈਠੇ। ਭਾਈ ਜੀ 4 ਕਰੋੜ ਰੁਪਈਆ ਆਹ ਦੇਖੋ ਚੈੱਕ। ਮੈਂ ਉਹਨਾਂ ਨੂੰ ਆਖਿਆ ਜੀ ਕੈਮਰੇ ਤੇ ਬੋਲ ਦਿਓ ਜੀ। ਨਹੀਂ ਜੀ ਇਹ ਕੰਮ ਦਾ ਨਹੀਂ। ਮੈਂ ਕੀ ਗੱਲ ਡਰ ਲੈ? ਕਹਿੰਦਾ ਡਰ ਨਹੀਂ ਜੀ, ਕਹਿੰਦਾ ਮੇਰੇ ਮੁੰਡੇ ਦਾ ਰਿਸ਼ਤਾ ਹੋਣ ਵਾਲਾ, ਕਹਿੰਦਾ ਹਾਂ ਹੀ ਟੁੱਟ ਜੂਗਾ ਸਾਲਾ, ਇਹ ਠੱਗੀ ਖਾ ਕੇ ਕਹਿੰਦਾ ਵੱਡੇ ਹੁਸ਼ਿਆਰ ਬਣਦੇ। ਇੱਕ ਮੈਨੂੰ ਹੋਰ ਬੰਦੇ ਦਾ ਫੋਨ ਆਇਆ ਕੈਨੇਡਾ ਤੋਂ ਜੀ, ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਜੀ। ਕਹਿੰਦਾ ਬਾਈ ਜੀ ਅਸੀਂ 2.5 ਕਰੋੜ ਦੇ ਤਾਂ ਸਾਡੇ ਕੋਲ ਚੈੱਕ ਪਏ ਆ ਜੀ, ਅਸੀਂ ਲੈਣੇ ਆ। ਮੈਂ ਕਿਹਾ ਯਾਰ ਕੇਸ ਕਿਉਂ ਨਹੀਂ ਕਰਦੇ? ਕਹਿੰਦੇ ਬਾਈ ਜੀ ਸਾਡਾ ਕੰਮ ਹੀ ਵਿਆਜ ਦਾ। ਕਹਿੰਦਾ ਅਸੀਂ ਇਹ 2.5 ਕਰੋੜ ਇਹ ਤੋਂ ਲੈਂਦੇ ਸੀ, ਜਿਹੜਾ ਸਾਡਾ ਬਾਜ਼ਾਰ 'ਚ 50-60 ਕਰੋੜ ਤੁਰਿਆ ਫਿਰਦਾ ਉਹ ਡੁੱਬ ਜੂ ਵੀ, ਇਹਨਾਂ ਤੇ ਤਾਂ ਪੱਲੇ ਹੀ ਕੁਛ ਨਹੀਂ, ਦੱਬ ਲਓ ਜੀ। ਮੈਂ ਉਹ ਬੰਦੇ ਤੇ ਹੈਰਾਨ ਹੈ ਇੱਥੇ ਵੀ ਉਹਨੇ ਜਾਂ ਤਾਂ ਜਮਾਂ ਹੀ ਛੋਟੇ, ਜਿਵੇਂ ਅਸੀਂ ਗਏ ਉੱਥੇ ਅੰਮ੍ਰਿਤਸਰ ਜੀ, ਝਬਾਲ ਨਾ ਅੰਮ੍ਰਿਤਸਰ ਦੇ ਬਾਹਰ ਪਿੰਡ ਹੈਗਾ, ਉੱਥੇ ਗਏ ਯੂਨੀਵਰਸਿਟੀ ਦੇ ਨਾਲ ਹੀ। ਉੱਥੇ ਵਿਚਾਰੇ ਉਹਨੇ ਕੀ ਕੀਤਾ ਜੀ, ਜਿਹੜੇ OCM ਦੇ ਰਿਟਾਇਰਡ ਸੀ ਜੀ ਮੁਲਾਜ਼ਮ, ਉਹਨਾਂ ਦੀ ਪੈਨਸ਼ਨ ਕਿੰਨੀ ਕੁ ਆਇਆ ਹੋਊਗਾ, GPF ਵਗੈਰਾ, ਕਿਸੇ ਦਾ ਲੱਖ, ਕਿਸੇ ਦਾ 2 ਲੱਖ, ਬਜ਼ੁਰਗ ਬੰਦੇ ਸੀ। ਹੁਣ ਬਜ਼ੁਰਗ ਬੰਦੇ ਨੇ ਪੈਸੇ ਦੁੱਗਣੇ ਕਰਨ ਦੇ ਬਾਰੇ ਨੇ ਇਨਵੈਸਟਮੈਂਟ ਕਰਤੀ ਜੀ, ਉਹ ਉਹਦੇ ਡੁੱਬ ਗਏ। ਮੁੰਡੇ ਛਿੱਤਰ ਅੱਡ ਮਾਰਦੇ ਵੀ ਜਿਹੜਾ ਤੂੰ ਖਾਣੀ ਹੈ ਰੋਟੀ ਖਾ ਲਾ, ਜਿੱਥੇ ਨਿਕਲ ਸਾਡੇ ਘਰੋਂ ਬਾਹਰ, ਤੂੰ ਤਾਂ ਆਹ ਕਰਤਾ। ਹੁਣ ਪੁਲਿਸ ਕੋਲੇ ਉਹ ਜਾ ਨਹੀਂ ਸਕਦੇ, ਪੁਲਿਸ ਦੀ ਸੁਣਵਾਈ ਕੋਈ ਨਹੀਂ ਕਰਦੀ। ਲਿਆਓ ਜੀ ਇਨਵੈਸਟੀਗੇਸ਼ਨ ਕਰਦੇ ਹੋ, ਲੱਭਦੇ ਨਹੀਂ ਜੀ। ਹੁਣ ਮੈਨੂੰ ਇੱਕ ਇੱਥੇ ਮੈਂ ਉਹ ਪਾਤੀ, ਮੈਨੂੰ ਮੀਡੀਆ ਕਹਿੰਦਾ ਤੈਨੂੰ ਕਿੱਥੋਂ ਦਿਸ ਗਏ ਫਲਾਨਾ ਧਮਕਾ, ਤੂੰ ਟਾਟਿਆਂ ਬਿਰਲਿਆਂ ਦੀ ਗੱਲ, ਉਹਨਾਂ ਨੂੰ ਨਹੀਂ ਫੜਦਾ ਭਾਈ, ਉਹਨਾਂ ਨੇ ਟਾਟੇ ਬਿਰਲਿਆਂ ਨੇ ਜੇ ਕਿਤੇ ਠੱਗੀ ਮਾਰੀ ਹੋਊਗੀ ਉਹਨਾਂ ਦੇ ਵੀ ਖਬਰ ਲਾਉਂਦੇ, ਕੋਈ ਤਾਂ ਵਪਾਰ ਆਪਦਾ। ਕਹਿੰਦਾ ਇਹ ਵੀ ਵਪਾਰ ਕਰਦਾ। ਮੈਂ ਕਿਹਾ ਵਪਾਰ ਕਰਦਾ ਤੇ ਉਹਨਾਂ ਦੇ ਪੈਸੇ ਮੋੜੇ। ਅੱਗੋਂ ਕਹਿ ਦੂੰ ਮੈਂ ਕਿਹੜਾ ਮੋੜਦਾ ਨਹੀਂ, ਦੇਣੇ ਆ ਜੀ। ਉਹ ਤਾਂ ਪਹਿਲਾਂ ਹੀ ਕਹਿੰਦਾ ਮੈਂ ਦੇਣੇ ਆ, ਪਰ ਦੇਣੇ ਤਾਂ ਹੈਗੇ ਕਦੋਂ ਦੇਂਗਾ? ਕਹਿੰਦਾ ਜਦੋਂ ਹੋਣਗੇ ਦੇ ਦਿਆਂਗੇ, ਜਦੋਂ ਹੋਣਗੇ ਦੇ ਦਿਆਂਗੇ। ਹੁਣ ਠੱਗੀਆਂ ਜਿਹੜੀਆਂ ਹੈਗੀਆਂ ਇੱਥੇ, ਫਿਰ ਮੈਨੂੰ ਇੱਕ ਦਿਨ ਨਿਰੰਜਨ ਸਿੰਘ ਦਾ ਫੋਨ ਆਇਆ ਜੀ। ਉਹ ਕਹਿੰਦਾ ਵੀ ਮੇਰੇ ਕੋਲੇ ਆਈ ਤੂੰ, ਮੈਨੂੰ ਹਜੇ ਜਾਣ ਦਾ ਮੌਕਾ ਦਾ। ਕਹਿੰਦੇ ਮੈਂ ਤੈਨੂੰ ਸਮਝਾਊਂ ਇਹ ਹੁੰਦਾ ਕੀ ਹੈ ਜੀ। ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਗਈ, ਕਿਉਂਕਿ ਮੇਰਾ ਵੀ ਨੱਕ ਹੈਗਾ, ਕਿਉਂਕਿ ਇਹਦੇ ਵਿੱਚ ਵੀ ਵੱਡੇ ਵੱਡੇ ਲੀਡਰ ਹੈ ਜੀ। ਕਿਉਂਕਿ ਜੇਕਰ ਛੋਲੀ ਠੇਕੇਦਾਰ ਦੇ ਨਾਲ ਉਹਦੇ ਠੱਗੀ ਵੱਜ ਸਕਦੀ ਹੈ, ਤਾਂ ਛੋਲੀ ਠੇਕੇਦਾਰ ਨੇ ਵੀ ਤਾਂ ਓਵਰਟੇਕ ਹੀ ਕੀਤਾ ਸੀ ਉਹਨੂੰ ਜੀ, ਵੀ ਲਿਆ ਭਾਈ ਤੇਰੀ ਕਿੰਨੀ ਹੈ, ਇੰਨਾ ਦੇਣਦਾਰੀਆਂ ਚੱਕ 26 ਲੱਖ ਦੇ 30 ਲੱਖ ਦੇ ਚੈੱਕ, ਤੇ ਮੇਰੇ ਨਾਲ ਆ ਜਾ ਤੇ ਮੇਰੇ ਲਈ ਕੰਮ ਕਰ। ਉਹ 26 ਲੱਖ ਉਹ ਤੋਂ ਪਵਾ ਕੇ ਉਧਰੋਂ ਛੋਲੀ ਤੇ ਰੌਲਾ ਪੈ ਗਿਆ, ਹੁਣ ਤਿੱਤਰ ਹੋ ਗਏ, ਮੇਰਾ 26 ਲੱਖ ਇੱਧਰੋਂ ਕੰਡ ਭਾਗ ਹੋ ਗਿਆ, ਮੈਂ ਭੱਜ ਲਾਂ। ਹੁਣ ਉਹਨੇ ਮੁਕੱਦਮਾ ਦਰਜ ਕਰਾਇਆ। ਪਰ ਜੇਕਰ ਛੋਲੀ ਠੇਕੇਦਾਰ ਵਰਗੇ ਵੱਡੇ ਬੰਦੇ ਇਹਨਾਂ ਕੰਮਾਂ ਦੇ ਨਾਲ ਉਹਦੇ ਨਾਲ ਜੁੜੇ ਆ, ਤੇ ਤੂੰ ਮੈਂ ਪੈਸੇ ਲੈ ਲਾਂਗੇ? ਬਿਲਕੁਲ ਸਹੀ ਗੱਲ। ਇੱਕ ਗੱਲ ਦੱਸੋ, ਬਿਲਕੁਲ ਨਹੀਂ ਲੈ ਸਕਦੇ। ਇਹਦੇ 'ਚ ਬੜਾ ਸਿਆਸੀ ਪੇਚ ਵੀ ਆ ਜਾਂਦਾ, ਸਾਰਾ ਕੁਝ ਹੀ ਹੈ ਜੀ। ਇੱਕ ਮਾਫੀਆ ਹੈ, ਵੱਖਰੇ ਹੁਣ ਜੇ ਇਹਨਾਂ ਨੇ ਕਰੋੜਾਂ ਰੁਪਈਆ ਆਸਟ੍ਰੇਲੀਆ ਦੇ ਵਿੱਚ ਕੱਢਿਆ, ਉਹ ਕਿਵੇਂ ਕੱਢਦਾ? ਸਰਕਾਰ ਅੰਨੀ ਸੀ। ਬਿਲਕੁਲ ਜੀ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੁੰਦਾ, ਪਰ ਜਾਂਚ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ। ਪਰ ਤੁਰੇ ਫਿਰਦੇ ਨਹੀਂ। ਇੱਕ ਮਿੰਟ ਗੱਲ ਮੈਂ ਉਹੀ ਤੁਹਾਨੂੰ ਦੱਸੀ ਹੈ ਨਾ, ਜਿਹੜੇ ਬੰਦੇ ਦੀ ਕਹਿੰਦਾ ਬਾਈ ਜੀ ਸਾਡੇ ਕੋਲ ਪੁਲਿਸ ਵਾਲੇ ਦਾ ਕਹਿੰਦਾ ਚੱਕ ਪੈਸੇ ਯਾਰ ਹੈ ਨਹੀਂ ਤੁਸੀਂ ਤੁਹਾਡੇ ਸਾਹਮਣੇ ਨਹੀਂ ਤਮੀਲ ਹੁੰਦੇ, ਗੱਲ ਕਰਾ ਕੇ ਦਿਖਾ ਦਿਓ ਕਿਸੇ ਨੂੰ, ਘਰੇ ਬੈਠੇ ਦੇ। ਅਗਲਾ ਸਿੱਟ ਦਾ ਚੱਲ ਤੁਰਿਆ ਫਿਰ
ਕਿੰਨੇ ਲੋਕਾਂ ਦੇ ਕੀ ਕਹਿੰਦੇ ਐਕਸ ਪਾਰਟੀ ਕੇਸ ਹੋ ਗਏ, ਤੁਹਾਡੇ ਕੋਲ ਪਤਾ ਹੀ ਨਹੀਂ ਲੱਗਦਾ। ਅਗਲਾ ਕਹਿੰਦਾ ਜੀ ਉਹਨੇ ਮਿਲਿਆ ਨਹੀਂ, ਹੋਰ ਨਹੀਂ ਹੋਇਆ, ਤੁਹਾਡੇ ਉਦੋਂ ਪਤਾ ਲੱਗਦਾ ਮੈਂ ਤਾਂ ਯਾਰ ਮੇਰਾ ਤਾਂ ਕੇਸ ਹੀ ਜਿਹੜਾ ਵਨ ਸਾਈਡਡ ਹੋ ਗਿਆ, ਮੈਂ ਅਦਾਲਤ 'ਚ ਹੀ ਨਹੀਂ ਪੇਸ਼ ਹੋਇਆ, ਮੈਂ ਬਾਅਦ 'ਚ ਤੁਰੇ ਫਿਰੋ ਅਗਲੀ ਅਦਾਲਤ 'ਚ ਤੁਰੇ ਫਿਰੋ ਜੀ, ਮੈਨੂੰ ਸੁਣਵਾਈ ਨਹੀਂ ਹੋਈ, ਮੈਨੂੰ ਇਹ ਨਹੀਂ ਕੀਤਾ, ਮੈਨੂੰ ਉਹ ਨਹੀਂ ਕੀਤਾ, ਤਸਵੀਰਾਂ ਤੁਹਾਡੀਆਂ ਸਾਰਾ ਕੁਝ WhatsApp ਤੁਹਾਡੇ ਨਾਂ ਦੇ ਉੱਤੇ ਭੇਜਤਾ ਜੀ, ਅਸੀਂ WhatsApp ਕਰਤਾ ਜੀ, ਫਲਾਨਾ ਕਰਤਾ ਜੀ, ਧਮਕਾ ਕਰਤਾ। ਹੁਣ ਗੱਲ ਕੀ ਹੈ, ਠੱਗ ਨੇ ਤਾਂ ਜਿਹੜੇ ਮੈਂ ਤੁਹਾਡੇ ਤੋਂ 1000 ਰੁਪਇਆ ਲੈ ਲਿਆ, ਹੁਣ ਤੁਸੀਂ ਮੇਰੇ ਤੋਂ 1000 ਲੈਣਾ, ਮੈਂ ਤਾਂ ਤੁਹਾਡੇ ਵਾਲਾ 1000 ਤੁਹਾਡੇ ਤੇ ਲਾਊਂ, ਤੁਸੀਂ ਮੇਰੇ ਤੋਂ 1000 ਲੈਣ ਦੇ ਲਈ ਆਪਦੇ ਕੋਲੋਂ 1000 ਲਾਓਗੇ। ਬਿਲਕੁਲ, ਤੇ ਮੈਂ ਤੁਹਾਡੇ ਵਰਗੇ 100 ਤੋਂ ਇਕੱਠੇ ਕਰੀ 100 ਤੋਂ ਇਕੱਠੇ ਕਰੀ ਬੈਠਾ, ਉਹਦੇ ਵਿੱਚੋਂ ਜੇ 5-7 ਆ ਵੀ ਗਏ, ਲਾਉਣਾ ਪੈ ਵੀ ਗਿਆ ਤਾਂ ਕਿੱਡੀ ਗੱਲ ਹੈ। ਇੱਕ ਮਿੰਟ, ਤਾਂ ਮੈਂ ਤੁਹਾਡੇ ਤੇ ਹੀ ਲਾਉਣੇ ਆ, ਤੇ ਤੁਸੀਂ ਅਦਾਲਤ ਦੇ ਵਿੱਚ 1000 ਕਢਾਉਣ ਦੇ ਮਾਰੇ ਨੂੰ 1000 ਹੋਰ ਲਾਓ, ਆਪਦੀ ਖੱਜਲ ਖਵਾਰੀ ਨਾਲ। ਉਹ ਖੱਜਲ ਖਵਾਰੀ ਜਦੋਂ ਅਦਾਲਤਾਂ ਦੇ ਵਿੱਚ ਤਰੀਕਾਂ ਪੈਂਦੀਆਂ, ਬਿਲਕੁਲ ਜੀ, ਪੌੜੀਆਂ ਅਗਲਾ ਕਹਿੰਦਾ ਦਫਾ ਕਰ, ਤੂੰ ਆਪਦਾ ਕੰਮ ਕਰ ਲੈ ਯਾਰ। ਸੋ ਚੀਜ਼ ਇਹੀ ਆ, ਇਹ ਜਿਹੜਾ ਭਾਰਤ ਦੇ ਵਿੱਚ ਸਾਡੇ ਤਾਂ MLA ਬੈਠੇ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੀ, ਉਹਨਾਂ ਦੇ ਉੱਤੇ ਮੱਧ ਪ੍ਰਦੇਸ਼ ਦੇ ਵਿੱਚ ਕਿੰਨੇ ਮੁਕੱਦਮੇ ਦਰਜ ਜੀ, ਤੇ ਇਹ ਵੀ ਚਰਚਾ ਕਿ ਬਠਿੰਡੇ ਦੇ ਵਿੱਚ ਕਸੀਨੋ ਚੱਲ ਰਹੇ ਨੇ ਜੀ। ਬਿਲਕੁਲ, ਇਹ ਵੀ ਚਰਚਾ ਦੇ ਵਿੱਚ ਹੀ ਹੈ। ਚਰਚਾ ਨਹੀਂ ਜੀ, ਚਰਚਾ ਦੇ ਵਿੱਚ ਕਿਉਂ ਫੁੱਲ ਹੈ ਵੀ ਆਹ ਹੁਣ ਕਸੀਨੋ ਚੱਲਦੇ ਜੀ। ਜਦੋਂ ਥੋੜਾ ਜਿਹਾ ਕਿਸੇ ਪੱਤਰਕਾਰ ਨੂੰ ਪਤਾ ਲੱਗ ਜਾਂਦਾ, ਕਿਉਂਕਿ ਹੁੰਦੇ ਤਾਂ ਡੱਬਿਆਂ 'ਚ ਹੀ ਆ, ਚੱਕ ਕੇ ਕਸੀਨੋ ਕੀ ਹੁੰਦੇ, ਕੰਪਿਊਟਰਾਂ 'ਚ ਪਏ ਹੁੰਦੇ ਜੀ, ਉਂਗਲਾਂ ਮਰਵਾਈ ਜਾਂਦੇ ਆ, ਖੇਡੀ ਚੱਲ ਸੌਫਟਵੇਅਰ ਹੈਗੇ, ਲਿਆ ਪੈਸੇ ਇੰਨੇ ਰੱਖ ਲਾ, ਕਿੰਨੇ ਆ ਜੀ, ਲੱਖ ਰੁਪਏ ਦੀ ਐਂਟਰੀ ਹੈ, ਖੁੱਲ੍ਹ ਕੇ ਦਾਰੂ ਪੀ, ਮੁਫਤ ਦਾਰੂ, ਅੱਧੇ ਤਾਂ ਹੀ ਜਾਂਦੇ ਉੱਥੇ ਮੁਫਤ ਦਾਰੂ ਆ, ਖੁੱਲ੍ਹਾ ਖਾਣ ਪੀਣਾ। ਉਹ ਪਤੰਦਰਾ ਜੇ ਤੈਨੂੰ ਰੈੱਡ ਨਾਈਟ ਦੀ ਜਾਂ ਵੱਡੀ 1200-1500 ਦੀ ਬੋਤਲ ਪਿਆਤੀ, 1500 ਦੀ ਤੈਨੂੰ ਬੋਤਲ ਪਿਆਤੀ, 500 ਦਾ ਤੈਨੂੰ ਕੁੱਕੜ ਖਵਾਤੇ, ਕਿਲੋ ਤੋਂ ਵੱਧ ਕੁੱਕੜ ਤੂੰ ਖਾ ਨਹੀਂ ਸਕਦਾ। ਬਿਲਕੁਲ, ਬੀਬੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਪਰੋਸਣ ਨੂੰ, ਤੈਨੂੰ 2000 ਰੁਪਏ ਦਾ ਸਮਾਨ ਖਰਾ ਕੇ ਲੱਖ ਰੁਪਏ ਤੇਰੀ ਐਂਟਰੀ ਲੈ ਲਈ, ਪਹਿਲਾਂ ਲੱਖ ਰੁਪਏ ਜਮ੍ਹਾਂ ਕਰਾ ਲਿਆ, ਮੁੜ ਕੇ ਕਹਿਣਗੇ ਇੰਨੇ ਹੋ ਗਏ, ਲਿਆ ਕੂਪਨ, ਕੱਢ ਕੂਪਨ, ਇਹ ਕਰ, ਪੁਲਿਸ ਰੇਡ ਪੈ ਗਈ। ਫਿਲਮਾਂ ਨਹੀਂ ਦੇਖਦੇ, ਰੇਡ ਪੈ ਗਈ, ਪੈਸੇ ਲੈਣ ਵਾਲਾ ਹੋਰ ਪਾਸੇ ਭੱਜ ਜਾਂਦਾ, ਜਿਹੜੇ ਵਿਚਾਰੇ ਖੇਡਦੇ ਹੋਰ ਪਾਸੇ ਫੜੇ ਪਏ ਹੁੰਦੇ, ਅਗਲਾ ਕਹਿੰਦਾ ਛੱਡ ਪਰਾਂ, ਉਹ ਕਹਿੰਦੇ ਉਹ ਤਾਂ ਭੱਜ ਗਿਆ, ਪੁਲਿਸ ਲੈ ਗਈ, ਇਹ ਲੈ ਗਈ, ਕੀ ਕਰ ਲਓਗੇ। ਬਿਲਕੁਲ ਜੀ, ਇਹ ਤਾਮ ਝਾਮ ਹੈ ਜੀ। ਇਹ ਠੀਕ ਆ, ਖਬਰਾਂ ਲੱਗ ਗਈਆਂ, ਠੀਕ ਆ, ਉਹ ਫੜੇ ਗਏ, ਫੜੇ ਵੀ ਕੀ ਗਏ, ਕੋਈ ਕਿੱਥੇ ਬੈਠਾ, ਕੋਈ ਕਿੱਥੇ ਬੈਠਾ ਹੈ। ਕਿੰਨੇ ਸਾਲ ਤਾਂ ਭੰਗੂ ਸਾਹਿਬ ਪਤਾ ਨਹੀਂ ਕਿਹੜੀ ਅਦਾਲਤ ਦੇ ਵਿੱਚੋਂ ਗਿੱਦੜ ਸਿੰਘੀ ਲਾਏ ਸੀਗੇ, ਤੇ 5 ਸਟਾਰ ਹਸਪਤਾਲ ਦੇ ਵਿੱਚ ਹੀ ਇਲਾਜ ਕਰਾਈ ਗਏ। ਬਿਲਕੁਲ ਜੀ, ਆਹ ਚੀਜ਼ਾਂ ਨੇ। ਬਿਲਕੁਲ, ਅੱਜ ਦਾ ਪ੍ਰੋਗਰਾਮ ਸ਼ਮਾਦਾਨ ਖਤਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਦਾਨੇਵਾਲੀਆ ਸਾਹਿਬ, ਕਿਉਂਕਿ ਤੁਸੀਂ ਉਹ ਪਰਤਾਂ ਅੱਜ ਖੋਲ੍ਹਦੇ ਨਜ਼ਰ ਆਏ, ਜਿਹੜੀਆਂ ਪਰਤਾਂ ਤੇ ਮੈਨੂੰ ਲੱਗਦਾ ਗਰਦ ਨੇ ਲੁਕੋ ਰੱਖੀਆਂ ਸੀ, ਘੱਟੇ ਨੇ ਲੁਕੋ ਰੱਖੀਆਂ ਸੀ, ਖੂਹ ਖਾਤੇ ਪਈਆਂ ਹੋਈਆਂ ਸੀ। ਪਰ ਇਸੇ ਪੱਤਰਕਾਰਤਾ ਲਈ, ਖੋਜੀ ਪੱਤਰਕਾਰਤਾ ਲਈ ਦਾਨੇਵਾਲੀਆ ਸਾਹਿਬ ਤੁਸੀਂ ਜਾਣੇ ਹੋ, ਤੇ ਤੁਹਾਡਾ ਮੈਨੂੰ ਵੀ ਤੁਸੀਂ ਮੌਕਾ ਦੇ ਦਿੰਦੇ ਹੋ ਜੀ, ਨਹੀਂ ਤਾਂ ਮੈਂ ਪਰਲੇ ਪਾਸੇ ਬੈਠਾ ਹੋਸਟ ਜਿਹਾ ਬਣਿਆ ਰਹਿਣਾ, ਥੋੜਾ ਜਿਹਾ ਮੈਂ ਵੀ ਆਪਦਾ ਕੀੜਾ ਕੱਢ ਲੈਣਾ। ਹੁਣ ਇੱਕ ਸ਼ੁੱਕਰਵਾਰ ਨੂੰ ਕੱਢਿਆ ਹੀ ਕਰਾਂਗੇ ਹੁਣ, ਬਿਲਕੁਲ, ਕੋਈ ਨਾ ਕੋਈ ਮਸਲੇ ਦੇ ਉੱਤੇ ਖੋਜੀ ਪੱਤਰਕਾਰਤਾ ਦਾ ਕੋਈ ਨਾ ਕੋਈ ਜਿਹੜਾ ਆਸਪੈਕਟ ਆ, ਪਹਿਲੂ ਆ, ਉਹ ਤੁਹਾਡੇ ਤੋਂ ਜਾਣਨ ਦਾ ਮੌਕਾ ਮਿਲਦਾ। ਸਰੋਤਿਆਂ ਨੂੰ ਵੀ ਜਿਗਿਆਸਾ ਹੁੰਦੀ ਆ ਕਿ ਦਾਨੇਵਾਲੀਆ ਸਾਹਿਬ ਆ ਰਹੇ ਆ, ਤੇ ਕੁਝ ਨਾ ਨਾਲੇ ਆਏ ਨਾ ਜੀ, ਮੈਨੂੰ ਵੀ ਬਹਾਨੇ ਜਿਹੇ ਨਾਲ ਸਾਥੀ ਆਪਾਂ ਟੀਮ ਸਟਰੋਂਗ ਕਰਦੇ ਹਾਂ ਹੌਲੀ ਹੌਲੀ ਜੀ। ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਜਿੰਨੇ ਵੀਰ ਮਦਦ ਵੀ ਕਰੀ ਜਾਂਦੇ ਆ, ਕਿਉਂਕਿ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਕਿ ਆਪਾਂ ਕਿਸੇ ਪੋਲੀਟੀਕਲ ਬੰਦੇ ਜਾਂ ਇਹੋ ਜਿਹੇ ਬੰਦੇ ਤੋਂ ਤਾਂ ਐਡ ਲੈਂਦੇ ਨਹੀਂ, ਬਿਲਕੁਲ, ਕਿ ਜਿਹੜਾ ਸਾਨੂੰ ਬੋਲਣ ਲੱਗਿਆ ਸੰਕੋਚ ਕਰਨਾ ਪਵੇ। ਉਹ ਨੀਲ ਭਲਿੰਦਰ ਵੀ ਕਹਿ ਦਿੰਦੇ ਆ, ਸ਼ਿਵਿੰਦਰ ਵੀ ਕਹਿ ਦਿੰਦੇ ਆ, ਬਈ ਰੇਡੀਓ ਪੰਜਾਬ ਟੁਡੇ ਦਾ ਕਹਿੰਦੇ ਮਨ 'ਚ ਇਹੋ ਜਿਹਾ ਵੀ ਕਹਿੰਦੇ ਵੀ ਜਿੱਥੇ ਜੋ ਮਰਜ਼ੀ ਬੋਲ ਦਿਓ, ਖੁੱਲ੍ਹ ਕੇ ਬੋਲ ਦਿਓ, ਕੋਈ ਡਰ ਨਹੀਂ ਡੁੱਕਰ ਨਹੀਂ। ਸੋ ਪਹਿਲੇ ਦਿਨ ਹੀ ਇਹ ਫੇਅਰ ਐਂਡ ਫੀਅਰਲੈਸ ਵਾਲਾ ਨਿਡਰ ਤੇ ਵਿਵਾਕ ਆਪਣਾ ਲੋਗੋ ਹੈ। ਸੋ ਵਿਵਾਕ ਤਰੀਕੇ ਦਾ ਨਿਡਰਤਾ ਨਾਲ ਜਿਹੜਾ, ਤੇ ਜਦੋਂ ਤੁਸੀਂ ਵੀ ਸਿਆਣੇ ਸਰੋਤਿਆਂ ਦਾ ਕਹਿੰਦੇ, ਗੁਰੂ ਮਹਾਰਾਜ ਕਹਿੰਦੇ ਸੰਗਤ ਵੱਡੀ ਹੈ, ਇਹ ਸੰਗਤ ਜਿਹੜੀ ਹੈ ਨਾ, ਇਹ ਸਾਡੇ ਲਈ ਵੀ ਰੱਬ ਦਾ ਰੂਪ ਹੈ, ਇਹਨਾਂ ਦਾ ਵੀ ਆਸ਼ੀਰਵਾਦ ਆਪਣੇ ਨਾਲ। ਬਿਲਕੁਲ ਜੀ, ਆਥੈਂਟਿਕ ਪ੍ਰਮਾਣਿਕਤਾ ਜਿਹੜੀ ਹੈਗੀ ਉਹ ਬਿਲਕੁਲ ਉਹਦਾ ਖਿਆਲ ਰੱਖਿਆ ਜਾਂਦਾ। ਦਾਨੇਵਾਲੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ। ਤੇ ਇਸ ਦੇ ਨਾਲ ਹੀ ਸਰੋਤਿਓ, ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਖਤਮ ਕਰਨ ਦੀ ਦਿਓ ਆਗਿਆ ਦਲਬੀਰ ਬਰਾੜ ਨੂੰ। ਸੁਣਦੇ ਰਹੋ ਰੇਡੀਓ ਪੰਜਾਬ ਟੁਡੇ ਦੇ ਬਾਕੀ ਰਹਿੰਦੇ ਪ੍ਰੋਗਰਾਮ। ਸ਼ਮਾਦਾਨ।